that's a good thing, bro. तो कपड़े खोल जाने मतलब समझ ला लो कि your diet is working, your training is working properly. सही है क्यों रवि? बिल्कुल ट्रू bro. ਬੜੀ ਮਿਹਨਤ ਨਾਲ ਕੁਝ ਚੀਜ਼ਾਂ ਸਰੀਰ ਬਣਦੇ ਆ ਇੱਕ ਸਰੀਰ ਹੀ ਇਦਾਂ ਹੀ ਚੀਜ਼ ਹੁੰਦੀ ਹੈ ਕਿ ਲਾਈਕ ਯੂ ਕਾਂਟ ਜਸਟ ਸਲੀਪ ਮੈਂ ਮਿਹਨਤ ਨਹੀਂ ਕਰ ਮੈਨੂੰ ਮਿਹਨਤ ਸਾਰੀ ਕਰਨੀ ਬੜੀ ਔਖੀ ਲੱਗਦੀ ਆ ਰੋਨੀ ਇਜ਼ ਡਿਫਰੈਂਟ ਰਾਈਟ that he trains very passionately, he is into it. ਮੈਨੂੰ ਸਾਲਾ ਐਂ ਲੱਗਦਾ ਕਿ ਮੇਰੇ ਲਈ ਤਾਂ ਕੋਈ ਇਦਾਂ ਦੀ ਪਿੱਲ ਪੁੱਲ ਨਹੀਂ ਬਣੀ ਹੋਵੇ। ਕੀ ਗੱਲ ਆ ਜਿਹੜੀ ਜਦੋਂ ਛੋਟੇ ਹੁੰਦਿਆਂ ਤੋਂ ਇਹੀ ਸਿੱਖਦੇ ਹੁੰਦੇ ਸੀਗੇ ਹੋਸਟਲ ਦੇ ਵਿੱਚ ਜੋ ਪੜ੍ਹਨਾ ਸਾਡੇ ਕੋਚਾਂ ਨੇ ਸਾਨੂੰ ਕਹਿਣਾ ਜਦੋਂ 3 ਵਜੇ ਉੱਠ ਕੇ ਗਰਾਊਂਡ ਦੇ ਵਿੱਚ ਸਵੇਰੇ ਜਾਣਾ ਨਾ ਸੁੱਖ ਤੇ ਸਿਆਲ ਦੇ ਵਿੱਚ ਤੇ ਕੋਚ ਨੇ ਸਾਡੇ ਨੇ ਕਹਿਣਾ ਵੀ ਜਿੰਨੇ ਵੀ ਮੁੰਡੇ ਜਿਹੜੇ ਐਥਲੀਟ ਨੇ ਨਾ ਜਿਹੜੀ ਉਹਨਾਂ ਕੋਲ ਸ਼ੋਹਰਤ ਤੇ ਫੇਮ ਨੇਮ ਜਦੋਂ ਸ਼ੋਹਰਤ ਕਹਿ ਦਿੰਦੇ ਨਾ ਸਾਰਾ ਕੁਝ ਆ ਜਾਂਦਾ ਉਹਦੇ ਵਿੱਚ ਤੇ ਉਹਨਾਂ ਨੇ ਦੱਸਣਾ ਕਿ ਜਿਹੜੀ ਪੜ੍ਹਾਈ ਕਰਨੀ ਹੈ ਨਾ ਜਿਹੜੀ ਸਭ ਤੋਂ ਸੌਖੀ ਹੁੰਦੀ ਹੈ ਤੇ ਇੱਕ ਐਥਲੀਟ ਸਪੋਰਟਸਮੈਨ ਬਣਨਾ ਸਭ ਤੋਂ ਔਖਾ ਹੁੰਦਾ ਕਿਉਂਕਿ ਜਿਹੜੀ ਪੜ੍ਹਾਈ ਕਰਨੀ ਹੈ ਨਾ 3 ਵਜੇ ਉੱਠ ਕੇ ਤੁਸੀਂ ਆਪਣੀ ਰਜਾਈਆਂ ਦੇ ਵਿੱਚ ਬਹਿ ਕੇ ਵੀ ਪੜ੍ਹ ਸਕਦੇ ਹੋ ਤੇ ਜਿਹੜਾ ਤੁਸੀਂ ਐਥਲੀਟ ਹੈ ਨਾ ਐਥਲੀਟ ਨੇ ਰਜਾਈ ਦੇ ਵਿੱਚ ਬਹਿ ਕੇ ਕਦੀ ਐਥਲੀਟ ਨਹੀਂ ਬਣਨਾ ਰਜਾਈ ਦੇ ਵਿੱਚ ਬਹਿ ਕੇ ਕਦੀ ਐਥਲੀਟ ਜਿਹੜਾ ਪਲੇਅਰ ਸਪੋਰਟਸਮੈਨ ਨਹੀਂ ਬਣ ਸਕਦਾ ਜਿਹੜੀ ਪੜ੍ਹਾਈ ਹੁੰਦੀ ਹੈ ਨਾ ਉਹ ਤੁਸੀਂ ਰਜਾਈ ਦੇ ਵਿੱਚ ਵੀ ਬਹਿ ਕੇ ਪੜ੍ਹ ਸਕਦੇ ਹੋ ਤੁਸੀਂ ਜਿੱਥੇ ਮਰਜ਼ੀ ਬੈਠ ਕੇ ਪੜ੍ਹ ਸਕਦੇ ਹੋ ਸੋ ਜਿਹੜਾ ਐਥਲੀਟ ਸਪੋਰਟਸਮੈਨ ਇਜ਼ ਵੈਰੀ ਹਾਰਡ So, I will never agree with you on कि रजाई च बह के पढ़ाई होंदी है. What about the people कि जिन्हां कोल सारी रजाई भी नहीं होंदी, जिन्हां कोल लाइट भी नहीं होंदी? How would you? Bro, ਭੈਣ ਚੋ ਤੂੰ ਤੇ ਮੈਨੂੰ ਡਿਬੇਟ ਕਰਨ ਲੱਗ ਪੈਣਾ. ਨਹੀਂ, I debate because ਉੱਥੇ ਹੁਣ ਜੇ ਤੂੰ ਜਿਹੜਾ ਮੈਨੂੰ ਕੁਐਸਚਨ ਕੀਤਾ ਇਹ ਕੁਐਸਚਨ ਜੇ ਤੂੰ ਮੈਨੂੰ ਪੂਰ ਜਾਂ ਰਿਚ ਬਾਰੇ ਕਹੇਂਗਾ ਫਿਰ ਇਹਦਾ ਆਨਸਰ ਇੱਥੇ ਬਣਦਾ. ਨਹੀਂ, ਪੂਰ ਰੱਬੀ ਪੂਰ ਰਿਚ ਦਾ ਬੰਦਾ ਨਾ ਮੰਨਦਾ ਹੁਣ ਜੇ ਪੂਰ ਰਿਚ ਦੀ ਗੱਲ ਕਰਾਂ ਹੈਨਾ ਉਹ ਜਿਹੜਾ ਪੂਰ ਬੰਦਾ ਉਹਦੇ ਕੋਲ ਰਜਾਈ ਨਹੀਂ ਹੈਗੀ ਉਹ ਅਫੋਰਡ ਨਹੀਂ ਕਰ ਸਕਦਾ ਉਹ ਪੜ੍ਹਾਈ ਕੀ ਉਹ ਬੁੱਕ ਵੀ ਨਹੀਂ ਉਹਦੇ ਕੋਲ ਹੈਗੀ ਠੀਕ ਹੈ ਮੈਂ ਤੈਨੂੰ ਸਪੋਰਟਸ ਤੈਨੂੰ ਮੈਂ ਇੱਕ ਡੈਫੀਨੇਸ਼ਨ ਦਿੱਤੀ ਆ ਵੀ ਐਜ਼ ਅ ਗੁੱਡ ਐਥਲੀਟ ਐਂਡ ਐਜ਼ ਅ ਗੁੱਡ ਸਪੋਰਟਸ ਪਰਸਨ ਉਹ ਯੂ ਸਟੱਡਿੰਗ ਵਾਟਸ ਦ ਡਿਫਰੈਂਸ ਬਿਟਵੀਨ ਜੇ ਤੂੰ ਇੱਕ ਐਥਲੀਟ ਬਣਨਾ ਬ్రో ਤੇਰੇ ਕੋਲ ਰਜਾਈ ਦੇ ਵਿੱਚ ਬਹਿ ਕੇ ਥੋੜੀ ਐਥਲੀਟ ਬਣੇ ਜਾਣਾ ਦੈਟ ਇਜ਼ ਵੈਰੀ ਟਰੂ ਦੈਟ ਇਜ਼ ਟਰੂ ਬਟ ਉਹ ਮੈਂ ਤਾਂ ਕਹਿੰਦਾ ਸੀਗਾ ਜੇ ਰੋਬੀ ਇੱਕ ਬਹੁ ਗ੍ਰੀਨ ਟੀ ਬਣਾ ਦੇ ਪਲੀਜ਼ ਜੇ ਗੱਲ ਹੁੰਦੀ ਹੈ ਕਿ ਆਪਾਂ ਰਜਾਈ 'ਚ ਬਹਿ ਕੇ ਪੜ੍ਹ ਸਕਦੇ ਤੇ ਮੇਰੇ ਤੇਰੇ ਵਰਗੇ ਬਹੁਤ ਟਾਈਮ ਤੇ ਪੜ੍ਹ ਲੈਂਦੇ ਆਪਾਂ ਹੁਣ ਮੈਂ ਇੱਥੇ ਫਿਰ ਤੈਨੂੰ ਪੜ੍ਹਨ ਲੱਗੇ ਪੜ੍ਹ ਹੁਣ ਜਿਹੜੇ ਤੇਰੇ ਮੇਰੇ ਵਰਗੇ ਪੜ੍ਹ ਕੇ ਉਹ ਕੀ ਪਤਾ ਤੇਰੇ ਮੇਰੇ ਵਰਗੇ ਪੜ੍ਹ ਕੇ ਇੱਥੇ ਨਾ ਹੁੰਦੇ ਜਿਹੜੇ ਇਹ ਨਹੀਂ ਮਤਲਬ ਹੈਗਾ ਕਿ ਬੁੱਕਾਂ ਪੜ੍ਹ ਕੇ ਹੀ ਬੰਦਾ ਹੁਸ਼ਿਆਰ ਤੇ ਪੜ੍ਹਾਕੂ ਬਣਦਾ ਕਈ ਲੋਕ ਮੈਂ ਇੱਥੇ ਇਹੋ ਜਿਹੇ ਲੋਕਾਂ ਨੂੰ ਜਾਣਦਾ ਗੋਰਿਆਂ ਨੂੰ ਇਹੋ ਜਿਹੇ ਮੈਂ ਲੋਕਾਂ ਨੂੰ ਇੱਥੇ ਜਾਣਦਾ they only speak English and they understand but they don't know what to write down yes brother but they don't know what to write down ਉਹਨਾਂ ਨੂੰ ਲਿਖਣਾ ਨਹੀਂ ਆਉਂਦਾ ਨਹੀਂ ਉਹ ਤਾਂ ਵੀ ਐਗਰੀ ਹੈ ਹੁਣ ਆਪਣੇ ਚ ਵੀ ਕਈਆਂ ਨੂੰ ਪੰਜਾਬੀ ਬੋਲਣੀ ਆਉਂਦੀ ਹੈ ਪਰ ਲਿਖਣੀ ਨਹੀਂ ਆਉਂਦੀ ਹੈਗੀ ਮੈਂ ਸਾਹਮਣੇ ਐਗਜ਼ਾਮਪਲ ਬੈਠੀ ਤੇ ਲਿਖਣੀ ਆਉਂਦੀ ਤੇ ਕਈ ਹੁੰਦੀ ਹੈ ਕਈ ਕਿ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ ਬਟ ਜੇ ਹੁਣ ਮੈਂ ਤੇਰੀ ਨੌਲੇਜ ਦੀ ਗੱਲ ਕਰਾਂ you probably have more knowledge just because of your experiences in the life. It's all about street smart. Yeah, but at the same rather than a book smart, street smart. That is very good point, you know. कि yes, you ਜ਼ਰੂਰੀ ਨਹੀਂ ਹੁੰਦਾ ਕਿਤਾਬਾਂ ਪੜ੍ਹ ਕੇ ਹੀ ਬੰਦਾ ਸਮਾਰਟ ਹੁੰਦਾ ਹੈ there are street smarts as well. But ਕੁਝ ਚੀਜ਼ਾਂ ਹੁੰਦੀਆਂ bro like you could be a boss of a company. You don't have to fucking have a qualification of a certain sort of stuff. True. You just need a brain to be a boss. True. But कई जे हम तू कहे कि I want to be a scientist or I want to be a teacher, you know, or I want to be a doctor, you know, I want to be कुछ जेडे पक्के professional accountant, you know, you want to be something like that. Anything. Yeah. ਉਹਦੇ ਵਾਸਤੇ ਤੇ we know that you cannot be on the street and be smart and you can get a job. True. No one even will look at you. ਪਰ ਇੱਕ ਗੱਲ ਹੁਣ ਇਹ ਵੀ ਦੱਸ ਮੈਨੂੰ Yeah. ਤੇਰੇ ਪਿੰਡ ਦੇ ਵਿੱਚ ਕੋਈ ਡਾਕਟਰ ਦੀ ਦੁਕਾਨ ਹੈਗੀ
Yeah, ਹੈਗੀ ਹੈ। couple yeah. ਉਹ ਜਿਹੜਾ ਵੀ ਡਾਕਟਰ ਹੈ ਨਾ ਹਾਂਜੀ ਉਹ ਕੋਈ ਕੁਆਲੀਫਾਈਡ ਨਹੀਂ ਹੈਗਾ, ਨਹੀਂ ਹੈਗਾ। ਠੀਕ ਹੈ। ਹਾਂਜੀ। ਉਹ ਜਿਹੜੇ ਦੁਕਾਨਾਂ ਦੇ ਵਿੱਚ ਕੰਮ ਕਰਦੇ ਆ ਨਾ ਉਹਨਾਂ ਨੇ ਕੰਮ ਸਿੱਖਿਆ ਹੋਇਆ ਕਿਸੇ ਹੋਰ ਦੀ ਦੁਕਾਨ ਤੋਂ ਐਜ਼ ਅ ਕਿ ਕੰਪਾਊਂਡਰ। ਹਾਂ ਪੀਜੇ ਨੂੰ ਬੁਖਾਰ, ਜਿਹੜਾ ਪੀਜੇ ਆ ਗਿਆ, ਪੀਜੇ ਨੂੰ ਕਿਹੜੀ ਦੇਣੀ, ਆ ਚੱਕ ਕਿਹੜਾ ਦੀ ਗੋਲੀ, Yeah. ਬੁਖਾਰ ਠੀਕ ਹੋ ਜਾਂਦਾ। True. But they not qualified doctor. We start calling them a doctor. ਜਿੱਦਾਂ ਐਗਜ਼ਾਮਪਲ ਲਾ ਲਾ, ਹਾਂ ਐਗਜ਼ਾਮਪਲ ਇਹ ਵੀ ਤੂੰ ਕੱਲ ਆਪਾਂ ਗੱਲ ਕਰਦੇ ਸੀਗੇ ਗੋਡ ਬਾਰੇ, ਰੱਬ ਬਾਰੇ, ਹਾਂ true. ਠੀਕ ਹੈ। ਹੁਣ ਰੱਬ ਬਾਰੇ ਗੱਲ ਕਰਦੇ, ਗੋਡ ਬਾਰੇ ਗੱਲ ਕਰਦੇ ਕਰਦੇ ਮੇਰੇ ਦਿਮਾਗ ਦੇ ਵਿੱਚ ਗੱਲ ਆਇਆ ਵੀ ਠੀਕ ਆ ਗੋਡ, ਪਰ ਕਿਹੜਾ ਗੋਡ? ਕਿੰਨੇ ਗੋਡ ਨੇ? God? ਸਿੱਖਾਂ ਦਾ ਗੋਡ ਵੱਖਰਾ, Yeah. ਕ੍ਰਿਸਚਨਾਂ ਦਾ ਵੱਖਰਾ, True. ਮੁਸਲਮਾਨਾਂ ਦਾ ਵੱਖਰਾ, True. ਹਨਾ? ਸਾਰਿਆਂ ਦੇ ਵੱਖਰੇ ਵੱਖਰੇ ਗੋਡ ਹੈ ਨਾ, ਹਿੰਦੂਆਂ ਦਾ ਵੱਖਰਾ। ਹਾਂ Which God we gonna talk about? ਆ ਜਾ ਤੇ when ਗੋਡ ਦੀ ਜਦੋਂ ਆਪਾਂ ਗੱਲ ਕਰਦੇ ਆ, ਗੋਡ ਕਿਹੜਾ ਵੀ ਚੱਕ ਲੈ, ਗੋਡ ਕੀ ਹੈ? ਲੋਕੀ ਕੀ ਕਹਿੰਦੇ ਨੇ ਕਿ ਜਿੱਥੇ ਲੋਕਾਂ ਦਾ ਵਾਹ ਨਹੀਂ ਨਾ ਚੱਲਦਾ, when people got no power over something, then they will say alright God will look after it, doesn't matter ਕਿਹੜਾ ਮਰਜ਼ੀ ਗੋਡ ਹੋਵੇ। ਜੇ ਤੂੰ ਮੁਸਲਿਮ ਹੈ then you will say Allah ਕਿ ਸਾਡੇ ਅੱਲਾ ਸਾਡਾ ਦੇਖੂਗਾ। ਜੇ ਤੂੰ ਸਿੱਖ ਆ ਤਾਂ ਤੂੰ ਕਹੇਗਾ ਵਾਹਿਗੁਰੂ ਦੇਖੇਗਾ। ਜੇ ਤੂੰ ਮੁਸਲਿਮ ਆ ਸਾਡਾ ਰਾਮ ਦੇਖੂਗਾ। ਜੇ ਤੂੰ ਕ੍ਰਿਸਚੀਅਨ ਹੈ ਤਾਂ ਜੀਸਸ ਦੇਖੂਗਾ। True. ਮੈਂ look, do you believe in God? I don't believe in God. Do you? I believe in God. Okay. ਪਰ I don't know ਕਿ God ਕਿੱਥੇ ਆ, ਕੌਣ ਆ, ਠੀਕ ਹੈ। ਮੈਂ ਬਲੀਵ ਕਰਦਾ ਜਿਹੜੀ ਵਾਈਬ੍ਰੇਸ਼ਨ, ਜਿਹੜੀ ਫੀਲਿੰਗ ਹੈ ਉਹਨੂੰ। ਮੈਂ ਪਤਾ ਗੋਡ ਕਿਹਨੂੰ ਮੰਨਦਾ? ਮੈਂ ਫੀਲਿੰਗ ਜਿਹੜੀ ਹੈ ਨਾ, ਹੁਣ ਵੇਖ ਇੰਗਲਿਸ਼ ਦੇ ਵਿੱਚ ਅਸੀਂ ਕਹਿ ਦਿੰਦੇ ਆ ਕਿ ਜਿਹੜੇ ਆ ਸਾਡੀ ਜਿਹੜੀ ਆਵਾਜ਼, ਜਿਹੜੇ ਅੰਦਰੋਂ ਅਸੀਂ ਬੋਲ ਰਹੇ ਹਾਂ ਨਾ, ਇਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਸਾਡੀ ਰੂਹ ਬੋਲਣ ਦੀ। Okay. ਇਹ ਸਾਡੀ ਰੂਹ ਬੋਲ ਰਹੀ ਹੈ ਨਾ। Yeah. ਆਪਾਂ ਦੋ ਰੂਹਾਂ ਬੈਠੀਆਂ, ਰੂਹਾਂ ਗੱਲਾਂ ਕਰ ਰਹੀਆਂ। True. ਪਰ ਸਾਇੰਟਿਫਿਕ ਤੌਰ ਦੇ ਨਾਲ ਇਹਨੂੰ ਕਹਿ ਦਿੰਦੇ ਆ ਬ੍ਰਾਂਚ ਅਮੀਨੋ ਐਸਿਡਸ, ਜਿਹਨੂੰ ਕਹਿੰਦੇ ਅਮੀਨੋ। ਉਹ ਆਪਾਂ ਖਾਂਦੇ ਆ, ਉਹ એનર્ਜੀ ਦੇ ਵਿੱਚ ਡਿਵੈਲਪ ਹੁੰਦੇ। ਦਿਸ ਇਜ਼ ਹਾਊ ਵੀ ਟਾਕ। What about if someone is not talking? What if someone is ਗੂੰਗਾ ਹੋਵੇ ਕੋਈ? ਹਾਂ, ਤੇ ਉਹਦੀ ਰੂਹ ਨਹੀਂ ਬੋਲੂਗੀ? ਉਹ ਰੂਹ ਬੋਲੂਗੀ, ਉਹ ਇਸ਼ਾਰਿਆਂ ਨਾਲ ਰੂਹ ਬੋਲੂਗੀ। Then what definition ਦੱਸ God? You asked me, do you believe in God? ਤੂੰ ਕਹਿ ਨਹੀਂ Believe. ਬਲੀਵ। ਜੇ believe ਹੈ, ਬਲੀਵ ਦਾ ਮਤਲਬ ਭਲਾ ਕੀ ਹੈ? ਹੁਣ ਇੱਥੇ ਵੀ ਦੋ ਐਗਜ਼ਾਮਪਲ ਆ। ਚੱਲ ਤੂੰ believe ਦਾ ਬਿਲ ਦੇ ਦੇ ਚੱਲ। ਤੂੰ ਮੈਨੂੰ ਦੱਸ ਨਾ, ਕੁਐਸਚਨ, it was my question, ਹਾਂ। so you give me the answer. Do you believe in God? I am going to ask you, what believe do you mean? No, What do you mean? I will give you the answer. Believe ਦਾ ਮਤਲਬ ਵਿਸ਼ਵਾਸ। ਹਾਂ। Do you ਵਿਸ਼ਵਾਸ, ਤੁਸੀਂ ਵਿਸ਼ਵਾਸ ਕਰਦੇ ਹੋ ਰੱਬ ਦੇ ਵਿੱਚ? ਤੂੰ ਕਹਿ ਨਹੀਂ। ਮੈਂ ਕਿਹਾ ਨਹੀਂ ਕਰਦਾ ਮੈਂ। ਤੂੰ ਮੈਨੂੰ ਪੁੱਛਿਆ ਕਿ do you believe in God? Do you? Yes. ਮੈਂ ਕਿਹਾ yes I do. But which God? No God. ਸਭ ਨਾਲੋਂ ਵੱਡਾ ਗੋਡ ਤੂੰ ਹੈ ਆਪਣੇ ਲਈ। ਬਲੀਵ ਦਾ ਮਤਲਬ ਵਿਸ਼ਵਾਸ ਕਰਨਾ। True. ਮੈਂ ਤੇਰੇ ਤੇ ਵਿਸ਼ਵਾਸ ਕਰਾਂ, ਤੂੰ ਮੇਰੇ ਲਈ ਰੱਬ। ਸਹੀ ਗੱਲ ਹੈ। ਮੈਂ ਰੱਬੀ ਤੇ ਵਿਸ਼ਵਾਸ ਕਰਾਂ, ਤੂੰ ਮੇਰੇ ਲਈ ਰੱਬ। ਮੈਂ ਆਪਣੇ ਆਪ ਤੇ ਵਿਸ਼ਵਾਸ ਕਰਾਂ, I'm my own God. True. ਜਿੱਥੇ ਬਲੀਵ ਆ ਗਿਆ, ਤੂੰ ਰੱਬ ਵੀ ਤੇਰੇ ਕੋਲ ਆ ਜਾਏ ਨਾ, ਇੱਥੇ ਬਹਿ ਜਾ ਰੱਬ ਆ ਕੇ ਕਹਿ ਚੱਲ ਮੰਨ ਲੈ ਕਿ ਸਾਡਾ ਰੱਬ ਬਹਿ ਗਿਆ ਇੱਥੇ ਆ ਕੇ ਸਾਡੇ ਕੋਲੇ। ਜੇ ਤੂੰ ਉਹ ਉੱਥੇ ਵਿਸ਼ਵਾਸ ਹੀ ਨਾ ਕੀਤਾ, ਸਹੀ ਗੱਲ ਹੈ। ਜੇ ਤੂੰ ਉਹ ਤੈਨੂੰ ਕਹੂਗਾ ਕਿ ਮੈਂ ਰੱਬ ਆ, ਸਹੀ ਗੱਲ ਹੈ। ਉਹ ਕਹੂਗਾ ਮੈਂ ਰੱਬ ਆ, ਤੂੰ ਕਹੇਗਾ ਸਾਲਾ ਪਾਗਲ, ਤੂੰ ਕਿੱਥੋਂ ਰੱਬ ਹੋ ਸਕਦਾ? ਇਹ ਤੈਨੂੰ ਪਤਾ ਇੱਕ ਬੁੱਕ ਸੀਗੀ ਲਾਅ ਆਫ ਅਟਰੈਕਸ਼ਨ, ਬੁੱਕ ਸੀਗੀ ਲਾਅ ਆਫ ਅਟਰੈਕਸ਼ਨ। ਜੋ ਚੀਜ਼ ਆਪਾਂ ਯੂਨੀਵਰਸ ਦੇ ਵਿੱਚ ਸੁੱਟਦੇ ਆ ਨਾ, ਹਾਂ ਉਹ ਘੁੰਮ ਕੇ ਆਉਂਦੀ ਹੈ। ਰਹੀ ਗੱਲ ਜਿਹੜੀ ਵਿਸ਼ਵਾਸ ਦੀ, ਹੁਣ ਜਦੋਂ ਮੈਂ ਤੈਨੂੰ ਕਹਿ ਰਿਹਾ ਕਿ ਜਿਹੜਾ ਆਉਣ ਵਾਲਾ ਸਮਾਂ ਨਾ, ਆਪਾਂ ਤਾਂ ਆਲਰੇਡੀ ਸਟਾਰ ਆ, ਉਦੋਂ ਆਪਾਂ ਬਹੁਤ ਵੱਡੇ ਸਟਾਰ ਹੋਣਾ। True. ਕਿਉਂਕਿ ਆਪਾਂ ਮੂੰਹ ਆਵਾਜ਼ ਕੱਢ ਰਹੇ ਆ ਤੇ ਇਹ ਘੁੰਮ ਕੇ ਆਉਣੀ ਵੀ ਹੈ ਵਾਪਸ। It means we believing. I believe in you and you believe let me in add me. one thing in that. You probably say a lot of things in a day. ਤੂੰ ਆਪਣੇ ਜ਼ਰੂਰੀ ਨਹੀਂ, ਜੇ ਆਪਾਂ subconsciously without even believing in something, sometimes we say a lot of things. But always ਸਿਆਣਿਆਂ ਨੇ ਕੀ ਕਿਹਾ, ਬਜ਼ੁਰਗਾਂ ਨੇ, ਵੀ ਗੱਲ ਸੋਚ ਸਮਝ ਕੇ ਮੂੰਹੋਂ ਕੱਢੋ
ਕਿਸੇ ਵੇਲੇ ਵੀ ਜਿਹੜੀ ਮੈਂ ਜ਼ਬਾਨ ਦੀ ਕਿਹਾ ਤੈਨੂੰ ਇਹ ਗੱਲ ਬਜ਼ੁਰਗਾਂ ਨੇ ਤੈਨੂੰ ਇਹ ਕਹਿਤਾ ਯਾਰ, ਸਾਡੀ ਮੀਆਂ ਪਤਾ ਕਿੱਦਣ ਚੁੱਦੀ ਸਾਡੀ ਮੀਆਂ, ਉਦੋਂ ਮੀਆਂ ਚੁੱਦੀ ਸਾਡੀ ਜਦੋਂ ਸਾਨੂੰ ਇਹ ਕਹਿ ਦਿੱਤਾ ਗਿਆ ਕਿ देयर इज अ गॉड। ਸਾਡੀ ਮੀਆਂ ਉਦੋਂ ਚੁੱਦੀ ਸਾਨੂੰ, ਜੇ ਉਦੋਂ ਕੋਈ ਕਹਿੰਦਾ ਕਿ ਤੂੰ ਰੱਬ ਹੈ ਆਪਣੇ ਲਈ ਮਿੱਤਰਾ, ਤੂੰ ਰੱਬ ਹੈ ਆਪਣੇ ਲਈ, ਤੂੰ ਰੱਬ ਹੈ ਆਪਣੇ ਲਈ, ਤੂੰ ਆਪਣੇ ਆਪ ਤੇ ਵਿਸ਼ਵਾਸ ਕਰ। ਡੂ ਯੂ ਬਲੀਵ ਇਨ ਗॉड? ਆਈ ਬਲੀਵ ਇਨ ਮਾਈਸੈਲਫ, ਆਮ ਮਾਈ ਓਨ ਗॉड। ਤੂੰ ਅੱਜ ਕਹਿ ਦੇ ਇੱਥੇ, ਅੱਜ ਸਵੇਰ ਤੋਂ ਲੈ ਕੇ ਤੂੰ ਸ਼ਾਮ ਤੱਕ ਤੂੰ 100 ਗੱਲਾਂ ਕਹੀਆਂ ਹੋਣੀਆਂ, 100 ਗੱਲਾਂ ਦੇ ਵਿੱਚ ਕਿੰਨੀ ਕੁ ਤੂੰ ਸੋਚ ਸਮਝ ਕੇ ਕੋਈ ਗੱਲ ਕਹੀ ਹੋਣੀ ਹੈ। ਆਈ ਵਾਂਟ ਟੂ ਬੀ ਅ ਸਟਾਰ, ਮੂੰਹੋਂ ਕਹੀ ਤੇ ਉਹਨੂੰ ਸੋਚ ਸਮਝ ਕੇ ਕਹੀ, ਦੇयर इज अ डिफरेंस। ਟਰੂ, ਜਿਹੜੀ ਇੱਕ ਵੈਸੇ ਮੂੰਹ ਨਿਕਲਦੇ ਉਹ ਸਾਡੀ ਪੂਰੀ ਹੋ ਜਾਂਦੀ। ਉਹ ਪਰ ਪੂਰੀ ਪਤਾ ਕਿਉਂ ਹੁੰਦੀ ਹੈ? ਕਿਉਂਕਿ ਮਾਈਂਡ ਦੇ ਵਿੱਚ ਉਹ ਖੜਕਦੀ ਰਹਿੰਦੀ ਹੈ, ਉਹ ਮਾਈਂਡ ਦੇ ਵਿੱਚ ਗੱਲ ਖੜਕਦੀ ਰਹਿੰਦੀ ਹੈ। ਤੂੰ ਸਾਰਾ ਦਿਨ ਪਤਾ ਕੀ ਕਹੇਗਾ, ਲਾਕਡਾਊਨ ਲੱਗੂਗਾ, ਲਾਕਡਾਊਨ ਲੱਗੂ। ਉਹ ਜਦੋਂ ਤੇਰਾ ਦਿਮਾਗ, ਉਹ ਜਿਹੜਾ ਯੂਨੀਵਰਸ ਕਾਰਮੇ ਦੀ ਗੱਲ ਕਰਦਾ ਨਾ, ਉਹ ਤੇਰਾ ਦਿਮਾਗ ਖਿੱਚ ਕੇ ਲੈ ਕੇ ਆਉਂਦਾ ਤੇਰੇ ਵੱਲ। ਅੱਛਾ ਮੈਂ ਗੱਲ ਦੱਸ, ਤੈਨੂੰ ਪਤਾ ਚੱਲ ਪਹਿਲਾਂ ਮੈਂ ਆਪਣੇ ਤੇ ਲੈ ਕੇ ਚੱਲਦਾ। ਸਾਡੀ ਬੰਬੀ ਤੇ ਜਗ੍ਹਾ ਨਾਗ ਦੇਵਤਿਆਂ ਦੀ, ਠੀਕ ਹੈ। ਕਹਿੰਦੇ ਵੀ ਤੁਹਾਡੀ ਜਗ੍ਹਾ ਬੰਬੀ ਤੇ ਨਾਗ ਦੇਵਤਿਆਂ ਦੀ, ਜਿਹਦੇ ਕਰਕੇ ਕਿਉਂਕਿ ਬਾਪੂ ਪੁਲਿਸ ਦੇ ਵਿੱਚ ਸੀਗਾ। ਹਾਂਜੀ, ਬਾਪੂ ਸਾਰੇ ਪੁਲਿਸੀਏ ਸ਼ਰਾਬ ਦੇ ਸ਼ੌਕੀਨ, ਠੀਕ ਹੈ। ਕਈ ਲੋਕ ਪੀਂਦੇ, ਕਈ ਨਹੀਂ ਪੀਂਦੇ। ਬਾਪੂ ਗਲਾਸੀ ਲਾਉਂਦਾ ਹੈ, ਬਾਪੂ ਪੈਲੀ ਦੇ ਵਿੱਚ ਜਾ ਕੇ ਗਲਾਸੀ ਲਾਉਂਦਾ ਹੈ। ਜੱਟ ਮੂਡ ਤੈਨੂੰ ਪਤਾ, ਬੰਬੀ ਤੇ ਬੈਠੇ ਜੱਟ ਲਾਓ ਗਲਾਸੀ, ਸਹੀ ਹੈ, ਠੀਕ ਹੈ। ਉਹ ਜਿਹੜੀ ਬਾਪੂ ਗਲਾਸੀ ਲਾਉਂਦਾ ਸੀਗਾ ਨਾ, ਹਾਂ, ਲੋਕ ਕਹਿੰਦੇ ਨੇ ਕਿ ਤੁਹਾਡੀ ਬੰਬੀ ਤੇ ਨਾਗ ਦੇਵਤਿਆਂ ਦੀ ਜਗ੍ਹਾ ਸੀਗੀ, ਜਿਹਦੇ ਕਰਕੇ ਇਹ ਉੱਥੇ ਸ਼ਰਾਬ ਪੀਂਦਾ ਸੀ, ਤਾਂ ਇਹਦੀ ਮੌਤ ਹੋਈ। ਠੀਕ ਹੈ, ਠੀਕ ਹੈ, ਠੀਕ ਹੈ। ਜੇ ਤੂੰ ਗਲਾਬਸਿਆਂ ਹਾਂ, ਮੰਗਲਵਾਰ ਤੇ ਵੀਰਵਾਰ ਦਾਰੂ ਪੀਤੀ, ਠੀਕ ਹੈ, ਤੇ ਚਿਕਨ ਤੇ ਜਾਂ ਮੱਛੀ ਅੰਡਾ ਖਾਦਾ, ਠੀਕ ਹੈ, ਤੇ ਤੈਨੂੰ ਨਾਗਾ ਨੇ ਮਾਰਨਾ ਬਾਹਰ ਨਹੀਂ ਮਾਰਨਾ, ਤੇਰਾ ਰਹਿਣਾ ਕੁਛ ਨਹੀਂ, ਠੀਕ ਹੈ। ਇਹ ਮੈਂ ਆਪਣੇ ਤੇ ਗੱਲ ਲਾ ਕੇ ਦੱਸ ਰਿਹਾ, ਮੈਂ ਕਿਸੇ ਤੇ ਪੁਆਇੰਟ ਨਹੀਂ ਕਰ ਰਿਹਾ। ਹਾਂ, ਠੀਕ ਹੈ। ਮੈਂ ਮੰਗਲਵਾਰ ਵੀ ਦਾਰੂ ਪੀਤੀ, ਐਤਵਾਰ ਵੀ ਪੀਤੀ, ਵੀਰਵਾਰ ਵੀ ਪੀਤੀ। ਸਾਲੇ ਦੇਸੀ ਕਹਿੰਦੇ ਆ ਆਂਡੇ ਦੇ ਨਾਲ ਭੈਣ ਚੋ ਦੁੱਧ ਪੀ ਲਓ, ਮੱਛੀ ਦੇ ਨਾਲ ਦੁੱਧ ਪੀ ਲਓ, ਫਲੈਰੀ ਹੋ ਜਾਂਦੀ ਹੈ, ਠੀਕ ਹੈ। ਜੇ 4 ਤੋਂ ਵੱਧ ਆਂਡੇ ਖਾ ਲਓ ਤਾਂ ਗਰਮੀ ਹੋ ਜਾਂਦੀ। ਸਹੀ ਗੱਲ। ਮੈਂ ਸਾਲੀਆਂ ਐਕਸਪੈਰੀਮੈਂਟ ਆਪਣੇ ਤੇ ਕਰ ਕਰਕੇ ਸਾਲਾ ਹੋਇਆ ਹੀ ਕੁਛ ਨਹੀਂ। ਤੂੰ ਫਿਰ ਸਾਇੰਟਿਸਟ ਬਣ ਗਿਆ ਨਾ, ਸਾਇੰਟਿਸਟ ਬਣ ਗਿਆ। ਤੂੰ ਆਇਨਸਟਾਈਨ ਦਾ ਮੁੰਡਾ ਬਣ ਗਿਆ। ਤੈਨੂੰ ਲੈਮਸਟੈਮ ਮਾਰ ਕਰ ਲੈ। ਅੱਛਾ ਤੇ ਗੱਲ ਸੁਣ। ਹਾਂ, ਸੁਣਾ ਦੇ। ਮੈਂ ਛੋਟੇ ਹੁੰਦਿਆਂ ਬੰਬੀ ਤੇ ਤੁਰੇ ਜਾਂਦੇ ਪਏ ਤੇ ਮੈਂ ਉਹ ਸੱਪ ਵੀ ਵੇਖਿਆ। ਹਾਂ, ਹੁਣ ਜੇ ਤੂੰ ਰੱਬ ਏ, ਹਾਂ, ਜੇ ਸੱਪ ਨਾਗ ਦੇਵਤਾ ਏ, ਹਾਂ, ਠੀਕ ਹੈ ਨਾ, ਠੀਕ ਹੈ, ਤੇ ਅਸੀਂ ਤੇਰੇ ਭਗਤ ਆ, ਹਾਂ, ਤੂੰ ਆਪਣੇ ਭਗਤਾਂ ਨੂੰ ਹੀ ਹਾਰਟ ਟਾਈਮ ਦੇਂਗਾ, ਇਹ ਫਿਰ ਰੱਬ ਕਿੱਦਾਂ ਦਾ ਹੋਇਆ? ਗੱਲ ਟਰੂ, ਸਹੀ ਗੱਲ ਹੈ ਨਾ। ਪਰ ਤੂੰ ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ ਕਿ ਉਹ ਰੱਬ ਕਹਿੰਦਾ ਤੂੰ ਮੈਨੂੰ ਪੂਜ ਆ ਕੇ ਮੱਥਾ ਟੇਕ ਇੱਥੇ ਆ ਕੇ ਤੇ ਕਰਦੇ। ਤੇ ਤੈਨੂੰ ਮੈਂ ਕਿਹਾ ਤੂੰ ਨਾ ਮੰਗਲਵਾਰ ਖਾ ਤੇ ਨਾ ਐਤਵਾਰ ਖਾ ਮੀਟ ਤੇ ਅੰਡਾ, ਛੱਡਿਆ ਵੀ ਤੇ ਫਿਰ ਛੱਡਿਆ ਵੀ ਕੀ ਪਤਾ ਤਾਂ ਹੀ ਬਚ ਗਿਆ ਤੂੰ। ਹੁਣ ਮੇਰੀ ਸੁਣ ਗੱਲ ਇੱਕ ਹੋਰ। ਹਾਂ, ਕਿੰਨੇ ਇੰਡੀਆ ਦੇ ਵਿੱਚ ਲੋਕ ਨੇ, ਖਾਸ ਤੌਰ ਤੇ ਬੀਬੀਆਂ, ਆਪਣਾ ਇਲਾਜ ਨਹੀਂ ਕਰਵਾਉਣਾ, ਨਾ ਆਪਣੇ ਬੱਚੇ ਦਾ ਨਾ ਆਪਣੀ ਧੀ ਦਾ, ਪਰ ਆਪਾਂ ਸਿਆਣੇ ਕੋਲ ਜ਼ਰੂਰ ਜਾਂਦੇ ਆ ਫਲ ਲੈਣ, ਫਲ ਇਹਨੂੰ ਪੁੱਤ ਦੋ। ਹੁਣ ਫਲਾਂ ਦੀ ਜਾਂ ਬੇਟੀ ਦੋ। ਇੱਕ ਮੈਂ ਸਟੋਰੀ ਸੁਣਾਉਣਾ ਸਾਰਿਆਂ ਨੂੰ ਫਲਾਂ ਦੀ। ਮੈਂ ਵੇਖੀ ਟਿਕਟੌਕ ਤੇ ਇੱਕ ਵੀਡੀਓ ਕੱਲ ਪਰਸੋਂ, ਉਹਦੇ ਚ ਇੱਕ ਟਿੱਬਾ ਬਣਿਆ ਹੋਇਆ ਬ్రో, ਟਿੱਬਾ। ਉਹ ਕੀ ਹੈ, ਜਨਾਨੀ ਬੰਦੇ ਖਿੱਚ ਕੇ ਲੈ ਕੇ ਜਾਂਦੇ ਨੇ ਉੱਪਰ। ਅੱਛਾ। ਬੰਦਾ ਜਨਾਨੀ ਨੂੰ ਲੱਤਾਂ ਨਾਲ ਘੜੀਸ ਕੇ ਥੱਲੇ ਲੈ ਕੇ ਆਉਂਦਾ। ਅੱਛਾ। ਕਹਿੰਦੇ ਕਿ ਬਾਬਾ ਜੀ ਫਲ ਦਿੰਦੇ ਆ ਜਿਹੜਾ ਇਹ ਕਰਦਾ। ਅੱਛਾ। ਮੈਂ ਤੂੰ ਵਿਸ਼ਵਾਸ ਨਹੀਂ ਕਰਨਾ, ਉੱਥੇ ਇੰਨੀ ਭੀੜ ਲੱਗੀ ਸੀ, ਪੰਜਾਬੀ ਪੱਗ ਬੰਨੇ ਲੋਕ, ਸਰਦਾਰ ਆਪਣੇ ਬੰਦੇ ਪੰਜਾਬੀ ਜਨਾਨੀਆਂ ਨੂੰ ਘੜੀਸ ਕੇ ਉੱਪਰ ਲੈ ਕੇ ਜਾ ਰਹੇ, ਉੱਪਰ ਥੱਲੇ ਘੜੀਸ ਕੇ ਥੱਲੇ ਲੈ ਕੇ ਆ ਰਹੇ ਨੇ। ਬੱਚਾ ਹੋਏਗਾ। ਤੇ ਇਹ ਗੱਲ ਸੁਣ, ਇਹ ਤਾਂ ਗੱਲ ਠੀਕ ਹੈ। ਪਿੱਛੇ ਜੀ ਮੈਂ ਸਾਲੀ ਇਹ ਵੀ ਗੱਲ ਸੁਣੀ ਨਹੀਂ, ਮੈਂ ਟਿਕਟੌਕ ਤੇ ਦੇਖਦਾ ਹੁੰਦਾ ਕਿ ਜਿਹੜੇ ਸਰਦਾਰ ਬੰਦੇ, ਜਦੋਂ ਕਿ ਤੁਹਾਡੇ
ਗੁਰੂ ਮਹਾਰਾਜ ਨੇ ਕਿਹਾ ਹੋਇਆ ਠੀਕ ਹੈ ਵੀ ਤੂੰ ਮੇਰਾ ਹੈ ਨਹੀਂ, ਉਹ ਤੂੰ ਮੇਰਾ, ਹੁਣ ਮੈਂ ਜ਼ਿਆਦਾ ਸ਼ੁੱਧ ਪੰਜਾਬੀ ਨਹੀਂ ਬੋਲਣੀ ਕਿਉਂਕਿ ਇੱਥੇ ਗਲਤ ਵੀ ਹੋਊਗਾ, ਹਨਾ? ਸਹੀ। ਜਦੋਂ ਗੁਰੂ ਮਹਾਰਾਜ ਨੇ ਕਿਹਾ ਹੂੰ ਵੀ ਇਹ ਜਿਹੜੀਆਂ ਬਾਕੀ ਲਟਰਮ ਪਟਰਮ ਚੀਜ਼ਾਂ ਬਣਾਈਆਂ ਨਾ, ਦਿਸ ਇਜ਼ ਆਲ ਫੇਕ। ਤੂੰ ਗੁਰਦੁਆਰਾ ਸਾਹਿਬ ਆ, ਠੀਕ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਿਹੜੀ ਵਿਆਖਿਆ ਸੁਣੋ ਜਾਂ ਪੜੋ, ਜੇ ਤੁਸੀਂ ਪੜ ਸਕਦੇ ਹੋ ਤੇ ਠੀਕ ਹੈ, ਉਹ ਤੇ ਗੌਰ ਕਰੋ। ਹਾਂਜੀ ਠੀਕ ਹੈ ਨਾ? ਕਰ ਲਈ। ਪਰ ਅਸੀਂ ਲੋਕ ਕੀ ਕਰਦੇ ਆ, ਹੁਣ ਜਿਹੜੇ ਮੇਰੇ ਲੁੱਕ, ਆਈ ਹੈਵ ਸੋ ਮੈਨੀ ਥਿੰਗਸ ਇਨ ਮਾਈ ਹੈਡ, ਜੇ ਮੈਂ ਉਹ ਗੱਲਾਂ ਕਹਾਂ ਲੋਕਾਂ ਨੇ ਕਹਿਣਾ ਇਹ ਗਲਤ ਬੋਲਦੇ, ਮੋਨੇ ਆ। ਨਹੀਂ, ਮੋਨੇ ਵਾਲਾ ਤਾਂ ਆਪਾਂ ਕਨਸੈਪਟ ਕੱਢਤਾ। ਉਹ ਹੁਣ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਹੋਇਆ, ਹਾਂ, ਜਿਹੜਾ ਸੀਸ ਨਵਾਊ ਮੇਰਾ ਸਿੱਖ ਨਹੀਂ। ਸਹੀ ਹੈ, ਠੀਕ ਹੈ, ਉਹਦੇ ਵਿੱਚ ਲਿਖਿਆ ਹੋਇਆ ਗੁਰੂ ਮਹਾਰਾਜ ਦੇ ਕਿ ਉਹ ਮੇਰਾ ਸਿੱਖ ਨਹੀਂ ਹੈ ਜਿਹੜਾ ਮੈਨੂੰ ਗੁਰਦੁਆਰਾ ਸਾਹਿਬ ਆਣ ਕੇ ਸੀਸ ਨਵਾਊਗਾ। ਸਹੀ ਗੱਲ ਹੈ, ਠੀਕ ਹੈ। ਹੁਣ ਇੱਥੇ ਅਸੀਂ ਕੀ ਕਹਿ ਦਿੰਦੇ ਆ, ਜਦੋਂ ਤੁਹਾਨੂੰ ਤੁਹਾਡੇ ਪਿਓ ਨੇ ਕਿਹਾ ਵੀ ਤੁਸੀਂ ਮੇਰੇ ਸਿੱਖ ਨਹੀਂ, ਤੁਸੀਂ ਮੇਰੇ ਬੱਚੇ ਨਹੀਂ ਜੇ ਮੈਨੂੰ ਸੀਸ ਨਵਾਇਆ, ਪਰ ਅਸੀਂ ਇੱਥੇ ਫੇਰ ਕਹਿ ਦਿੰਦੇ ਆ ਅਸੀਂ ਰਿਸਪੈਕਟ ਕਰਦੇ, ਵੀ ਰਿਸਪੈਕਟ ਐਂਡ ਦੈਟਸ ਵਾਈ ਵੀ ਓਬੇ ਅਹੈਡ। ਟਰੂ, ਹਨਾ? ਹਾਂਜੀ। ਤੇ ਅਸੀਂ ਜਾ ਕੇ, ਠੀਕ ਹੈ, ਦਿਸ ਇਜ਼ ਫਰਸਟ। ਹਾਂਜੀ। ਸੈਕੰਡ ਥਿੰਗ ਇਜ਼ ਮੈਂ ਜਿੱਦਾਂ ਤੁਹਾਨੂੰ ਕਿਹਾ, ਤੂੰ ਕਿਹਾ ਵੀ ਤੂੰ ਬਲੀਵ ਕਰਦਾ, ਮੈਂ ਕਿਹਾ ਮੈਂ ਹਾਂ ਵਾਹਿਗੁਰੂ, ਮੈਂ ਰੱਬ ਨੂੰ ਬਲੀਵ ਕਰਦਾ। ਠੀਕ ਹੈ। ਜੋ ਕੁਛ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲਿਖਿਆ ਨਾ, ਭੂਤ ਪ੍ਰੇਤ, ਚੜੇਲਾਂ, ਸਾਧੂ, ਪਖੰਡੀ, ਜੋ ਕੁਛ ਲਿਖਿਆ ਹੋਇਆ ਸੱਚ, ਜਿਹੜੀ ਚੀਜ਼ ਦਾ ਜ਼ਿਕਰ ਹੋਇਆ ਉਹ ਚੀਜ਼ਾਂ ਸੱਚ। ਠੀਕ ਹੈ। ਪਰ ਸਾਨੂੰ ਇਹ ਚੀਜ਼ਾਂ ਫੋਲੋ ਕਰਨ ਨੂੰ ਕਿੱਥੋਂ ਕਿਹਾ ਜਾਂਦਾ? ਸਾਡੇ ਬਜ਼ੁਰਗਾਂ ਤੋਂ। ਠੀਕ ਹੈ। ਜੇ ਇਹਨੂੰ ਅਸੀਂ ਫੜੀਏ ਨਾ ਚੰਗੀ ਤਰ੍ਹਾਂ, ਤੱਤ ਨੂੰ ਫੜੀਏ ਨਾ ਬ్రో, ਇਹ ਘੁੰਮ ਕੇ ਇੱਥੇ ਹੀ ਰਹਿ ਜਾਣ, ਨਿਕਲਣਾ ਕੁਛ ਨਹੀਂ। ਪਹਿਲਾਂ ਸਾਡਾ ਬੇੜਾ ਕਰਕੇ ਇੱਥੇ ਕਰਕੇ ਹੋਇਆ ਕਿ we don't believe in ourselves। ਪਹਿਲੀ ਗੱਲ ਤਾਂ ਇੱਥੇ ਹੀ ਖੜ ਜਾ, ਕਿਤੇ ਹੋਰ ਜਾ ਹੀ ਨਾ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਸਾਈਡ ਤੇ ਰੱਖ ਦਈਏ, ਬਾਬਿਆਂ ਨੂੰ ਸਾਈਡ ਤੇ ਰੱਖ ਦਈਏ, ਬਾਣੀ ਸਭ ਗੁਰੂਆਂ ਨੂੰ ਆਪਾਂ ਇੱਕ ਸਿੰਪਲ ਵੇ ਨਾਲ ਆਪਾਂ ਪਹਿਲਾਂ ਸੋਚਦੇ ਹਾਂ ਕਿ ਪਹਿਲਾਂ ਮੈਂ ਇਨਸਾਨ ਆ, ਪਹਿਲਾਂ ਮੈਂ ਸੋਚਣਾ ਹੈ ਕਿ what's inside me first। True। ਆਪਾਂ ਜਿਹਨੂੰ ਕਹਿੰਦੇ ਅੰਤਰਜੋਤ, ਆਪਾਂ ਸਰਦਾਰ ਵੀ ਵੇਖੇ ਆ, ਪ੍ਰੋਪਰ ਸਰਦਾਰ ਵੇਖੇ ਆ, ਜਿਹੜੇ ਆਪਾਂ ਵੇਖਿਆ ਕਿ ਦੇ ਲਾਏ। ਹੁਣ ਇੱਕ ਗੱਲ ਆ, ਹੁਣ ਬਾਦਲ, ਅਮਰਿੰਦਰ, ਇਹ ਪ੍ਰੋਪਰ ਸਿੱਖ ਨੇ। ਹੁਣ ਤੈਨੂੰ ਕੀ ਲੱਗਦਾ ਕਿ ਰੱਬ ਕਾਲੀ ਨਾਲੇ ਜਿਹੜੇ ਕਿ, ਹੁਣ ਤੈਨੂੰ ਕੀ ਲੱਗਦਾ ਹੈ ਕਿ are they scared of God? Do you think they believe in God? ਮੈਂ ਤਾਂ ਇਹ ਤੈਨੂੰ ਦੱਸ ਸਕਦਾ ਵੀ ਉਹ ਤਾਂ ਨਿਆਰੇ ਲੈ ਰਹੇ ਨੇ ਗੋਡ ਦੇ ਸਿਰ ਤੋਂ। ਹੁਣ ਇੱਕ ਹੋਰ ਸੁਣ, if they say they believe in God, ਫਿਰ ਉਹਨਾਂ ਨੂੰ God ਤੋਂ ਡਰ ਨਹੀਂ ਲੱਗਦਾ ਕਿ ਕੀ ਕੁਝ ਕਰ ਰਹੇ ਨੇ ਉਹ? ਸਹੀ ਗੱਲ ਹੈ। ਉਹ ਇਹ ਚੀਜ਼ ਨੂੰ ਸੋਚਦੇ ਨਹੀਂ। ਜਿਹੜੇ ਧਰਮ ਨੇ, ਜਿਹੜੇ ਰੱਬ ਦੀ ਆਪਣੀ ਵਿਆਖਿਆ ਆਪਣੇ ਲਈ ਆ, ਇਹ ਸਿਰਫ ਆਪਣੇ ਮੂਰਖਾਂ ਛੋਟੇ ਬੰਦਿਆਂ ਲਈ ਆ, ਜਿਹੜੇ ਸਿਰਫ ਉੱਥੇ ਤੱਕ ਹੀ ਸੋਚਣ ਕਿ ਅਸੀਂ ਨਹੀਂ ਆਪ ਕੁਝ ਕਰ ਸਕਦੇ, ਸਾਡਾ ਰੱਬ ਕਰੂ ਸਾਡਾ। ਵੀ ਤੁਸੀਂ ਡੱਕਾ ਨਹੀਂ ਤੋੜਨਾ, ਜਾਂ ਤੁਸੀਂ ਕਹਿੰਦੇ ਹੋ ਵੀ ਸਾਡੇ ਮਹਿਲ, ਸਾਡੀਆਂ ਕੋਠੀਆਂ ਹੋਣ, ਹਨਾ? ਤੁਸੀਂ ਇੱਕ ਕੱਖ ਨਹੀਂ ਹੱਥ ਨਾਲ ਹਿਲਾਉਣਾ, ਤੇ ਤੁਸੀਂ ਉਹ ਪ੍ਰਮਾਤਮਾ ਨੂੰ ਸ਼ਿਕਾਇਤ ਕਰਦੇ ਹੋ ਕਿ ਇਹ ਸੱਚੇ ਪਾਤਸ਼ਾਹ, ਉਹ ਬੰਦਾ ਚੰਗੀ ਕਾਰ ਦੇ ਵਿੱਚ ਲੰਘ ਗਿਆ, ਸਾਨੂੰ ਵੀ ਉਹ ਕਾਰ ਦੇ। ਪਰ ਜੇ ਤੁਸੀਂ if you not working hard, how are you gonna get that things? ਹੁਣ ਤੂੰ ਫਲ ਵਾਲੀ ਗੱਲ ਕੀਤੀ ਸੀ, ਬੱਚਿਆਂ ਵਾਲੀ। ਇੱਕ ਸਾਇੰਟੀਫਿਕ ਵੇ ਨਾਲ ਸੋਚਿਆ ਜਾਵੇ ਕਿ ਇੱਕ ਬੰਦਾ ਹੈ, ਇੱਕ ਜਨਾਨੀ ਹੈ, they are having proper sex, but they are unable to give birth to a child। ਬੱਚੇ ਨੂੰ ਜਨਮ ਨਹੀਂ ਦੇ ਸਕਦੇ ਕਿਸੇ ਵਜ੍ਹਾ ਕਰਕੇ। ਇਹਦੇ ਵਿੱਚ ਮੈਨੂੰ ਇਹ ਮੂਰਖੋ ਦੱਸੋ ਕਿ ਕਿਹੜੇ ਪਿੱਛੇ ਬਾਣੀ 'ਚ ਆਪਣੇ ਲਿਖਿਆ ਹੋਇਆ ਕਿ ਫਲਾਣੇ ਬਾਬੇ ਕੋਲ ਜਾਓ, ਉਹੀ ਗੱਲ, ਉੱਥੇ ਤੁਸੀਂ ਸਿਰ ਨਵਾਓ, ਉਹ ਤੁਹਾਨੂੰ ਫਲ ਪਾਉਣਗੇ, ਐਂਡ ਦੈਨ ਇਵੈਂਚੁਅਲੀ ਸਮਥਿੰਗ ਵਿਲ ਹੈਪਨ। ਟਰੂ। ਮੈਂ ਇੱਕ ਹੋਰ ਤੈਨੂੰ ਗੱਲ ਦੱਸਾਂ ਬ్రో, ਮੈਂ ਹੁਣ ਨਹੀਂ, ਆਈ ਸੀਨ ਸੋ ਮੈਨੀ ਵੀਡੀਓਜ਼ ਕਿ ਜਿਹੜੀਆਂ ਸਾਡੀਆਂ ਭੈਣਾਂ, ਸਾਡੇ ਭਰਾ ਸਰਦਾਰ, ਅਸੀਂ ਪੱਗ ਬੰਨੀਆਂ ਹੋਈਆਂ, ਅਸੀਂ ਇਹੋ ਜਿਹੇ ਬਾਬਿਆਂ ਕੋਲ ਜਾਂਦੇ ਆ। ਜਦੋਂ ਸਾਡੀ ਭੈਣ, ਸਾਡੀ ਮਾਂ, ਉਹ ਬਾਬੇ ਦੇ ਪੈਰੀ ਹੱਥ ਲਾਉਂਦੀ ਆ, ਉਹ ਬਾਬਾ ਹੱਥ ਫੇਰਦਾ। ਟਰੂ। ਉਹ ਬਾਬਾ ਉਹ ਸਵਾਦ ਲੈਂਦਾ, ਹੱਥ ਫੇਰਦਾ ਪੂਰਾ, ਉਹ ਵੀਡੀਓ ਦੇ ਵਿੱਚ ਦਿਖ ਰਿਹਾ ਹੁੰਦਾ।
ਫਿਰ ਉਹ ਇੱਕ ਪਿੱਛੇ ਤੂੰ ਵੀ ਵੀਡੀਓ ਸੁਣੀ ਨਹੀਂ, ਬਾਬਾ ਜੀ ਨੂੰ ਹੂਟਾ ਦੋ। ਹਾਂ ਬਾਬਾ ਜੀ ਨੂੰ ਹੂਟਾ ਦੋ। ਬਾਬਾ ਜੀ ਐ ਪੀਂਘ ਤੇ ਬੈਠੇ, ਸਾਲਾ ਮੇਰਾ ਠੱਗ ਪੀਂਘ ਤੇ ਬੈਠਾ ਹੈ, ਢਿੱਡ ਏਦਾਂ ਕੱਢਿਆ, ਕੁੜੀਆਂ ਖਾ ਕੇ ਭੈਣ ਚੋਦ ਕੀ ਕਹਿੰਦੇ ਉਹਨੂੰ, ਪੂੜੀਆਂ ਛੋਲੇ ਐ, ਤੇ ਉਹ ਨੀਂਦ ਆਉਂਦੀ ਨੂੰ, ਬਾਬਾ ਜੀ ਨੂੰ ਨੀਂਦ ਆ ਰਹੀ। ਕੁੜੀਆਂ ਨੂੰ ਲੇਕਿਨ ਦੇਸੀ ਘਿਓ ਦਾ ਕੜਾ ਖਾਂਦੇ। ਓਏ ਤੇ ਬ్రో ਸਾਡੀਆਂ ਬੀਬੀਆਂ ਬ్రో ਗਾਤਰੇ ਪਾਏ ਹੋਏ ਆ, ਉਹ ਸਿਰਾਂ ਦੇ ਉੱਤੇ ਸਿਰ ਢੱਕੇ ਹੋਏ ਆ, ਉਹਨੂੰ ਬਾਬਾ ਜੀ ਨਾਲ ਲੱਗ ਰਹੇ ਓ ਬਾਵੇ ਇਹ ਲੋਈ। ਬੀਬੀ ਨਾ ਉੱਥੇ ਜਾਂਦੀਆਂ ਮੱਤ ਦਿੰਦੀਆਂ ਵੀ ਗਾਤਰਾ ਮੱਛਿਆ ਗਿਆ, ਉੱਥੇ ਜਾ ਕੇ ਬਾਬਾ ਆਪ ਰਗੜਦੀਆਂ ਹੁੰਦੀਆਂ ਮੱਥੇ। ਉਹੀ ਤੇ ਗੱਲ ਹੈ। ਫਿਰ ਗਾਤਰਾ ਲਾ ਲਓ। ਹੁਣ ਗੱਲ ਵੇਖੋ ਕੀ ਆ, ਹੁਣ ਇਹੋ ਜਿਹੇ ਕਿਹੜੇ ਬਾਬੇ ਨੇ ਤੁਹਾਨੂੰ ਫੂਕ ਮਾਰ ਕੇ ਜਵਾਗ ਦੇ ਦੇਣਾ, ਜਵਾਕ ਦੇ ਦੇਣਾ ਹੈ? ਹਾਂ ਉੱਥੇ ਪਤਾ ਕੀ ਹੋ ਜਾਂਦਾ ਹੈ? ਹੁਣ ਤੇਰੀ ਮੈਂ ਗੱਲ ਕਰਦਾ ਮੂੰਹ ਚੋਂ ਕੱਢੀ ਕਥਨ ਹਾਂ। ਤੇ ਕਾਰਮੇ ਦੀ ਗੱਲ, ਜੋ ਆਪਾਂ ਯੂਨੀਵਰਸ ਛੱਡਦੇ ਹਾਂ ਵਾਪਸ ਆਉਂਦਾ ਹੈ। ਹਾਂ ਜਿੱਦਣ ਤੁਸੀਂ ਕਿਸੇ ਚੀਜ਼ 'ਤੇ ਵਿਸ਼ਵਾਸ ਕਰ ਲਿਆ, true। ਜਿੱਦਣ ਜਾ ਕੇ ਕਿਤੇ ਮੱਥਾ ਟੇਕਤਾ, ਜਿੱਦਣ ਮੈਂ ਤੇਰੇ ਚਰਨਾਂ 'ਚ ਆ ਕੇ ਬਹਿ ਗਿਆ ਕਿ ਇਹ ਰੌਣੀ ਬਾਬਾ ਜੀ ਮੇਰੇ ਲਈ ਆਹ ਕਰਦੇ, ਮੇਰਾ ਵਿਸ਼ਵਾਸ ਬਣ ਗਿਆ ਤੇਰੇ 'ਚ ਕਿ ਮੈਂ ਹੁਣ ਇੱਥੇ ਆ ਗਿਆ, ਇੱਥੋਂ ਮੈਨੂੰ ਮਿਲੂਗਾ। ਉਹਦੇ ਵਿੱਚ ਉਹ ਬਾਬੇ ਦਾ ਕੁਝ ਨਹੀਂ ਹੈਗਾ, ਸਹੀ ਗੱਲ ਹੈ। ਉਹਦੇ ਵਿੱਚ ਤੁਹਾਡਾ ਤੇ ਤੁਹਾਡੇ ਵਿਸ਼ਵਾਸ ਦਾ ਆ True। ਕਿ ਤੁਸੀਂ ਇੱਕ ਵਿਸ਼ਵਾਸ ਕਰਕੇ ਆਪਣੇ ਮਨ ਨੂੰ। ਪਰ ਕਹਿੰਦਾ ਕੀ ਹੈ ਪ੍ਰਭਜੋਤ, ਹਾਂਜੀ ਪ੍ਰਭਜੋਤ ਓ ਮਾਈ ਗॉड। ਇਹ ਪੀਜੇ ਜਿਹੜੇ ਧਰਮ ਨੇ ਨਾ bro, ਮੈਂ ਜਦੋਂ ਤੁਹਾਨੂੰ ਕਿਹਾ ਕਿ ਕਿਹੜੇ ਗੋਡ ਬਾਰੇ ਗੱਲ ਕਰੀਏ, ਕਿਹੜੇ ਵਾਹਿਗੁਰੂ, ਕਿਹੜੇ ਰੱਬ ਬਾਰੇ ਗੱਲ ਕਰੀਏ, ਹਨਾ, ਜੇ ਲੈ ਕੇ ਚੱਲੀਏ ਜਿਹੜੇ ਸੰਤ ਨੇ ਨਾ, ਸੰਤ, ਜੇ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਕੋਲ ਗੁਣ ਨਹੀਂ ਹੈਗਾ, ਜੇ ਸੰਤ ਸੇਂਟਸ ਧਰਤੀ ਤੇ ਪਰਮਾਤਮਾ ਨੇ ਭੇਜੇ ਸੀਗੇ, ਕਿਹਾ ਸੀਗਾ ਕਿ ਮੇਰਾ ਪ੍ਰਚਾਰ ਕਰੋ, ਲੋਕਾਂ ਨੂੰ ਦੱਸੋ, ਹੈਨਾ, ਪਰ ਅਸੀਂ ਉਹਨਾਂ ਲੋਕਾਂ ਨੂੰ ਹੀ ਭੁੱਜਣ ਦੇ ਪਏ। ਕਦੇ ਨਾ ਮੈਂ ਇਹ ਚੀਜ਼ ਪਰਸਨਲੀ ਅਜਮਾਈ ਹੈ। ਯੂ ਕਲੋਜ਼ ਐਵਰੀ ਡੇ, 6 ਵਜੇ ਉੱਠ ਜਾ, 4 ਵਜੇ ਉੱਠ ਜਾ, 3 ਵਜੇ ਉੱਠ ਜਾ, ਜਿੰਨੇ ਵਜੇ ਮਰਜ਼ੀ ਉੱਠ ਜਾ, ਐਵਰੀ ਡੇ ਤੂੰ ਆਪਣੇ ਆਪ ਨੂੰ ਅੱਧਾ ਘੰਟਾ ਦੇ ਕਿ ਆਮ ਗੋਣਾ ਕਲੋਜ਼ ਮਾਈ ਆਈਜ਼, ਟਰੂ ਮੈਡੀਟੇਸ਼ਨ, ਕਲੋਜ਼ ਮਾਈ ਆਈਜ਼ ਐਂਡ ਆਮ ਨੋਟ ਗੋਣਾ ਥਿੰਕ ਅਬਾਊਟ ਐਨੀਥਿੰਗ। ਜੇ ਤੁਸੀਂ ਉਹ ਅੱਧੇ ਘੰਟੇ ਦੇ ਵਿੱਚ ਇੱਕ ਇਹੋ ਜਿਹੀ ਦੁਨੀਆ 'ਚ ਨਾ ਚਲੇ ਗਏ, ਕਿਹੋ ਜੀ, ਲਾਈਕ ਟੋਟਲੀ ਡਿਫਰੈਂਟ ਬ్రో, ਲਾਈਕ कैसी वो जन्नत, ਉਹ ਇੱਕ ਬੰਦੇ ਨੂੰ ਅਹਿਸਾਸ ਹੋ ਜਾਂਦਾ ਆ, ਵੱਖਰਾ ਜ਼ਰੂਰੀ ਆ ਜਾਂਦਾ, ਵੱਖਰਾ ਸਰੂਰ ਆ ਜਾਂਦਾ ਹੈ ਕਿ ਬੰਦਾ। ਰੋਬੀ ਨੇ ਵੀ ਸਰੂਰ ਪੂਰੇ ਕੀਤੇ ਹੋਏ। ਮੈਂ ਕਿਸੇ ਪੂਰੇ ਜ਼ਰੂਰੀ ਇਹ ਮਾਸਟਰ ਤੇ ਵੀ ਗਾਤਰਾ ਪਾਇਆ ਇੱਥੇ, ਇਹ ਜ਼ਰੂਰ ਤੇ ਆਉਣਾ ਹੀ ਹੈ ਨਾਲ ਕਰਨੀ। ਜਿਹੜੀ ਗੱਲ ਮੈਂ ਕਰਦਾ ਹਾਂ ਕਿ ਜੇ ਤੁਸੀਂ ਉਹ ਬਹਿ ਜਾਓ, ਜਿਹੜੇ ਸੰਤ ਨੇ, ਉਹਨਾਂ ਦੀ ਫੁੱਲ ਟਾਈਮ ਜੌਬ ਆ, ਉਹਨਾਂ ਦੀ ਫੁੱਲ ਟਾਈਮ ਜੌਬ ਕੀ ਹੈ ਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਪੜ੍ਹਨੀ ਹੈ। ਯੈਸ, ਪਰ ਉਹਦੇ ਕਿਉਂਕਿ देयर इज नो ਸਪੈਸੀਫਿਕ ਬੁੱਕ ਇਨ ਆਵਰ ਹਿਸਟਰੀ ਆਫ ਪੰਜਾਬ ਕਿ ਜਿਹਦੇ ਵਿੱਚ ਵਿਆਖਿਆ ਲਿਖੀ ਤੇ ਆਪਾਂ ਨੂੰ ਕਿਹਾ ਗਿਆ ਕਿ ਇਹੀ ਵਿਆਖਿਆ ਤੁਸੀਂ ਮੰਨਣੀ ਹੈ ਜਾਂ ਸੁਣਨੀ ਹੈ। ਹਰੇਕ ਸੰਤ ਆਊਗਾ, ਹਰੇਕ ਨੇ ਆਪਣੀ ਬੁੱਧੀ ਨਾਲ, ਆਪਣੀ ਸੋਚ ਨਾਲ ਉਹਦੀ ਵਿਆਖਿਆ ਕਰਨੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ। ਸਹੀ ਹੈ, ਬਿਕੋਜ਼ देयर इज नो ਸਪੈਸੀਫਿਕ ਬੁੱਕ ਜਿਹੜੀ ਉਹਦੀ ਵਿਆਖਿਆ ਲਈ ਬੁੱਕ ਬਣੀ ਹੈ। ਹੁਣ ਇੰਨੀ ਸਾਡੀ ਨੌਲੇਜ ਹੈ ਨਹੀਂ ਆਮ ਬੰਦੇ ਦੀ ਕਿ ਜਿਹੜੀ ਉਹਦੇ ਵਿੱਚ ਬਾਣੀ ਦੇ ਵਿੱਚ, ਸੰਸਕ੍ਰਿਤ ਦੇ ਵਿੱਚ, ਪੰਜਾਬੀ ਦੇ ਵਿੱਚ, ਗੁਰਮੁਖੀ ਦੇ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਉਹਨਾਂ ਨੂੰ ਆਪਾਂ ਅੰਡਰਸਟੈਂਡ ਕਰ ਸਕੀਏ। ਬਹੁਤ ਜ਼ਿਆਦਾ ਸ਼ੁੱਧ ਉਹ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ। ਹਾਂਜੀ, ਹੁਣ ਜੇ ਉਹ ਲਿਖਿਆ ਹੋਇਆ, ਹੁਣ 100ਵਾਂ ਚੋਂ ਜੇ 5 ਬੰਦਿਆਂ ਨੂੰ ਉਦਾਂ ਦੀ ਉਹ ਭਾਸ਼ਾ ਉਹ ਸਮਝ ਆ ਰਹੀ ਹੈ, ਉਹਨਾਂ ਨੇ 5 ਬੰਦਿਆਂ ਨੇ ਆਪਣੇ ਸਮਝ ਨਾਲ ਵਿਆਖਿਆ ਬਣਾ ਲਈ। ਹਾਂਜੀ, ਹੁਣ ਵਿਆਖਿਆ ਬਣਾ ਲਈ, ਉਹਨਾਂ ਨੇ ਉਹ ਚੀਜ਼ ਦਾ ਪ੍ਰਚਾਰ ਕਰਨਾ ਹੈ। ਸਹੀ ਹੈ। ਹੁਣ ਉਹਨਾਂ ਦੀ ਫੁੱਲ ਟਾਈਮ ਜੌਬ ਕੀ ਹੈ? ਐਵਰੀ ਡੇ ਦੇ ਗੋਣਾ ਗੈਟ ਅਪ, 3 ਵਜੇ ਉੱਠਣਗੇ, 4 ਵਜੇ ਬਾਣੀ ਸ਼ੁਰੂ ਕਰ ਲੈਣੀ ਉਹਨਾਂ ਨੇ ਪੜ੍ਹਨੀ, ਸਿਮਰਨ ਕਰਨਾ ਹੈ, 7 ਵਜੇ ਤੱਕ ਉਹਨਾਂ ਦਾ ਹੁੰਦਾ ਹੈ, ਉਸ ਤੋਂ ਬਾਅਦ ਉਹਨਾਂ ਨੇ ਰੈਸਟ ਕਰਨੀ ਹੈ, ਫਿਰ ਦੁਪਹਿਰੇ ਉੱਠ ਕੇ ਫਿਰ ਉਹਨਾਂ ਦਾ ਹੀ ਕੰਮ, ਫਿਰ ਰੈਸਟ ਕਰਨੀ, ਫਿਰ ਸ਼ਾਮ ਨੂੰ ਫਿਰ ਉਹਨਾਂ ਦਾ। ਹੁਣ ਜਿਹੜਾ ਬੰਦਾ ਹੋਲ ਡੇ ਉਹਦੇ ਕੋਲ ਹੋਰ ਕੰਮ ਨਹੀਂ ਕੋਈ, ਤੇ ਹੋਲ ਡੇ ਹੀ ਇਜ਼ ਆਲ ਡੂਇੰਗ ਰੀਡਿੰਗ ਗੁਰਬਾਣੀ, ਵਿਆਖਿਆ, ਸੋਚ, ਬਾਣੀ, ਵਾਹਿਗੁਰੂ ਜਾਪ ਕਰ ਰਿਹਾ, ਮੈਡੀਟੇਸ਼ਨ ਕਰ ਰਿਹਾ, ਆਬਵੀਅਸਲੀ ਉਹ ਬੰਦਾ ਕਿਸੇ ਨਾ ਕਿਸੇ ਨੈਕਸਟ ਲੈਵਲ ਤੇ ਤਾਂ ਹੋਊਗਾ ਹੀ ਹੋਊਗਾ। ਪਰ ਉਹ ਜਿਹੜੀ ਚੀਜ਼ ਪੀਜੇ ਵੇਖ, ਇੱਕ ਸਿੰਪਲ ਚੀਜ਼ bro, ਜਿਹੜੀ ਚੀਜ਼ ਦੇ ਤੂੰ ਮਗਰ ਲੱਗ ਜਾ ਤੇ ਉਹਨੂੰ ਰੂਟੀਨ ਬਣਾ ਲਾ ਨਾ, ਹਾਂਜੀ, ਉਹ ਚੀਜ਼ ਦੇ ਵਿੱਚ ਤੂੰ ਇੱਕ ਮਹਾਰਥੀ ਬਣੇਗਾ ਹੀ ਬਣੇਗਾ। ਟਰੂ, ਇਟਸ ਵੈਰੀ ਸਿੰਪਲ। ਹੁਣ ਜਿੱਦਾਂ ਤੂੰ ਬਾਡੀ ਬਿਲਡਿੰਗ ਕਰਨਾ, ਹਾਂ, ਯੂ ਡੂ ਮਾਰਨਿੰਗ ਕਾਰਡੀਓ ਟ੍ਰੇਨਿੰਗ, ਇਨ ਦ ਆਫਟਰਨੂਨ, ਈਵਨਿੰਗ ਕਾਰਡੀਓ। ਸਹੀ ਹੈ। ਹੁਣ ਜੇ ਤੈਨੂੰ ਮੇਰੇ ਵਰਗੇ ਬੰਦੇ ਨੇ ਬਾਡੀ ਬਿਲਡਿੰਗ ਦਾ ਪੁੱਛਣਾ ਹੋਵੇ, ਸੋ ਆਬਵੀਅਸਲੀ ਮੈਂ ਤੇਰੇ ਕੋਲ ਆਵਾਂਗਾ। ਸਹੀ ਹੈ। ਹੁਣ ਇੱਕ ਤੂੰ ਹੈ, ਇੱਕ ਤੇ ਫਲਾਣਾ ਸਿੰਘ ਹੋਰ ਬੈਠਾ ਆ, ਉਹ ਵੀ ਇਹੀ ਕੰਮ ਕਰਦਾ ਆ, ਉਹਦੀ ਡੈਫੀਨੇਸ਼ਨ ਕੁਝ ਹੋਰ ਹੋਊਗੀ, ਤੇਰੀ ਡੈਫੀਨੇਸ਼ਨ ਕੁਝ ਹੋਰ ਹੋਊਗੀ।
ਹੁਣ ਮੈਂ ਕੀ ਸਮਝ ਲਿਆ, ਮੈਂ ਕਿਹਾ ਇਹਦੀ ਡੈਫੀਨੇਸ਼ਨ ਜ਼ਿਆਦਾ ਚੰਗੀ ਹੈ, ਲੈਟ ਮੀ ਮੇਕ ਹਿਮ ਮਾਈ ਗੁਰੂ। ਟਰੂ। ਮੈਂ ਆਪਣੀ ਸਮਝ ਕੇ ਜਿੰਨੀ ਕੋ ਮੇਰੇ ਤੋਂ ਮੇਰੀ ਇਹਨੀ ਨੌਲੇਜ ਨਹੀਂ ਹੈਗੀ, ਮੈਂ ਰਿਸਰਚ ਕੀਤੀ ਨਹੀਂ ਹੈਗੀ, ਤੂੰ ਮੈਨੂੰ ਦੱਸਦਾ ਕਿ ਤੂੰ ਬਾਹਰ ਨਹੀਂ ਰਿਸਰਚ ਕਰਨੀ, ਜੋ ਮੈਂ ਬੋਲਦਾ ਉਹੀ ਸਮਝ। ਹਾਂ ਸਹੀ ਹੈ। ਹੁਣ ਬਾਬੇ ਜਿਹੜੇ ਉੱਥੇ ਬੈਠੇ ਹੁੰਦੇ ਆ ਉਹ ਕਹਿੰਦੇ ਸਾਡੇ ਕੋਲ ਆਓ, ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਤੁਹਾਨੂੰ। ਕੀ ਚਾਹੀਦਾ ਕੀ ਚਾਹੀਦਾ ਕੀ ਸਹੀ ਬੱਚਾ ਚਾਹੀਦਾ, ਬੱਚਾ ਜਿੰਨਾ ਉਹ ਬੰਦਾ ਘਰ ਚ ਕਲੇਸ਼ ਆ ਹੁਣੀ ਇਸ਼ਕ ਕਰਕੇ। ਉਹ ਗੱਲ ਨਹੀਂ, ਅੱਜ ਕੱਲ੍ਹ ਹਰ ਘਰ ਕਲੇਸ਼ ਆ। ਮੇਰੇ ਅੱਗੇ ਬਾਬੇ ਬਣ ਜਾਂਦੇ, ਆ ਜਾ ਤੇਰੇ ਘਰ ਆ ਚੱਲ ਰਿਹਾ। ਪਹਿਲਾਂ ਗੈਸਟ ਤੇ ਵੱਜੇ ਹੁੰਦੇ, ਪਹਿਲਾਂ ਹਰ ਗੈਸਟ ਕੋਈ ਦੁਖੀ ਹੈ। ਸਹੀ ਹੈ। ਮੈਂ ਗੱਲ ਕੀ ਕਰ ਰਿਹਾ ਕਿ ਹੁਣ ਜੇ ਤੂੰ ਮੇਰੇ ਕੋਲ ਆਵੇਂ, ਮੈਂ ਕਹਾਂ ਕਿ ਯਾਰ ਪੀਜੇ ਮੈਨੂੰ ਆਹ ਚੀਜ਼ ਚਾਹੀਦੀ, ਤੇ ਤੂੰ ਕਹੇ ਪੀਜੇ ਮੈਨੂੰ ਆਹ ਚੀਜ਼ ਚਾਹੀਦੀ ਹੈ। ਮੈਨੂੰ ਨਾ ਇੱਕ ਤੁਸੀਂ ਨਾ ਮੈਨੂੰ ਗਰਮੀਆਂ ਆਉਣ ਵਾਲੀ, ਮੈਨੂੰ ਓਪਨ ਜੀਪ ਲੈ ਕੇ ਦੋ। ਮੈਂ ਕਹਿੰਦਾ ਜੀਪ ਥੱਲੇ ਲੱਗੀ, ਜੀਪ ਨਾਲੇ ਲੱਗੀ ਆ ਤੈਨੂੰ ਭੈਣ ਟਿਕਟ ਨਾ ਮਿਲਦੀ ਤੈਨੂੰ। ਚਾਹੇ ਕੀ ਗੱਲ ਆਇਆ ਉੱਥੇ? ਕੋਈ ਗੱਲ ਨਹੀਂ ਬ్రో, ਚਾਹੇ ਮਿਲੇ ਚਾਹੇ ਨਾ ਮਿਲੇ, ਉਹਦਾ ਬਾਅਦ ਦੀ ਗੱਲ ਹੈ। ਸਹੀ ਹੈ। 6 ਮਹੀਨੇ ਬਾਅਦ ਮੈਂ ਕਰੂੰਗਾ, ਤੇਰਾ ਸ਼ਨੀ ਫਿਰ ਘੁੰਮ ਘਮਾ ਕੇ ਆ ਗਿਆ ਸੀਗੇ ਵਿੱਚ ਜੇ ਕਰਕੇ। ਹੁਣ ਬਾਬਾ ਜੀ ਦੀ ਕਿਰਪਾ ਨਹੀਂ ਹੋਈ ਹੈ ਕਿ ਐਂ ਕਰ ਤੁਸੀਂ ਗਰਮੀਆਂ ਚ ਹੁਣ ਦੁਆਰ ਤੋਂ ਤੂੰ ਅਖੰਡ ਪਾਠ ਕਰਾ ਤੇ ਆ ਬਾਣੀਆਂ ਦੇ ਪਾਠ ਕਰਾ ਤੇ ਤਾਂ ਭੇਟਾ ਹੀ ਨਹੀਂ ਦੇ 5100 10000 11000 ਭੇਟਾ ਦੇ, ਫਿਰ ਦੁਆਰ ਤੋਂ ਕੰਮ ਬਣੂਗਾ ਤੇਰਾ। ਫਿਰ ਉਹ ਲੋਕ ਪੈਸੇ ਵੀ ਦਿੰਦੇ ਆ। ਵਾਈ ਡਰ ਪਾਦਾ। ਹੁਣ ਜੇ ਤੂੰ ਮੈਨੂੰ ਕਹਿਦਾ ਕਿ ਮੈਨੂੰ ਜੀਪ ਲੈ ਦੇ ਤੇ ਮੈਂ ਕਹੂੰਗਾ ਗੁਲਾਬ ਸਿੰਘ ਜੀਪ ਤਾਂ ਮਿਲੂਗੀ ਜੇ ਭੈਣ ਚੋ ਮੈਨੂੰ ਮੇਰਾ ਆਹ ਕੰਮ ਕਰੇਗਾ। ਤੂੰ ਕਹੇਗਾ ਲੋ ਬਾਬਾ ਜੀ ਕਰਤਾ, ਬਾਬਾ ਜੀ ਤੇ ਬਾਬਾ ਜੀ ਨੇ ਫਿਰ ਕੇ ਬਾਬਾ ਜੀ ਦੇ ਮਨ ਚ ਲਾਲਚ ਆ ਗਿਆ ਕਿ ਸਾਲਾ ਭਗਤੀ ਬੜਾ ਭਗਤ ਨੂੰ ਆਖਿਆ ਵੀ 12000 ਦੀ ਤੁਸੀਂ ਭੈਣ ਚੋ 12051 ਰੁਪਏ ਦੀ ਭਰ ਕੇ ਜਾਓ ਹੈ। ਹੁਣ ਇਹ ਹੁਣ ਤੂੰ ਕਹਿੰਦਾ ਚੱਲ ਠੀਕ ਹੈ ਹੁਣ ਨਹੀਂ ਆਈ, ਬਾਬਾ ਜੀ ਨੇ ਕਿਹਾ ਤੇ ਹੈ ਪਰ ਆਊਗੀ ਸਹੀ। ਹੁਣ 6 ਮਹੀਨਿਆਂ ਦੇ ਕੁਛ ਨਾ ਕੁਛ ਏਦਾਂ ਦਾ ਹੋਊਗਾ ਜਿਹੜਾ ਤੇਰੇ ਵਰਕ ਕਰ ਜੂਗਾ, ਸਹੀ ਗੱਲ, ਤੇਰੇ ਹਿੱਕ ਦੇ ਵਿੱਚ ਭੁਗਤ ਜੂਗਾ। ਵੀ ਗੱਡੀ ਨਾ ਆਊਗੀ ਤਾਂ ਬੇਬੀ ਸਾਈਕਲ ਆ ਜਾਏਗਾ, ਤੂੰ ਕਹੇਗਾ ਹਾਂ ਬਾਬਾ ਜੀ ਨੇ ਪਾਸ ਤਾਂ ਕੀਤਾ ਸੀ, ਸਾਈਕਲ ਉਹਦੀ ਵਜ੍ਹਾ ਦੀ ਆਇਆ। ਸਹੀ ਗੱਲ, ਕਿਉਂਕਿ ਬਲੀਵ ਉੱਥੇ ਬਣ ਗਿਆ ਨਾ, ਤੁਹਾਡਾ ਵਿਸ਼ਵਾਸ ਉੱਥੇ ਬਣਿਆ ਗਿਆ। ਇਹ ਨਹੀਂ ਤੇਰੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਇਹ ਢੋਂਗ ਪਖੰਡ ਲਟਰਮ ਬਟਰਮ ਚੀਜ਼ਾਂ ਚੱਲਦੀਆਂ ਇਹਨਾਂ ਨੂੰ ਨਾ ਮੰਨੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਆਪ ਪਛਾਣ। ਵਾਹ ਜੀ ਵਾਹ, ਵਾਹ ਜੀ, ਓ ਮਾਈ ਗॉड, ਪੀਜੇ ਬਾਬਾ ਬਣ ਗਿਆ। ਵਾਹ ਜੀ ਵਾਹ, ਪੀਜੇ ਭਾਈ ਬਾਬਾ ਜੀ ਜਿਹੜੀ ਤੁਸੀਂ ਕੱਢੀ ਹੈ ਨਾ ਵਿਆਖਿਆ ਕੀਤੀ ਹੈ। ਵਾਕਿਆ ਨਹੀਂ ਕੀਤੀ, ਇਹ ਬਾਣੀ ਦੀ ਇੱਕ ਤੁਕ ਦੱਸੀ ਓਏ ਮੈਨੂੰ ਪਤਾ ਜਿਹੜੀ ਚੇਤੇ ਹੁੰਦੀ ਨਾ ਵੀਰ ਕੱਢ ਦਿੰਦਾ ਹੁੰਦਾ ਉਹ ਮੈਨੂੰ ਇੱਕ ਮਿੰਟ ਅੱਛਾ ਉਹ ਬਈ ਦੁਬਾਰਾ ਰਿਪੀਟ ਕਰੋਗੇ ਥੋੜੀ ਕਿਤੇ ਮੈਚ ਹੋਣੇ ਕਿਹਦੀ ਬਾਤ ਹੋਈ ਹੈ ਸਭ ਸੰਸਾ ਉਹ ਵੀ ਕਰੋ ਫਿਰ। ਮਨ ਤੂੰ ਜੋਤ ਸਰੂਪ ਹੈ, ਵਾਹ ਜੀ ਵਾਹ, ਆਪਣਾ ਆਪ ਜੈ ਸ਼੍ਰੀ ਰਾਮ। ਵਾਹ ਅੱਲਾਹ। ਹੁਣ ਇਹ ਗੱਲ ਵੇਖ ਜੇ ਤੇਰੇ ਤੂੰ ਮਨ ਨੂੰ ਮੰਨਿਆ ਆਪਣੇ ਆਪ ਨੂੰ ਬ్రో, ਮੈਂ ਕਹਿੰਦਾ ਯਾਰ ਹੁਣ ਜੇ ਤੂੰ ਇੱਥੇ ਬੈਠਾ ਆ ਤੂੰ ਕਹੇ ਕਿ ਯਾਰ ਮੈਂ ਇੱਕ ਛਾਲ ਮਾਰਨੀ ਹੈ, ਤੂੰ ਕਹੇ ਕਿ ਰੱਬ ਨੇ ਤਾਂ ਪਹਿਲੇ ਲਿਖਿਆ ਹੋਇਆ ਕਿ ਮੈਂ ਮਰਨਾ ਨਹੀਂ ਹੈਗਾ, ਜੇ ਮੈਂ ਛਾਲ ਵੀ ਮਾਰ ਦੂੰਗਾ ਮੈਂ ਮਰਨਾ ਪੁਰਾਣੀ ਤਰੀਕ ਨੂੰ, ਕਿਉਂਕਿ ਰੱਬ ਨੇ ਤਾਂ ਪਹਿਲੀ ਡੈਸਟੀਨੀ ਲੈ ਕੇ ਭੇਜੀ ਹੋਈ ਹੈ। ਤੇ ਮੈਂ ਕਹਾਂ ਕਿ ਰੋਣੀ ਨਾ ਛਾਲ ਮਾਰੀ ਮਰਨਾ ਹੀ ਤੂੰ, ਮਰਨਾ ਹੀ ਸਾਲਿਆ। ਅੱਛਾ ਹੁਣ ਇਹ ਇੱਕ ਗੱਲ ਸੁਣ, ਤੂੰ ਮਾਰੀ ਛਾਲ ਥੱਲੇ ਗਿਆ ਤੇਰਾ ਪੈ ਗਿਆ ਧੜਾਕਾ। ਹੁਣ ਪਤਾ ਰੋਬੀ ਵਰਗੀ ਨੇ ਕੀ ਕਹਿਣਾ, ਤੇਰੀ ਤਾਂ ਇੰਨੀ ਨੂੰ ਲਿਖੀ ਹੋਏ ਰੋਬੀ ਨੇ ਕਹਿਣਾ ਇਹ ਤਾਂ ਲਿਖੀ ਸੀ ਪਰਮਾਤਮਾ ਨੇ ਲਿਖ ਕੇ ਭੇਜੀ ਸੀ ਇੰਨੀ ਕੁ। ਸਾਲੇ ਮੈਨੂੰ ਹੀ ਕਿ ਮਾਰਨ ਦੇ ਜੀ ਕੰਜਰੋ। ਮੈਂ ਰੋਬੀ ਭਾਵੇਂ ਬੋਲਦਾ ਹੀ ਨਾ, ਮੈਂ ਰੋਬੀ ਨਹੀਂ ਗੱਲ ਕੀ ਕਰ ਰਿਹਾ ਕਿ ਤੂੰ ਮਾਰੀ ਛਾਲ। ਰੋਬੀ ਵਰਗਾ ਕਹੂਗਾ ਕਿ ਇਹ ਪਰਮਾਤਮਾ ਦੇ ਹੁਣ ਅੱਗੇ ਹੱਕੀ ਦਾ ਜ਼ੋਰ ਹੈ, ਲਿਖੀ ਸੀ ਕਿ ਇਹਦੀ ਡਿੱਗੇ ਥੱਲੇ ਛਾਲ ਮਾਰ ਲਈ। ਅੱਛਾ ਜੇ ਬਾਈ ਚਾਂਸ ਬਚ ਗਿਆ ਤੇ ਫਿਰ ਕਹਿਣਾ ਰੋਬੀ ਵਰਗਾ ਪਰਮਾਤਮਾ ਨੇ ਇਹਦੀ ਲਿਖੀ ਨਹੀਂ ਸੀਗੀ, ਹੁਣ ਤਾਂ ਮਰਨਾ ਹੀ ਨਹੀਂ ਨੇ, ਬਚਾ ਲਿਆ। ਉਹ ਬਚਾ ਲਿਆ। ਇਹਦਾ ਮਤਲਬ ਪਤਾ ਕੀ ਹੈ, ਜਿਹੜਾ ਹਿਊਮਨ ਜਿਹੜਾ ਇਨਸਾਨ ਹੈ ਨਾ ਬ్రో, ਫਿਰ ਇਹਦੇ ਬਾਰੇ ਪਤਾ ਕੀ ਹੈ, ਜਾਕੋ ਰੱਖੇ ਸਾਈਆਂ ਵਾਹ ਸਕੇ ਲੱਖ ਹੋਏ ਜੋ ਜਗ ਵੈਲੀ ਹੋਏ। ਹਾਏ ਓਏ ਵਾਹ ਜੀ ਵਾਹ ਹੈ ਇਹ ਬ్రో ਇਹ ਕਿੱਥੋਂ ਸਿੱਖ ਕੇ ਆਏ ਨੇ ਓਏ? ਇਹ ਸਾਲੇ ਪੱਕਾ ਰਾਤੀ ਪਹਿਲਾਂ ਪੜਿਆ ਹੋਣਾ ਵੀ ਪਤਾ ਕੱਲ ਆ ਇਹ ਤਾਂ ਹੁਣ ਇਹ ਦੇਖਾ ਆਪਣੀ ਥਿੰਕਿੰਗ ਵੇ ਗਿਆ। ਮੈਂ ਆਪਾਂ ਗੱਲ ਵੀ ਹਾਸੇ ਦੀ ਵੀ ਗੱਲ ਕਰਦੇ ਆ, ਬਟ ਹਾਊ ਡਮ ਵੀ ਆਰ ਬ్రో। ਅਸੀਂ ਸੰਸਕਾਰ ਤੇ ਬੰਦੇ ਦੇ ਸੰਸਕਾਰ ਤੇ ਖੜੇ ਹੁੰਦੇ ਆ, ਸੰਸਕਾਰ ਦੇ ਜਾ ਕੇ ਅਸੀਂ ਗੱਲ ਕਰਦੇ ਆ ਯਾਰ, ਪਰ ਰੱਬ ਅੱਗੇ ਕਿਹਦਾ ਜ਼ੋਰ? ਜੇ ਰੱਬ ਨੇ ਪਹਿਲਾਂ ਲਿਖ ਕੇ ਭੇਜੀ ਸੀ, ਰੱਬ ਨੇ ਕਿਹਾ ਸੀ ਗੁਲਾਬ ਸਿੰਘ ਤੂੰ ਆਸਟ੍ਰੇਲੀਆ ਜਾਏਗਾ, ਆਸਟ੍ਰੇਲੀਆ ਜਾ ਕੇ ਤੂੰ ਸਾਂਝੇ ਟਾਕਸ ਕਰੇਗਾ, ਫਿਰ ਇੱਕ ਦਿਨ ਤੂੰ ਸਟਾਰ ਬਣੇਗਾ, ਫਿਰ ਤੂੰ ਕਹਿੰਦਾ ਕਿ ਮੈਂ ਸਟਾਰ ਤੇ ਬਣਨਾ ਹੀ ਆ, ਮੈਂ ਆਹ ਸਾਰਾ ਕੁਝ ਕਿਉਂ ਕਰਾਂ? ਕਿਉਂਕਿ ਪਰਮਾਤਮਾ ਨੇ ਪਹਿਲਾਂ ਲਿਖਿਆ ਹੀ ਹੋਇਆ ਸੀਗਾ। ਫਿਰ ਵਾਈ ਡਿਡ ਯੂ ਹੈਵ ਟੂ ਗੋ ਥਰੂ ਆਲ ਦਾ ਪੇਨ? ਅੱਛਾ ਜੇ ਤੂੰ ਕਹਿੰਦਾ ਕਿ ਪਹਿਲਾਂ ਰੱਬ ਨੇ ਤੈਨੂੰ ਦੱਸ ਦਿੱਤਾ ਕਿ ਗੁਲਾਬ ਸਿੰਘ ਤੂੰ ਸਟਾਰ ਬਣਨਾ, ਉਹ ਹੁਣ ਤੂੰ ਕਹਿੰਦਾ ਪਰਮਾਤਮਾ ਨੇ ਤੈਨੂੰ ਦੱਸਤਾ
I'm a fucking star. I'm not doing anything. ਉਹ ਸਹੀ ਹੈ 10 ਸਾਲਾਂ ਬਾਅਦ ਪੀਐਸਸੀ ਵੀ ਸਟਾਰ ਬਣ ਗਿਆ। ਸਹੀ ਹੈ। ਫਿਰ ਪੀਐਸਸੀ ਉੱਥੇ ਗਿਆ, ਫਿਰ ਕਹਿੰਦਾ ਤੂੰ ਨਹੀਂ ਬਣਿਆ ਸਟਾਰ। ਯਾਰ ਮੈਂ ਤਾਂ ਰੱਬ ਦੀ ਮੈਂ ਵੇਟ ਕਰਦਾ, ਹਲੇ ਵੀ ਵੇਟ ਕਰਦਾ ਮੈਂ ਤਾਂ ਗੁੱਡ ਚਾਂਸ ਦੀ ਵੇਟ ਕਰਦਾ। ਮੈਂ ਗੁੱਡ ਚਾਂਸ ਦੀ ਵੇਟ ਕਰਦਾ। ਇਹ ਤਾਂ ਜੇ ਰੱਬ ਨੇ ਕਿਹਾ ਵੀ ਤੈਨੂੰ ਕੰਜਰਾ ਸੂਰਤ ਸ਼ਕਲ ਦਿੱਤੀ ਹੋਈ ਆ, ਜਿਹੜਾ ਮੇਨ ਕੰਮ ਕਰਕੇ ਮੈਂ ਤੈਨੂੰ ਭੇਜਦਾ, ਬਾਕੀ ਤਾਂ ਤੂੰ ਆਪ ਕਰ। ਗੁਲਾਬ ਸਿੰਘ ਸੂਰਤਾਂ ਵੀ ਛੱਡ ਅੱਜ ਕੱਲ ਦੇ ਟਾਈਮ ਦੇ ਵਿੱਚ ਯਾਰ, ਪਲਾਸਟਿਕ ਸਰਜਰੀਆਂ ਆ ਗਈਆਂ, ਭੈਣ ਜੋ ਢਿੱਡ ਅੰਦਰ ਵੜ ਜਾਂਦੇ ਆ, ਇਹੋ ਜਿਹੀ ਸਰਜਰੀਆਂ ਕਿਹੜੇ ਲਿਪੋਸਕਸ਼ਨ ਭੈਣ ਚੋ। ਆ ਗੱਲ ਸੁਣ ਮੇਰੀ, ਮੈਂ ਨਾ ਇੱਕ ਕੁੜੀ ਸੀਗੀ ਭੈਣ ਬ్రో, ਸਾਡੀ ਸਕਿਨੀ ਜੀ ਸੀਗੀ, ਠੀਕ ਹੈ ਭੈਣ ਜੋ ਪਤਾ ਨਹੀਂ ਕੀ ਹੋਇਆ, ਸਾਡੀ 3-4 ਮਹੀਨੇ ਗਾਇਬ ਹੋ ਗਈ, 3-4 ਮਹੀਨੇ ਬਾਅਦ ਆਈ ਭੈਣ ਜੋ ਐਡੀ ਵੱਡੀ ਬੋਡੀ। ਫੱਕ ਮੈਨ, ਮੈਂ ਭੈਣ ਜੋ ਹੈਰਾਨ ਵੀ ਸਾਲਾ ਕਿੱਥੇ ਐਕਸਰਸਾਈਜ਼ ਆਉਂਦੀ ਨਹੀਂ। ਹੁਣ ਮੈਂ ਤੈਨੂੰ ਇਹ ਗੱਲ ਤੇਰੀ ਮੈਂ ਲੈ ਕੇ ਜਾਂਦਾ ਹਾਰਡ ਵਰਕਿੰਗ, ਇਹ ਤੂੰ ਮਿਹਨਤ ਦੀ ਗੱਲ ਕਰਦਾ ਸੀਗਾ ਬ్రో। ਅੱਜ ਕੱਲ ਸਾਡਾ ਟਾਈਮ ਇਹੋ ਜਿਹਾ ਆ ਗਿਆ ਬ్రో, ਜਿਹਦੇ ਕੋਲ ਪੈਸਾ ਉਹ ਸਾਲਾ ਹਾਰਡ ਵਰਕਿੰਗ ਵੀ ਨਾ ਹੋਵੇ, ਆਪਣੇ ਨਾਲ ਸੋਹਣਾ ਸਰੀਰ ਬਣਾ ਕੇ ਬੈਠਾ ਹੋਊਗਾ। ਸਹੀ ਗੱਲ ਬ్రో, ਮੈਂ ਉਹੀ ਦੱਸ ਭੈਣ ਮੈਂ 3-4 ਮਹੀਨੇ ਮੈਂ ਗਿਆ ਸਾਲਾ ਹੁਣ ਕਿੱਥੇ ਭੈਣ ਚੋ ਇਹੀ ਦੀ ਐਕਸਰਸਾਈਜ਼ ਕਰਦੀ ਰਹੀ ਬ్రో, ਭੈਣ ਚੋ ਚਿੱਤੜ ਗੋਲ। ਹੁਣ ਹੋਰ ਗੱਲ ਸੁਣ, ਉਹਨੇ ਤੇਰਾ ਬੌਸ ਜਿਹੜਾ ਪੁਰਾਣਾ ਬੌਸ ਸੀਗਾ ਹਾਂ ਐਡਾ ਢਿੱਡ ਕੱਢਿਆ ਸੀ, ਬੰਦੇ ਕੋਲ ਪੈਸੇ ਸੀ ਨਾ। ਹਾਂ ਸਹੀ ਗੱਲ, ਕੀ ਕੀਤਾ ਕਹਿੰਦਾ ਮੈਂ ਲਿਪੋਸਕਸ਼ਨ ਸ਼ੂਸ਼ਨ ਕਰਾ ਕੇ ਐਬਸ ਉਬਸ ਕਢਾ ਕੇ ਉਹਦਾ ਕੁੜੀਆਂ ਮੇਰੇ ਵਰਗਾ ਡਾਈਟਿੰਗ ਕਰਦਾ ਮਰ ਜਾਂਦਾ, ਰੋਬੀ ਵਰਗਾ ਮਰ ਜਾਂਦਾ। ਇਹੋ ਜਿਹੀ ਸਾਰੇ ਭੈਣ ਮਹੀਨੇ 'ਚ 15 ਦਿਨਾਂ ਸਰੀਰ ਬਣਾ ਕੇ ਆ ਜਾਂਦੇ ਨੇ। ਪਰ ਬ్రో ਉਹ ਇੱਕ ਸੁਣ ਮੇਰੀ ਗੱਲ, ਹੁਣ ਮੈਂ ਤੈਨੂੰ ਇਹਦੀ ਵੀ ਐਗਜ਼ਾਮਪਲ ਦੇ ਬ్రో, ਚੀਜ਼ ਐ ਕਰਕੇ ਹੱਥ 'ਚ ਫੜਾਉਣੀ ਨਾ, ਉਹ ਫੜ ਲੈਣੀ ਤੇ ਉਹੀ ਚੀਜ਼ ਧੱਕੇ ਖਾ ਕੇ ਲੈਣੀ, ਉਹਦੀ ਸਾਰੀ ਵੈਲਿਊ ਜ਼ਿਆਦੀ ਹੈ। ਸੁਣਿਆ ਆਪਾਂ ਧੱਕੇ, ਤੂੰ ਮੈਂ ਧੱਕੇ ਖਾ ਲੇ, ਲੋਕਾਂ ਦੇ ਹੱਥ ਵੀ ਜੋੜੇ ਭੈਣ ਚੋਦੋ ਪੈਸੇ ਵਾਲੇ, ਕੋਈ ਲਾਓ ਸਾਡੇ ਤੇ ਪੈਸੇ ਕਿ ਸਾਹੀ ਮਿਹਨਤੀ ਬੰਦੇ ਆ, ਲੋਕ ਕਹਿੰਦੇ ਬੁੰਡ ਮਰਾਓ ਖੜ ਕੇ। ਕਿੰਨੇ ਪੈਸੇ 10 ਕੀ? ਨਹੀਂ ਮੈਂ ਇੱਥੇ ਤਾਂ ਰੋਬੀ ਫੱਕਿੰਗ ਰੋਬੀ ਸਾਡਾ ਮੇਨ ਅਕਾਊਂਟੈਂਟ ਬੰਦਾ ਹੈ। ਰੋਬੀ ਚੁੱਪ ਕਰਕੇ ਨਹੀਂ ਰੋਬੀ ਇਹਦਾ ਮੈਨੂੰ ਸੁਣ ਮੇਰੀ ਗੱਲ ਕੀ ਆ ਰਿਹਾ ਬ్రో, ਮੈਂ ਤੇਰਾ ਮੈਸੇਜ ਪਤਾ ਕਿੱਥੇ ਪਹੁੰਚਾਉਣਾ? ਹਾਂ ਉਹ ਜਿਹੜਾ ਰੇਡੀਓ ਵਾਲਾ ਨਾ, ਜਿਹੜਾ ਕਹਿੰਦਾ ਵੀ ਮੈਂ ਸਿੱਧੂ ਦੀ 5% ਉੱਤੇ ਦੇ ਕੇ ਤੇ ਪੈੜੀ ਤੇ ਇਹ ਉਹ ਕੂਸੇ ਕੋਲ ਕਿੱਥੇ ਜਾਣੀ, ਉਹ ਜੇ ਪਹਿਲਾਂ ਜੀ ਪਹੁੰਚੀ ਤਾਂ ਉਹਨੂੰ ਲਾਲ ਤਾਂ ਪਾ ਕੇ ਜੁੱਤੀਆਂ ਮਾਰ ਕੇ ਉਹਨੂੰ ਪਹੁੰਚੀ ਉਹਨੂੰ ਕਿਸੇ ਨੇ ਇੰਸਟਾ ਤੇ ਟੈਗ ਵੀ ਕੀਤਾ ਹੈ। ਗੱਲ ਉਹੀ ਹੈ ਕਿ ਜੇ ਉਹਨੂੰ ਨਹੀਂ ਸ਼ਰਮ ਆਈ ਤਾਂ ਹੁਣ ਕੀ ਸ਼ਰਮ ਆਉਣੀ ਹੈ। ਬਟ ਕਹਿਣ ਦੀ ਗੱਲ ਮੈਂ ਤਾਂ ਹੀ ਤੈਨੂੰ ਕਹਿਣਾ ਹੁੰਦਾ ਵੀ ਬ్రో ਗੱਲ ਸੁਣ ਮੇਰੀ, ਜਿੱਦਾਂ ਤੈਨੂੰ ਪਤਾ men and women they say there's woman power। ਜਨਾਨੀ ਤੁਹਾਡੇ ਹੱਕਦਾਰ ਆ ਬੰਦੇ ਵਾਂਗੂ ਖੜਨ ਦੀ। ਟਰੂ ਯੈਸ অর ਨੋ? ਹੈਗੀ ਹੈ ਨਾ ਹੱਕਦਾਰ ਆ, ਯੈਸ ਹੈਗੀ ਹੈ ਨਾ, ਹੈਗੀ ਨਾਲ ਇਹ ਵੀ ਕਹਿੰਦੇ ਨੇ ਵੂਮਨ ਪਾਵਰ। ਫਿਰ ਜਿਹੜੀ ਵੂਮਨ ਪਾਵਰ ਇਹ ਕਿਉਂ ਕਹਿੰਦੀ ਹੈ ਵੀ ਮੈਨੂੰ ਵੈਲ ਸੈਟਲ ਬੰਦਾ ਚਾਹੀਦਾ, ਵੀ ਮੈਨੂੰ ਹੱਥ ਨਾ ਲਾਉਣਾ ਪਵੇ, ਮੈਨੂੰ ਕੰਮ ਨਾ ਕਰਨਾ ਹੋਵੇ। ਇਹ ਤਾਂ ਮੁੰਡੇ ਨਹੀਂ ਕਹਿ ਸਕਦੇ ਵੀ ਯਾਰ ਨਹੀਂ ਯਾਰ ਚਾਹੀਦਾ ਵੀ ਹੈ। ਇਹ ਤਾਂ ਮੁੰਡੇ ਨਹੀਂ ਕਹਿ ਸਕਦੇ ਵੀ ਮੈਨੂੰ ਤਾਂ ਵੈਲ ਸੈਟਲ ਵੂਮਨ ਚਾਹੀਦੀ ਹੈ ਜਿਹੜਾ ਭੈਣ ਚੋਂ ਮੈਨੂੰ ਧੱਕਾ ਨਾ ਤੋੜਨਾ ਪਵੇ। ਆਪਾਂ ਤਾਂ ਇੱਕ ਠੋਕ ਕੇ ਕਿਹਾ ਕਿ ਭਾਈ ਸਾਨੂੰ ਤਾਂ ਜਨਾਨੀ ਏਦਾਂ ਚਾਹੀਦੀ ਹੈ ਜਿਹੜੇ ਪੈਸੇ ਹੋਣ। ਯਾਰ ਬਹੁਤ ਬੇਸ਼ਰਮ ਤੂੰ। ਉਹ ਸੁਣ ਮੇਰੀ ਗੱਲ, ਇੱਕ ਸਿੰਪਲ ਜੀ ਗੱਲ, ਆਪਾਂ ਬੜੇ ਆਪਸ ਚ ਬੜੀ ਵਾਰ ਗੱਲ ਕੀਤੀ ਯਾਰ। ਹੁਣ ਸ਼ੂਗਰ ਡੈਡੀ ਨੇ ਸਾਲੇ ਪੈਸੇ ਚੱਕੀ ਫਿਰਦੇ ਨੇ ਇੰਨਾ। ਸੱਚੇ ਦਾ ਮਤਲਬ ਕੀ ਹੁੰਦਾ ਬ్రో? ਜਿਨ੍ਹਾਂ ਕੋਲ ਜ਼ਿਆਦਾ ਖੰਡ ਹੁੰਦੀ ਹੈ, ਜਿਨ੍ਹਾਂ ਕੋਲ ਜ਼ਿਆਦਾ ਸ਼ੱਕਰ ਹੁੰਦੀ ਹੈ ਨਾ, ਉਹਨੂੰ ਸ਼ੂਗਰ ਡੈਡੀ ਕਹਿੰਦੇ ਨੇ। ਉਹਨਾਂ ਆਪਣੇ ਗੰਨੇ ਗੁੰਨੇ ਲਾਏ ਹੁੰਦੇ ਉਹਨਾਂ ਨੇ ਭੈਣ ਦੇ ਯਾਰ, ਉੱਥੇ ਸ਼ੂਗਰ ਬਣਾਈ ਜਾਂਦੇ। ਹੁਣ ਗੱਲ ਕੀ ਹੈ ਬ్రో, ਜਿਹਦੇ ਕੋਲ ਪੈਸਾ ਨਾ, ਅੱਜ ਕੱਲ ਤੇ ਪੈਸਾ ਵੇਖ ਤਮਾਸ਼ਾ ਵੇਖ, ਗੱਲ ਤਾਂ ਆ ਹੈ ਅੱਜ ਕੱਲ। ਹੁਣ ਇਹੋ ਜਿਹੀਆਂ ਚੀਜ਼ਾਂ ਆ ਗਈਆਂ ਮਾਰਕੀਟ ਦੇ ਵਿੱਚ, ਸਾਰੇ ਕੁੜੀ ਆ ਗਏ ਗੰਦੇ ਬੰਦੇ, ਸੋਹਣੀ ਰੰਗ ਚੱਕੀ ਫਿਰਦੇ ਆ, ਸੜੀਆਂ ਜਨਾਨੀਆਂ ਸੋਹਣੇ ਬੰਦੇ ਚੱਕੀ ਫਿਰਦੇ ਆ। ਪੈਸੇ ਦੀ ਗੱਲ ਹੈ ਬ్రో। ਸਹੀ ਗੱਲ ਮੈਂ ਬ్రో ਤੇ ਜਿੱਦਾਂ ਲਾਸਟ ਆਪਾਂ ਸੈਡ ਕਿਲਡਾ ਬੈਠੇ ਸੀਗੇ ਜਦੋਂ ਆਹੋ ਦਾਰੂ ਪੀਂਦੇ ਹੀ। ਹਾਂ ਤੇ ਮੁੰਡਾ ਭੈਣ ਸ਼ੋਕਰਾ ਸਾਲਾ 17-18 ਸਾਲਾਂ ਦਾ। ਹਾਂ ਤੇ ਜਨਾਨੀ ਭੈਣ ਚ ਕੋਈ ਘੱਟੋ ਘੱਟ 50 ਸਾਲ ਦੀ ਹੋਣੀ, ਬੁੱਢੀ। ਸਹੀ ਹੈ। ਔਰ ਗੱਲ ਤੇ ਸਾਲੇ ਜਾਣ ਲੱਗੇ ਜਦੋਂ ਵੇਖਿਆ ਭੈਣ ਚ 2 ਡੋਰ ਭੈਣ ਚ ਬੈਂਟਲੀ ਕੁੜੀ ਹੈ ਵੀ ਖੜੀ ਬੁੱਢੀ ਦੀ। ਹਾਂ ਉਹ ਗੱਲ ਤਾਂ ਜੇ ਪੈਸਾ ਉਹਦੇ ਕੋਲ ਤੇ ਸਾਲਾ ਯੰਗ ਮੁੰਡਾ ਲਈ ਫਿਰਨੀ ਨਾਲ ਬ్రో। ਗੱਲ ਹੀ ਆਪਾਂ ਤਾਂ ਇੰਨੀ ਗੱਲ ਸੋਚਦੇ ਹੀ ਨਹੀਂ ਹੈਗੇ। ਆਪਾਂ ਇੰਨੀ ਗੱਲ ਸੋਚਦੇ ਨਹੀਂ ਕਿ ਸਾਲਾ ਇਹੋ ਜਿਹੀ ਵੀ ਕੁੰਡੀਆਂ ਹੈਗੀਆਂ ਬਾਹਰ, ਜਿਹੜੀਆਂ ਜਨਾਨੀਆਂ ਕਹਿੰਦੀਆਂ ਜੀ ਸਾਨੂੰ ਬੰਦਾ ਚਾਹੀਦਾ ਟੋਏ ਬੋਏ। ਨਹੀਂ ਬ్రో ਇਹ ਤਾਂ ਵੇਖ, ਇਹ ਤਾਂ
ਇਹਦੇ ਇਹ ਜਿਹੀ ਚੀਜ਼ਾਂ ਤੇ ਆਪਣੇ ਨਾਲ ਹੋਈਆਂ, ਤੈਨੂੰ ਵੀ ਪਤਾ। ਮੈਂ ਗੱਲ ਹੀ ਉਹ ਕਰਦਾ ਹੁਣ ਤਾਂ ਜਨਾਨੀਆਂ ਕੀ ਕੁਛ ਜਨਾਨੀਆਂ ਦੀਆਂ ਵੀ ਤੂੰ ਬੰਦਿਆ ਕੰਮ ਹੁਣ ਕਰ ਨਹੀਂ ਕਰ, ਸਹੀ ਗੱਲ ਹੈ। ਹੁਣ ਇੱਕ ਗੱਲ ਮੈਂ ਤੈਨੂੰ ਸਿੰਪਲ ਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀ ਕਰਦਾ ਬ్రో, ਕਿ ਅੱਜ ਕੱਲ ਟਾਈਮ ਇਹ ਹੈ ਕਿ ਜਿਹਦੇ ਕੋਲ ਪੈਸਾ ਉਹ ਰੱਬ, ਜਿਹਦੇ ਕੋਲ ਪੈਸਾ ਉਹ ਰੱਬ। ਸਾਡੇ ਵਰਗੇ ਜਿਹੜੇ ਮੂਰਖ ਸਟਰੀਟਾਂ 'ਤੇ ਬਹਿ ਕੇ ਸੋਚਦੇ ਆ ਨਾ, ਵਿਸ਼ਵਾਸ ਕਰਕੇ ਸੋਚਦੇ ਆ ਕਿ ਸੱਚੇ ਪਾਤਸ਼ਾਹ ਕੀ। ਹੁਣ ਜੇ ਕਰੋਨਾ ਚੱਲਦਾ ਪਿਆ ਯਾਰ, ਰੱਬ ਨੇ ਕੀ ਲਿਖਿਆ ਸੀ ਕਿ 21-22 ਤੁਹਾਡੀ ਬੁੰਡ ਪੱਟਣੀ ਸਭ ਦੀ, ਲੋਕਾਂ ਨੇ ਪਾੜ ਨਹੀਂ ਪਾੜ ਰਹੀ ਹੋਣੀ। ਸਹੀ ਹੈ। ਨਾਲੇ ਜੇ ਇਹੀ ਸੀਗਾ ਤੇ ਰੱਬ ਨੂੰ ਜੇ ਪਤਾ ਸੀ ਰੱਬ ਨੇ ਆਪਣੇ ਬੱਚਿਆਂ ਨੂੰ ਕਿਉਂ ਇੰਨਾ ਹਾਰਡ ਟਾਈਮ ਦੇਣਾ ਸੀਗਾ, ਐਸੇ ਜਵਾਕ ਆ ਉਹਦੇ, ਇੰਨਾ ਕਿਉਂ ਹਾਰਡ ਟਾਈਮ ਦੇਣਾ ਸੀ, ਐਸੇ ਜਵਾਕ ਆ ਉਹਦੇ, ਸਾਨੂੰ ਕਿਉਂ। ਪਰ ਗੱਲ ਇਹ ਹੈ ਕਿ ਜੇ ਤੁਸੀਂ ਸੋਚੋ, ਆਫ ਕੋਰਸ ਯੂ ਨੋ ਇਟਸ ਯੂਰ ਬਿਲੀਫ, ਤੁਸੀਂ ਸੋਚਦੇ ਹੋ ਕਿ ਸਾਡਾ ਰੱਬ ਹੈ, ਰੱਬ ਨੇ ਸਾਡੇ ਲਈ ਕਰਨਾ, ਨੋ ਪ੍ਰੋਬਲਮ। ਇੱਕ ਵਿਸ਼ਵਾਸ ਕਰਕੇ ਕਿਸੇ ਤੇ ਬਹਿਣਾ ਬੜੀ ਵੱਡੀ ਗੱਲ ਹੈ। ਸਹੀ ਹੈ। ਪਰ ਉਹੀ ਵਿਸ਼ਵਾਸ ਤੁਸੀਂ ਆਪਣੇ ਆਪ ਤੇ ਹੀ ਕਰ ਲਓ। ਤੁਸੀਂ ਕਹਿ ਲਓ ਕਿ ਯਾਰ ਮੈਂ ਹੁਣ ਮੋਟਾ ਹੋ ਗਿਆ, ਯਾਰ ਮੈਂ ਹੁਣ ਆਪਣੇ ਆਪ ਨੂੰ ਸ਼ੇਪ 'ਚ ਲੈ ਕੇ ਆਉਣਾ ਆ। ਜੇ ਮੇਰੇ ਕੋਲ 4 ਪੈਸੇ ਹੈਗੇ ਆ ਤੇ ਮੈਂ ਹੁਣ ਆਹ ਬਿਜ਼ਨਸ ਖੜਾ ਕਰਨਾ ਆ। ਜੇ ਪੈਸੇ ਨਹੀਂ ਹੈਗੇ ਤੇ ਡੂ ਸਮਥਿੰਗ। ਬਟ ਕਹਿਣਾ ਕੀ ਹੈ, ਜੇ ਕਿਸੇ ਹੋਰ ਤੇ ਵਿਸ਼ਵਾਸ ਕਰ ਸਕਦੇ ਹੋ, why don't you do it on yourself? Yes, true. ਇਹ ਤੁਹਾਡੇ ਦਿਮਾਗ ਅੰਦਰ ਦੇ ਮਨ ਨੇ ਕਹਿਣਾ ਆ, ਮਨ ਜਿੱਤੇ ਜਗਜੀਤ, ਜੇ ਜਿੱਤ ਗਿਆ ਮਨ ਜਿੱਤ ਲਿਆ ਬ్రో। ਵਾਹਿਗੁਰੂ। ਅੱਛਾ ਜੀ, ਮਨ ਜੀ ਮਾਤਾ ਦੀ ਇਹ ਭੈਣ ਚ ਜਿਹੜੀਆਂ ਇਹ ਗੱਲਾਂ ਕੱਲ ਪਰਸੋਂ ਮੈਨੂੰ ਕਹਿਣ ਦੇ ਨਾ, ਉਹੀ ਗੱਲਾਂ ਰਿਪੀਟ ਕਰਨੇ, ਮਨ ਜੀਤੇ ਜਗ ਜੀਤੇ। ਅੱਛਾ, ਮੈਂ ਹੋਰ ਵੀ ਕੋਈ ਬੜਾ ਕੁਝ ਪਿਆ, ਤੂੰ ਮੈਨੂੰ ਹੋਰ ਪਰ ਉਸਨੇ ਵੇਖ ਲਾ, ਅਜੇ ਹੋਰ ਵੀ ਬੜਾ ਕੁਝ ਪਿਆ। ਹੋਰ ਕੀ ਕਹਿ ਰਹੀ, ਤੂੰ ਟੈਨਸ਼ਨ ਨਹੀਂ ਲੈਣੀ, ਬੋਲ। ਨਹੀਂ, ਮੈਂ ਗੱਲ ਇਹ ਕਹਿਣਾ ਕਿ ਮੈਂ ਗੱਲ ਇਹ ਕਰਨਾ ਬ్రో ਕਿ ਜੇ ਆਪਣੇ ਮਨ ਨੂੰ ਜਿੱਤ ਲੈਣਾ, ਮੈਂ ਇਹ ਤੈਨੂੰ ਪਹਿਲਾਂ ਵੀ ਗੱਲ ਕਹੀ ਸੀ ਗੁਲਾਬ ਸਿਆਂ, ਕਿ ਆਪਾਂ ਨਹੀਂ ਕਿਸੇ ਦੀ ਪਰਵਾਹ ਕਰਨੀ। ਆਪਣਾ ਇੱਕ ਗੱਲ ਆ ਕਿ ਸਾਡੇ ਮਨ 'ਚ ਇਹੀ ਤਾਣ ਲਿਆ ਹੈ, ਇਹ ਸੋਚ ਲਿਆ ਕਿ ਵੀ ਵਾਂਟ ਟੂ ਡੂ ਦਿਸ। ਇਟਸ ਟਰੂ ਐਂਡ ਇਟ ਵਰਕਸ। ਮੈਂ ਨਾਲੇ ਫੇਰ ਵੀ ਇੱਕ ਹੀ ਬ్రో ਸਾਰਿਆਂ ਨੂੰ ਧੰਨਵਾਦ ਕਰਦਾ ਕਿ ਜਿਹੜੇ ਵੀਰ ਭਰਾ ਸੁਣਦੇ ਹੋ ਨਾ, ਥੈਂਕ ਯੂ ਸੋ ਮਚ। ਸਾਲਾ ਇੰਨਾ ਭੈਣ ਚੋਂ ਹਿੱਟ ਚੱਲ ਰਿਹਾ ਨਾ ਕੰਮ, ਇੰਨਾ ਹਿੱਟ ਚੱਲ ਰਿਹਾ ਨਾ ਕੰਮ ਕਿ ਸਾਲਾ ਇੰਨਾ ਮੈਸੇਜ ਪਿਆ ਹੁੰਦਾ ਰਿਸਟ੍ਰਿਕਸ਼ਨ ਦੇ ਵਿੱਚ। ਰੀਅਲੀ ਸੌਰੀ, ਕਿਉਂਕਿ obviously ਸਾਰੇ ਜਿਹੜੇ ਬਿਜ਼ੀ ਹੁੰਦੇ ਆ ਸਾਡੇ ਥੈਂਕ ਯੂ ਸੋ ਮਚ। ਉਹ ਮੈਸੇਜ ਆਇਆ ਸੀਗਾ ਇੱਕ, ਉਹ ਜਿਹਨੇ ਡਿਲੀਟ ਕਰਤਾ ਬਾਅਦ ਚੋਂ, ਤੈਨੂੰ ਆਪਾਂ ਰਿਪਲਾਈ ਕੀਤਾ ਸੀਗਾ, ਤੂੰ ਕੀਤਾ ਸੀਗਾ, ਕਿ ਉਹ ਕਹਿੰਦਾ ਤੁਸੀਂ ਕਿਉਂ ਆਪਣੇ ਟਾਈਮ 'ਚ ਕੀਮਤੀ ਟਾਈਮ ਕੱਢ ਕੇ ਬਹਿੰਦੇ ਆ, ਇਹ ਕਰਦੇ ਆ ਤੁਸੀਂ, ਹੈ ਰੱਬ ਨੇ ਲਿਖਿਆ ਹੋਇਆ। ਉੱਥੋਂ ਹੀ ਸੋਚਿਆ ਕਿ ਹਾਂ ਰੱਬ ਫਿਰ ਹੈ ਕੀ, ਜੇ ਅਸੀਂ ਅੱਜ ਫਿਰ ਉਹਨੇ ਇੱਕ ਹੋਰ ਵੀ ਗੱਲ ਕੀਤੀ ਵੀ ਮੇਰੇ ਮਰਨ ਤੋਂ ਕੀ ਕਹਿੰਦਾ ਸੀ, ਉਹ ਕਹਿੰਦਾ ਪਤਾ ਨਹੀਂ ਉਹਨੇ ਵੀ I start a new life, ਉਹ ਕਹਿੰਦਾ something ਅਸਲੀ ਸਫ਼ਰ ਤੇ ਮਰਨ ਤੋਂ ਬਾਅਦ ਸ਼ੁਰੂ ਹੋਣਾ ਹੈ। ਮੈਂ ਕਿਹਾ ਪਰ ਤੂੰ ਐ ਕਰ ਮਿੱਤਰ, ਮਰ ਜਾ, ਤੂੰ ਮਰ ਕੇ ਸ਼ੁਰੂ ਕਰ, ਸਾਨੂੰ ਕਰ ਲੈਂਦੇ ਸ਼ੁਰੂ ਹੁਣ ਕਰ ਲੈਂਦੇ। ਠੀਕ ਹੈ, ਪਰ ਗੱਲ ਇਹ ਹੈ ਫਿਰ ਉਹ ਗੱਲ ਫਿਰ ਉਹ ਘੁਮਾ ਕੇ ਫਿਰ ਕਹਿੰਦਾ ਵੀ ਮੈਂ ਤੁਹਾਨੂੰ ਗੱਲ ਏਦਾਂ ਨਹੀਂ ਸੀ ਕੀਤੀ, ਮੈਂ ਤੁਸੀਂ ਗਲਤ ਲੈ ਗਏ ਹੋ ਭਾਜੀ। ਪਰ ਬੰਦਾ ਪੁੱਛੇ ਵੀ ਜੇ ਮੈਂ ਤੂੰ ਸੋਚ ਲੈਂਦਾ ਵੀ ਦੂਜੇ ਬੰਦਿਆਂ ਨੂੰ ਇਹ ਤੁਹਾਨੂੰ ਇਹਨੇ ਰਿਪਲਾਈ ਨਹੀਂ ਕਰਨਾ ਹੈ, ਤੇ ਫਿਰ ਤੈਨੂੰ ਪਤਾ ਨਹੀਂ ਲੱਗਣਾ ਵੀ ਮਿੱਤਰਾ ਤੂੰ ਤਾਂ ਇੱਧਰ ਬੀਬੀ ਨਹੀਂ ਕੋਈ ਜਾਣ ਦਿੰਦਾ, ਤੂੰ ਤੇ ਵੇਖ ਕੋਈ ਕਹਿ ਨਹੀਂ। ਦੇਖੋ ਹਰੇਕ ਬੰਦਾ ਸੋਚ ਸਕਦਾ ਹੈ ਕੁਛ ਨਾ ਕੁਛ, ਸੋਚੋ। ਪਰ ਗੱਲ ਕੀ ਹੈ ਕਿ ਇੱਥੇ ਅਸੀਂ ਬਹਿ ਕੇ ਜੇ ਤੁਹਾਡੇ ਨਾਲ ਗੱਲ ਕਰਦੇ ਆ, ਅਸੀਂ ਆਪਣੇ ਚੈਨਲ ਤੇ ਬਹਿ ਕੇ ਤੁਹਾਡੇ ਨਾਲ ਗੱਲ ਕਰਦੇ ਆ, ਅਸੀਂ ਸੋਚਦੇ ਆ ਇਹ ਕਦੇ ਅਸੀਂ ਦੋਨੇ ਵੀਰ ਬਹਿ ਕੇ ਅਸੀਂ ਉਂਝ ਬਹਿ ਜੀ ਤੇ ਕੋਈ ਨਾ ਕੋਈ ਗੱਲ ਕਰਦੇ ਰਹਿੰਦੇ ਆ, ਕਿ ਯਾਰ ਬੋਲਦੇ ਰਹਿੰਦੇ ਇੱਕ ਦੂਜੇ ਨਾਲ ਕਿ ਯਾਰ ਕਿੱਦਾਂ ਅਸੀਂ ਆਪਣੇ ਯੰਗਸਟਰ ਬੰਦਿਆਂ ਮੁੰਡਿਆਂ ਨੂੰ ਖਾਸ ਕਰਕੇ, ਕਿਉਂਕਿ ਇੱਕ ਜਾਂ ਜਨਾਨੀ ਹੁੰਦੀ ਹੈ ਜਾਂ ਬੰਦਾ। ਜਨਾਨੀਆਂ ਤੇ ਸਾਨੂੰ ਪਹਿਲਾਂ ਹੀ ਕੁੜੀਆਂ ਵੀ ਪਸੰਦ ਨਹੀਂ ਕਰਦੇ, ਗਾਲਾਂ ਕੱਢਦੇ ਦਿਸ ਐਂਡ ਦੈਟ। ਮੁੰਡੇ ਸਾਡੇ ਹੈਗੇ ਆ ਜਿਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਆਪਾਂ ਆਪਣੀ ਸੋਚ ਬਦਲੀਏ। ਅਸੀਂ ਚਾਹੁੰਦੇ ਆ ਕਿ ਤੁਸੀਂ ਆਪਣੇ ਆਪ 'ਤੇ ਵਿਸ਼ਵਾਸ ਕਰੋ। ਜੇ ਸਟੂਡੈਂਟ ਬਣ ਕੇ ਇੱਥੇ ਆਓ, ਇੱਥੋਂ ਬਣੋ ਕੁਛ, ਤੇ ਫਿਰ ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਯਾਰ ਇੰਜੋਏ ਕਰੋ, ਖੁੱਦੀਆਂ ਮਾਰੋ, ਜੋ ਮਰਜ਼ੀ ਕਰੋ, ਭੱਜਣਾ ਦੀ ਰਿਸਪੈਕਟ ਵੀ ਕਰੋ। ਟਰੂ। ਅਸੀਂ ਕਦੇ ਕਿਹਾ ਕਦੀ ਕਿਸੇ ਨਾਲ ਧੱਕਾ ਜ਼ਬਰਦਸਤੀ ਨਾ ਕਰੋ। ਕਦੇ ਅਸੀਂ ਇਹ ਕਿਹਾ ਹੋਵੇ ਕਿ ਗਲੀ 'ਚ ਜਾਂਦੀ ਨੂੰ ਜਾਂ ਫਲਾਣੇ ਨੂੰ ਫੜ ਕੇ ਜਾਂ ਗੋਰੀ ਨੂੰ ਜਾਂ ਕਾਲੀ ਨੂੰ ਫੜ ਕੇ ਉਹਦਾ ਨਾਲ ਅਸੀਂ ਕਦੇ ਵੀ ਨਹੀਂ ਮੂੰਹ ਲਫ਼ਜ਼ ਕਹਿੰਦੇ। ਵੀ ਆਰ ਟ੍ਰਾਈਂਗ ਟੂ ਡੂ। ਆਪਣੇ ਜਿਹੜੇ ਮੁੰਡੇ ਜਿਹੜੇ ਪੰਜਾਬੀ ਬੰਦੇ ਆਉਂਦੇ ਆ ਉਹਨਾਂ ਨੂੰ ਦੱਸੀਏ ਯਾਰ ਕਿ ਆਓ ਠੀਕ ਆ, ਇੱਥੇ ਜ਼ਿੰਦਗੀ ਡਿਫਰੈਂਟ ਜ਼ਿੰਦਗੀ ਹੈ, ਇੱਥੇ ਆਜ਼ਾਦੀ ਹੈ। ਸਹੀ ਹੈ, ਪਰ ਆਜ਼ਾਦੀ ਨੂੰ ਆਪਾਂ ਕਿਵੇਂ ਜੀਣਾ ਹੈ, ਕਿਵੇਂ ਸਵਾਦ ਲੈਣਾ। ਇੱਥੇ ਦਾ ਗੁੜੀਆ ਵਾ ਐਕਸੈਸ ਜਿਹੜਾ ਇੱਕ ਚਾਬੀ ਹੈ ਨਾ ਜਿਹੜੀ, ਇਟਸ ਵੈਰੀ ਈਜ਼ੀ। ਆਪਣੇ ਇੰਡੀਆ ਵਾਂਗੂ ਥੋੜੀ ਹੈਗਾ ਵੀ ਭੈਣ ਚੋਂ ਪਹਿਲਾਂ ਤੁਸੀਂ ਕਹੋ ਵੀ ਆਈ ਲਾਈਕ ਯੂ ਤੇ ਹਾਂ ਲਾਈਕ ਯੂ, ਅੱਗੇ ਲਾਈਕ ਯੂ, ਫਿਰ ਲਾਈਕ ਯੂ ਤੋਂ ਬਾਅਦ ਸ਼ਿਕੂ। ਇੱਥੇ ਭੈਣ ਚੋਂ ਉਹ ਸਿੱਧਾ ਉਹਨੂੰ ਜਾ ਕੇ ਬੱਜੋ, ਕਹੋ ਵੀ ਬੇਬ ਲੁੱਕ ਤੂੰ ਭੈਣ ਚ ਸੋਹਣੀ ਲੱਗਣੀ ਆ, ਰਾਤ ਨੂੰ ਚੱਲਣਾ ਹੀ ਕੀ ਕਰਨਾ। ਜੇ ਉਹਨੇ ਦੇਣੀ ਉਹਨੇ ਕਹਿਣਾ ਚੱਲ ਚੱਲੀਏ, ਜੇ ਨਹੀਂ ਦੇਣੀ ਤਾਂ ਉਹਨੇ ਕਹਿਣਾ ਵੀ ਮੇਰੇ ਬॉयਫ੍ਰੈਂਡ ਹੈਗਾ। ਬਹਾਨਾ ਇਹੀ ਹੁੰਦਾ, ਹੋਰ ਕੀ ਹੁੰਦਾ, ਐਕਸਕਿਊਜ਼ ਇਹ ਹੁੰਦਾ ਹਨਾ। ਤੇ ਬਾਕੀ ਗੱਲ ਇਹ ਵੀ
ਇਹ ਚੀਜ਼ਾਂ ਕਰਨ ਨੂੰ ਬਣੀਆਂ, ਜੇ ਫੁੱਦੀ ਮਾਰਨ ਨੂੰ ਬਣੀ ਆ ਤੇ ਮਾਰਨ ਨੂੰ ਹੀ ਬਣੀ ਆ। ਪਰ ਧੱਕਾ ਨਹੀਂ ਕਰਨਾ ਕਿਸੇ ਨਾਲ, ਯੈਸ, ਤੇ ਰਿਸਪੈਕਟ ਕਰਨੀ ਹੈ 100%। ਅਸੀਂ ਗੱਲ ਇਹ ਵੀ ਕੀਤੀ ਹੈ, ਅਸੀਂ ਗੱਲ ਇਹ ਵੀ ਕੀਤੀ ਕਿ ਆਪਣੇ ਮਾਪਿਓ ਦੀ ਇੱਜ਼ਤ ਕਰੋ, ਸਹੀ। ਆਪਣੇ ਕਲਚਰ ਦੀ ਇੱਜ਼ਤ ਕਰੋ। ਜੇ ਤੁਸੀਂ ਸਰਦਾਰ ਹੋ, ਸਰਦਾਰ ਹੋਣ ਦਾ ਫਖਰ ਕਰੋ। ਸਹੀ। ਇਹ ਚੀਜ਼ਾਂ ਅਸੀਂ ਉਹਨੂੰ ਤਾਂ ਕਹਿੰਦੇ ਆ ਕਿਉਂਕਿ ਅਸੀਂ ਵੇਖਦੇ ਆ ਯਾਰ ਇੱਥੇ ਹੁੰਦੀਆਂ ਇਹ ਚ ਮਾੜਾ ਕੀ ਕਹਿੰਦੇ ਆ ਤੁਹਾਨੂੰ ਅਸੀਂ। ਜੇ ਸਾਡੇ ਪੰਜਾਬੀ ਵੀਰ ਸਾਨੂੰ ਸੁਣਦੇ ਆ, ਕੋਈ ਬੋਲਦੇ ਆ, ਯਾਰ ਸੁਣੋ, ਤੁਹਾਡੀ ਸੋਚ ਨਾਲ ਤੁਹਾਡਾ ਘਰ ਬਚ ਸਕਦਾ, ਤੁਹਾਡੀ ਸੋਚ ਨਾਲ ਤੁਹਾਡੀ ਭੈਣ ਚੰਗੇ ਘਰ ਵਸ ਸਕਦੀ ਹੈ, ਤੇ ਤੁਹਾਡੀ ਸੋਚ ਨਾਲ ਤੁਹਾਡੀ ਜਨਾਨੀ ਖੁਸ਼ ਰਹਿ ਸਕਦੀ ਹੈ। ਸਹੀ ਹੈ। ਹੁਣ ਜੇ ਕਰਦੇ ਉਹੀ ਜਲੂਲਾਂ ਵਾਲੇ ਕੰਮ ਹੈ, ਫਿਰ ਜੇ ਹੁਣ ਤੂੰ ਮੇਰੀ ਗੱਲ ਸੁਣੀ ਯਾਰ, ਇਹ ਵੀ ਗੱਲ ਚੱਲ ਛੱਡ। ਹੁਣ ਇੱਕ ਸਿੰਪਲ ਨਾਰਮਲ ਕਨਸੈਪਟ ਆ, ਮੀ ਐਜ਼ ਅ ਗਾਈ ਇਫ ਆਈ ਕੈਨ ਹੈਵ ਅ ਗਰਲਫ੍ਰੈਂਡ ਤੇ ਮੈਂ ਆਪਣੀ ਮੇਰੀ ਭੈਣ ਆ, ਵਾਈ ਕਾਂਟ ਮਾਈ ਸਿਸਟਰ ਹੈਜ਼ ਅ ਬॉयਫ੍ਰੈਂਡ? ਟਰੂ, ਸ਼ੀ ਹੈਵ ਰਾਈਟਸ, ਉਹ ਵੀ ਕਰ ਸਕਦੀ। Understand ਪਰ ਗੱਲ ਤਾਂ ਫਿਰ ਉੱਥੇ ਆ ਜਾਂਦੀ ਨਾ ਤੁਹਾਡੀ ਸੋਚਣੀ ਦੀ। ਜਿੱਥਾ ਨਾ ਓਬਵੀਅਸਲੀ ਸੋਚਣੀ, ਇਹਦਾ ਮਤਲਬ ਇਹ ਥੋੜੀ ਆ ਵੀ ਇੱਕ ਗਰਲਫ੍ਰੈਂਡ ਹੋ ਗਈ ਤੇ ਉਹਦੇ ਨਾਲ ਕੁਝ ਗਲਤ ਵਿਹਾਰ ਕਰਨਾ ਜਾਂ ਇਹ ਉਹ ਕਰਨਾ। ਇੱਕ ਇਹ ਵੀ ਚੀਜ਼ ਆ ਵੀ ਬ్రో ਗੱਲ, ਮੈਂ ਇੱਕ ਨਾਲ ਇਹ ਵੀ ਭੈਣ ਚੋਂ ਮੈਂ ਦੱਸ ਦੇਣੀ ਚਾਹੁੰਦਾ ਗੱਲ। ਸਾਲੇ ਦੇਸੀਓ ਭੈਣ ਚੋਂ ਇੱਕ ਗੱਲ ਧਿਆਨ ਨਾਲ ਆਪਣੇ ਪੱਲੇ ਬੰਨਿਓ। ਮੁੰਡਾ, ਠੀਕ ਹੈ, ਬੋਏ, ਕੁੜੀ, ਗਰਲ, ਠੀਕ ਹੈ। ਜੇ ਦੋ ਮੁੰਡੇ ਯਾਰ ਹੋ ਸਕਦੇ ਆ ਨਾ, ਹੁਣ ਭੈਣ ਚੋਂ ਦੇ ਬੋਏ ਇਹ ਮੇਰਾ ਫਰੈਂਡ ਆ ਪਰ ਮੇਰਾ ਬॉयਫ੍ਰੈਂਡ ਤਾਂ ਨਹੀਂ ਨਾ। ਟਰੂ। ਪਰ ਜੇ ਇੰਗਲਿਸ਼ ਨੂੰ ਚੰਗੀ ਤਰ੍ਹਾਂ ਕੀਤਾ ਜਾਵੇ ਵੀ ਹਾਂ ਮੁੰਡਾ ਆ ਮੇਰਾ ਯਾਰ ਆ। ਜੇ ਮੁੰਡੇ ਦੀ ਕੁੜੀ ਫਰੈਂਡ ਆ, ਹੁਣ ਉਹ ਗਰਲ ਆ, ਪਰ ਇਹਦਾ ਮਤਲਬ ਇਹ ਥੋੜੀ ਵੀ ਭੈਣ ਚੋਦ ਉਹ ਗਰਲਫ੍ਰੈਂਡ ਆ। ਸਾਲੇ ਤੁਸੀਂ ਸੋਚੀ ਜਾਓ ਭੈਣ ਚੋਦ ਠੋਕਦਾ ਹੋਊਗਾ ਉਹ। ਯਾਰ ਮੈਂ ਬ్రో ਮੇਰੇ ਇੰਨੀਆਂ ਇੱਥੇ ਫਰੈਂਡਸ ਨੇ ਨਾ ਜਿਹੜੀਆਂ ਮੇਰੇ ਨਾਲ ਜਿਮ ਦੇ ਵਿੱਚ ਟ੍ਰੇਨਰਾਂ ਨੇ ਜਾਂ ਕੰਮ ਤੇ ਸੀਗੀਆਂ। ਮੈਂ ਜਦੋਂ ਵੀ ਕਿਤੇ ਬਾਹਰ ਕਿਸੇ ਨੂੰ ਇੰਟਰੋਡਿਊਸ ਕਰਾਉਣਾ ਹੁੰਦਾ ਨਾ, ਸਾਲੀ ਮੈਨੂੰ ਭੈਣ ਚੋਦ ਜਨਤਾ ਨੇ ਪਹਿਲਾਂ ਹੀ ਜੱਜ ਕੀਤਾ ਹੁੰਦਾ। ਇੱਕ ਮੁੰਡੇ ਦੀ ਇੱਕ ਕੁੜੀ ਫਰੈਂਡ ਨਹੀਂ ਹੋ ਸਕਦੀ, ਉਹ ਗਰਲਫ੍ਰੈਂਡ ਆ, ਉਹ ਗਰਲ ਆ। ਜੇ ਕੁੜੀ ਆ ਤੇ ਉਹ ਗਰਲਫ੍ਰੈਂਡ ਹੀ ਹੋਗੀ। ਇਹਦੇ ਨਾਲ ਹੀ ਇਹ ਹਰੇਕ ਡਿਪੈਂਡ ਕਰਦਾ ਬੰਦੇ ਤੋਂ ਬੰਦੇ ਦਾ। ਹੁਣ ਜੇ ਹੁਣ ਮੈਂ ਅੱਗੋਂ ਹਰਾਮ ਦਾ ਤੇ ਮੈਂ ਸੋਚਣਾ ਕਿ ਜਿਹੜੀ ਵੀ ਕੁੜੀ ਮੇਰੀ ਫਰੈਂਡ ਹੋਊਗੀ ਮੈਂ ਛੱਡੂਗਾ ਹੀ। ਤਾਂ ਸਹੀ ਹੈ, ਸੋਚਣੀ ਗੱਲ ਤਾਂ ਸੋਚਣੀ ਦੀ ਆ ਗਈ ਨਾ। ਹੁਣ ਜੇ ਮੈਂ ਕਹਾਂਗੀ ਯਾਰ ਜੇ ਮੇਰੀ ਫਰੈਂਡ ਆ, ਹੁਣ ਇਹ ਸਿਰਫ ਮੇਰੀ ਫਰੈਂਡ ਹੀ ਆ। ਭੈਣ ਚੋ ਕਿੰਨੀਆਂ ਕੁੜੀਆਂ ਯਾਰ ਭੈਣ ਚੋ ਇੱਥੇ ਆਣ ਕੇ ਰਹੀਆਂ, ਸਾਲਾ ਨਾਲ ਸੌਂਦੀਆਂ ਰਹੀਆਂ, ਭੈਣ ਚੋ ਹੱਥ ਨਹੀਂ ਲਾਇਆ ਕਦੀ। ਤੂੰ ਨਹੀਂ ਲਾਇਆ ਕਦੀ ਯਾਰ ਜਿਹੜੀ ਫਰੈਂਡ ਸਰਕਲ, ਉਹ ਭੈਣ ਚੋ ਤੂੰ ਚੁੱਪ ਬਕਵਾਸ ਨਾ ਕਰ, ਚੁੱਪ ਹੀ ਰਹਿ। ਤੇਰੇ ਪਰਦੇ ਖੋਲ ਦੂੰ ਮੈਂ ਇੱਥੇ ਸਾਰੇ ਖੋਲ ਦੇ ਪਰਦੇ ਅੱਗੇ ਬੜਾ ਬੜੀ ਸੇਵਾ ਕਰਦਾ ਇੱਥੇ। ਲਾਗੇ ਬੀਬੀ ਬੈਠੀ ਰਵੇ, ਭੈਣ ਚੋ ਕਦੀ ਟੱਚ ਨਹੀਂ ਕੀਤਾ। ਜੇ ਫਰੈਂਡ ਆ ਫਕਿੰਗ ਨੋ ਕ੍ਰਾਸ ਦ ਲਾਈਨ। No, I 100% agree with you. There was one girl can I share the story? ਸ਼ੇਅਰ ਕਰੋ। ਕਹਿੰਦਾ ਗਾਬ ਸਿੰਘ ਕਹਿੰਦਾ ਪੀਐਸ ਆ ਮੇਰੀ ਫਰੈਂਡ ਹੈ। ਮੈਂ ਕਿਹਾ ਯਾਰ ਫਰੈਂਡ ਲੱਗਦੀ ਤਾਂ ਕਿਸੇ ਪਾਸੇ ਮੈਨੂੰ ਹੈ ਨਹੀਂ। ਕਹਿੰਦਾ ਨਹੀਂ ਯਾਰ, ਕਹਿੰਦਾ 2 ਸਾਲ ਹੋ ਗਏ ਯਾਰ, ਕਹਿੰਦਾ ਮੇਰੀ ਫਰੈਂਡ ਹੈ ਜੈਨੂਇਨ। ਪਰ ਮੈਂ ਕਦੀ ਵੇਖ ਕ੍ਰਾਸ ਕੀਤੀ ਲਾਈਨ ਨਹੀਂ ਕੀਤੀ। ਜਿੰਨਾ ਚਿਰ ਤੱਕ ਉਹਨੇ ਕਿਹਾ ਨਹੀਂ ਵੀ ਮੇਰੀ ਲੈ, ਹਾਂ ਫੇਰ ਹੀ ਕੀਤਾ। ਹਾਂ, ਉਹਨਾਂ ਚਿਰ ਭੈਣ ਚ 2 ਸਾਲ ਹਰ ਥਾਂ ਤੇ ਜਾਂਦੀ ਰਹੀ। ਮੈਂ ਕਿਹਾ ਉਹਨੂੰ ਰਿਸਪੈਕਟ ਉਦਾਂ ਹੀ ਸਾਰਾ ਕੁਝ, ਕਦੀ ਭੈਣ ਚੋਂ ਲਾਈਨ ਹੀ ਕ੍ਰਾਸ ਕੀਤੀ। ਸਹੀ ਗੱਲ। ਉਹ ਫਿਰ ਮੈਂ ਇੱਕ ਵਾਰ ਵੇਖਿਆ, ਮੈਂ ਕਿਹਾ ਯਾਰ ਇਹ ਉਹ ਨਹੀਂ ਵੇਖਦੀ ਰੋਣੀ ਸਿਆ, ਇਹਦੇ ਕੁਝ ਹੈ, ਕਪੜਾ ਹੈ। ਕਹਿੰਦਾ ਪੀਜੇ ਨਹੀਂ ਹੈਗਾ। ਫਿਰ ਮੈਂ ਕਿਹਾ ਨਹੀਂ, ਮੈਂ ਕਿਹਾ ਜੇ ਮੈਂ ਕਹਾ ਦਾ ਮੂੰਹ ਤੋਂ ਮੰਨੇ, ਕਹਿੰਦਾ ਚੱਲ ਠੀਕ ਹੈ। ਕਹਿੰਦਾ ਤੇ ਵੀਰਾਂ ਨੇ ਫਿਰ ਇਹੋ ਜਿਹਾ ਕਹਾਇਆ, ਫਿਰ ਵੀਰ ਬੈਠੇ ਤੇ ਵੀਰ ਲੱਗੇ ਬੈਠੇ ਤੇ ਕਹਿੰਦੀ ਵੀ ਇਹ ਤੇ ਭੈਣ ਮੈਨੂੰ ਫੁੱਲੀਆਂ ਘਾ ਨਹੀਂ ਪਾਉਂਦਾ। ਏਦਾਂ ਬੈਠੇ ਭੈਣ ਨੂੰ ਸ਼ੀਸ਼ਾ ਪੀਂਦਾ ਏਦਾਂ। ਵੀਰ ਨੇ ਪੁੱਛਿਆ ਵੀ ਕਿੱਦਾਂ ਰੋਣੀ ਮੈਨੂੰ, ਕਹਿੰਦੀ ਫੱਕੀ ਨਹੀਂ, ਇਹਦਾ ਸਾਲਾ ਵੇਂਦਾ ਨਹੀਂ ਮੇਰੇ ਨਾਲ ਭੈਣ ਚੋਂ। ਪਰ ਮੈਨੂੰ ਪਤਾ ਹੀ ਨਹੀਂ ਕਿਉਂਕਿ ਵੀ ਜਸਟ ਫਰੈਂਡਸ। ਸਹੀ ਗੱਲ। ਪਰ ਇੱਕ ਬ్రో ਇੱਕ ਇਦਾਂ ਨਹੀਂ ਹੁੰਦਾ ਭੈਣ ਚੋਂ ਯਾਰ, ਜੇ ਕੁੜੀ ਸਹੇਲੀ ਹੈ ਇਹਦਾ ਮਤਲਬ ਇਹ ਥੋੜੀ ਵੀ ਭੈਣ ਮੈਂ ਸੋਚੀ ਜਾਵਾਂ। ਪਰ ਗੱਲ ਤਾਂ ਸੋਚਦੀ ਹੈ ਯਾਰ। ਜੇ ਆਪਣੀ ਸੋਚ ਭੈਣ ਚੋਂ ਸਾਲੀ ਦਿੱਤੀ ਉਹਨੇ ਬੜੀ ਸਵਾਦ ਨਾਲ। ਮੈਂ ਕਹਿੰਦਾ ਪੁੱਛੀ ਨਾ, ਹੱਲ ਰੱਖ ਲੈ। ਵਿਟਨੈਸ ਵਿਟਨੈਸ ਮੇਰਾ ਵਿਟਨੈਸ ਹੈ ਵਿੱਚ। ਇਹ ਵੀ ਗਾਲੀ ਸੁਣਾ ਦਈਏ, ਸੁਣਾ ਦਿਆ। ਇੱਕ ਵਾਰ ਕੀ ਹੋਇਆ ਬਈ, ਵੱਡੀ ਮੁੰਡਾ ਹੀ ਰੋਣੀ ਨੇ ਮੈਨੂੰ ਕਹਿਤਾ ਕਿ ਰੋਣੀ ਕਹਿੰਦਾ ਪੀਜੇ, ਕਹਿੰਦਾ ਉਹ ਸਹੇਲੀ ਹੋਣੀ ਇੱਕ ਉਹਦੇ ਨਾਲ ਤੇ ਤਿਆਰ ਰਹੀ।
ਮੈਂ ਕਿਹਾ ਚੱਲ ਠੀਕ ਹੈ, ਇਧਰ ਰੋਬੀ ਨੂੰ ਵੀ ਪਤਾ ਲੱਗ ਗਿਆ, ਸੁੰਘ ਦਾ ਪਤਾ ਲੈਂਦੇ ਕਿ ਕਿਸੇ ਨੇ ਆਉਣਾ ਅੱਜ। ਆਈ ਸੈਟਰਡੇ ਸਾਡੇ ਤੇ ਪ੍ਰੋਗਰਾਮ ਹੁੰਦਾ ਸੀ ਸਾਡੇ ਘਰ ਚ ਬੈਠ ਲੱਗਣੀ ਹਰ ਸੈਟਰਡੇ ਭੈਣ ਚ ਹਵੇਲੀ ਚ ਬੈਠ ਲੱਗ ਮੈਂ ਕਿਹਾ ਤੇ ਭਾਈ ਰੋਬੀ ਕਹਿੰਦਾ ਮੈਂ ਭਾਜੀ ਯਾਰ ਮੈਂ ਗੱਲ ਸੁਣ ਮੇਰੀ, ਹਾਂ, ਇਹ ਜੇ ਤੁਹਾਨੂੰ ਇਹ ਚੀਜ਼ਾਂ ਦੱਸੀ ਦੀਆਂ ਹਸਾਈ ਦਾ ਜਾਂ ਤੁਸੀਂ ਸਾਡੇ ਤੇ ਹੱਸਦੇ ਹੋ, ਇਹ ਕੋਈ ਗੱਲਾਂ ਬਣੂ ਕੇ ਨਹੀਂ ਦੱਸਦੇ, ਮੈਂ ਤੁਹਾਨੂੰ ਸੱਚ ਸਾਰੀਆਂ ਗੱਲਾਂ ਦੱਸਦਾ। ਆ ਹੱਡ ਬੀਤੀਆਂ, ਇਹ ਆਪਣੀ ਲਾਈਫ ਨੂੰ ਇਦਾਂ ਇੰਜੋਏ ਕਰਿਆ ਕਰ। ਹੱਡ ਬੀਤੀ ਨਹੀਂ, ਇਹਦਾ ਤਨ ਬੀਤੀ ਸੀ ਭਾਈ ਉਹ ਆ ਗਈ ਉਹਦੇ ਜਾਣੀ ਆ ਭਾਈ ਇਹ ਬੈਠਾ ਇਹਦਾ ਨਾਲ ਪਹਿਲੀ ਸੈੱਟ ਸੀ ਜਿਹੜੀ ਉਹ ਸੀ ਵੱਡੀ ਬੁੰਡ ਵਾਲੀ ਤੇ ਮੈਨੂੰ ਭੈਣ ਤੂੰ ਕੀ ਵੱਡੀ ਬੁੱਢੀ ਬੁੰਡ ਕੇ ਨੋਰਮਲ ਨਾ ਉਹ ਨਾਂ ਨਹੀਂ ਲੈ ਸਕਦੇ ਹੁਣ, ਨਾਂ ਨਹੀਂ ਲੈਣਾ ਪਰ ਉਹਦਾ ਕਹਿ ਦੇ। ਅੱਛਾ ਚੱਲ ਰਿਸਪੈਕਟ ਰਿਸਪੈਕਟ ਵਾਲਾ ਦੇਖ ਭਾਈ ਉਹ ਆ ਗਈ ਇਹ ਰੋਬੀ ਬੈਠਾ ਤੇ ਮੈਂ ਵੀ ਬੈਠਾ। ਮੈਂ ਕਿਹਾ ਰੋਬੀ ਗੱਲ ਸੁਣਦਾ ਵੀਰੇ, ਜੇ ਤੇਰੇ ਨਾਲ ਫਸਦੀ ਆ ਤੇ ਪਸਾਲਾ। ਮੈਂ ਕਿਹਾ ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਹਦੇ ਪੁਰਾਣੇ ਅਪਾਰਟਮੈਂਟ ਚ ਕੁੜੀਆਂ ਹੋਇਆ ਕਿ ਇੱਕ ਬੈਡਰੂਮ ਇੱਕ ਬਾਲਕਨੀ ਇੱਕ ਟੀਵੀ ਰੂਮ ਤੇ ਇੱਕ ਵਿੱਚ ਲਿਵਿੰਗ ਰੂਮ ਸੀਗਾ ਵਿੱਚ। ਇਹ ਭਾਈ ਆ ਗਈ ਆ ਰੋਬੀ ਬੈਠਾ ਤੇ ਮੈਂ ਵੀ ਬੈਠਾ। ਮੈਂ ਮੈਂ ਤੇ ਤੂੰ ਤੇ ਸੁੱਤਾ ਨਾ ਤੇ ਪਤਾ ਨਹੀਂ ਭੈਣ ਚੋ ਕਿਚਨ ਬੈਡਰੂਮ ਬਾਲਕਨੀ ਪੈਸੇ ਕਿ ਵੀ ਸੁੱਤਾ ਨਾ ਇਹ ਲੱਗੇ ਵੀ ਵਾਸ਼ਿੰਗ ਮਸ਼ੀਨ ਪੀਜੇ ਮੈਂ ਪੀਜੇ ਆ ਸੁੱਤਾ। ਓ ਮਾਈ ਗॉड ਭਾਈ ਰੋਬੀ ਨੂੰ ਕਿਹਾ, ਰੋਬੀ ਕਹਿੰਦਾ ਕੋਈ ਭਾਜੀ ਕਹਿੰਦਾ ਵਿਖੀ ਜਾਏਗੀ। ਮੈਂ ਠੀਕ ਨਾ ਮੈਂ ਨਹੀਂ ਕਰ ਗਈ। ਮੈਂ ਕਿਹਾ ਭਾਈ ਤੁਸੀਂ ਮੈਨੂੰ ਮੈਂ ਨਹੀਂ ਅੱਛਾ ਚੱਲ ਜੋ ਵੀ ਕਿਹਾ ਇਹ ਭੈਣ ਚੋ ਅੱਧਾ ਘੰਟਾ ਹੋ ਗਿਆ ਰੋਬੀ ਜਾਣ ਨੂੰ ਨਾ ਲਵੇ ਉੱਥੋਂ। ਮੈਂ ਇਹਨੂੰ ਕਹਿ ਦੂੰਗਾ ਨਾ ਕਿ ਮੈਂ ਰੋਬੀ ਜੀ ਤੇਰੀ ਤੋਤੀ ਖੜੀ ਹੁੰਦੀ ਮੇਰੀ ਤੇ ਖੜੀ ਹੋ ਰਹੀ ਹੈ, ਤੂੰ ਭੱਜ ਲੈ ਤਾਂ ਰੋਬੀ ਕਹੇ ਕਿ ਨਾ। ਅੱਗੋਂ ਉਹ ਕਹਿੰਦੀ ਪੀਏ ਨੇ ਕੁਝ ਕਰਨਾ ਵੀ ਹੈ ਕਿ ਨਹੀਂ ਕਰਨਾ ਕੁਝ। ਇਹਨੇ ਆ ਕੇ ਮੈਨੂੰ ਕਿਹਾ ਕਿ ਕੀ ਹੈ। ਮੈਂ ਕਿਹਾ ਯਾਰ ਰੋਬੀ ਬੈਠਾ ਉੱਥੇ ਭੈਣ ਚੋ ਇਕੱਲਾ ਬੈਠੂਗਾ, ਕਹਿੰਦਾ ਤੂੰ ਪਰਵਾਹ। ਇਹਦਾ ਤਾਂ ਕਨਸੈਪਟ ਇਹ ਹੁੰਦਾ ਸੀ ਇਹਨੇ ਨਹੀਂ ਵੇਖਣਾ ਨਹੀਂ ਵੇਖਣਾ ਕਿ ਬਾਹਰ ਕੀ ਹੋ ਰਿਹਾ। ਉਹ ਜਿੰਨੇ ਕੀਤੀ ਸ਼ਰਮ ਫੁੱਟੇ ਉਹਦੇ ਕਰਮ। ਠੀਕ ਹੈ ਜੇ ਇਹਦਾ ਮੈਂ ਭੈਣ ਚੋ ਇਦਾਂ ਹੀ ਵੇਂਦਾ ਰਹਿਣਾ ਵੀ ਹਾਏ ਯਾਰ ਮੁੰਡੇ ਆ ਭੈਣ ਚੋ ਜੇ ਕੱਛਾ ਲਾਇਆ ਜੇ ਕੋਈ ਵੇਖ ਜਿੰਨੇ ਕੀਤੀ ਸ਼ਰਮ ਭਾਈ ਤੂੰ ਚੱਕ ਲੈ। ਇਹ ਭਾਈ ਇਹ ਮਿੰਟ ਕਰਦਾ ਪਤਾ ਕੀ ਹੋਊਗਾ। ਇਹੀ ਇਹਨਾਂ ਨੂੰ ਬੜਾ ਸੂਰ ਨੂੰ ਨਹੀਂ ਕਰਾ ਚਲਾ ਚਲੀਏ ਆਪੀ ਜੇ ਓਕੇ ਇਹ ਤਾਂ ਮੈਂ ਵੀ ਭੈਣ ਸਿਰ ਖੁਰਕਣ ਦੇ ਕਲੱਬ 'ਚ ਗਏ, ਕਲੱਬ 'ਚ ਕੁੜੀਆਂ $2000 ਦਾ ਭੈਣ ਬੂਥ ਕੀਤਾ। 5 ਮਿੰਟ ਨਹੀਂ $2000 ਦਾ ਬੂਥ ਕੀਤਾ ਕਲੱਬ 'ਚ ਤੇ ਭੈਣ ਤੇ ਖੜੇ ਵੀ ਨਹੀਂ 5 ਮਿੰਟ ਕਹਿੰਦਾ ਹਰੇ ਦੋ ਗਲਾਸੀਆਂ ਲਈਆਂ ਹੋਣੀਆਂ। ਉਹ ਭੈਣ ਜੋ ਗ੍ਰੇ ਗਰੂਸ ਦੀ ਬੋਟਲ ਸਾਲੀਆਂ 1.7 ਲੀਟਰ ਦੀਆਂ ਨਾ 2 ਬੋਤਲਾਂ ਤੇ ਸ਼ਰਾਜ ਰੀਗਲ ਦੀਆਂ 2 ਬੋਤਲਾਂ ਤੇ ਸਾਲਾ ਪਤਾ ਨਹੀਂ ਭੈਣ 4 ਬੰਦੇ ਸਿਰਫ ਬੂਥ ਦੇ ਬੁੱਕ ਸੀਗੇ। ਸਹੀ ਹੈ। ਮੈਂ ਪੀਜੇ ਨਿੱਕ ਤੇ ਰੋਬੀ 4 ਬੰਦੇ ਬੁੱਕ ਸੀਗੇ bro। ਆਹੋ ਪਤਾ ਨਹੀਂ ਸਾਲਾ ਭੈਣ ਜੋ ਬੂਥ ਕੁੜੀਆਂ ਉਹ ਭਰ ਕਿੱਦਾਂ ਦੀਆਂ ਸਾਰੀਆਂ ਕੁੜੀਆਂ ਆ ਗਈਆਂ। ਸਾਲਾ ਮੈਂ ਭੈਣ ਜੋ ਹੈਰਾਨ ਵੀ ਫੱਕ ਮੈਂ ਹੈਰਾਨ ਨੂੰ ਕਿਤੇ ਦੀ ਹੈਰਾਨ ਤੇ ਪਤਾ ਹੀ ਨਹੀਂ ਭੈਣ ਚੋ ਤੇਰੇ ਖੁੰਨੇ ਮੇ ਲੱਗੇ ਤੈਨੂੰ ਕੀ ਪਤਾ ਨਹੀਂ ਤੈਨੂੰ ਆ ਵੀ ਨਾ ਯਾਰ ਬੁੱਲੀਆ ਹੈਗਾ ਇਹ ਵੀ ਨਾ ਬੁੱਲੀਆ ਹੈਗਾ। ਇਧਰ ਮੈਂ ਤੇ ਰੋਬੀ ਉੱਤੇ ਪਹਿਰੇਦਾਰੀ ਦੇ ਰਹੇ ਨੇ। ਅੱਜ ਰੋਬੀ ਕਹਾ ਤਨੇ ਭੱਜੇ ਕੇ ਰੀਅਲ ਤੇ ਉਹ ਹਾਉਡੀ ਹੋਈ ਹੈ ਕਹਿੰਦਾ ਸਾਲਾ ਭੈਣ ਕੁੜੀਆਂ ਸਾਡੇ ਬੂਥ 'ਚ ਬੈਠੀਆਂ ਇੱਕ ਲੰਡੂ ਜਿਹਾ ਨਾ ਚੁੱਕਣ ਦੀ ਕੋਸ਼ਿਸ਼ ਕਰੇ। ਉਹ ਮੈਂ ਕਿਹਾ ਤੂੰ ਕਿੱਧਰ ਮੈਂ ਇਹਨਾਂ ਦੇ ਨਾਲ ਮੈਂ ਸਾਲਿਆ ਸਾਡਾ ਹੀ ਆ ਭੈਣ ਦੇ ਯਾਰ ਚੱਲ ਬਾਹਰ ਨਿਕਲ ਤੇਰੀ ਮਾਂ ਨੂੰ। ਤੇ ਬਈ ਫਿਰ ਨਾ ਅਸਲ 'ਚ ਮੈਂ ਗਲਤੀ ਪਤਾ ਕੀ ਕੀਤੀ ਜਦੋਂ ਮੈਂ ਉੱਥੋਂ ਨਿਕਲਿਆ ਨਾ ਮੈਨੂੰ ਆਪਣਾ ਕਾਰਵਾਈ ਪਾ ਕੇ ਨਾ ਫਿਰ ਵਾਪਸ ਆ ਜਾਣਾ ਚਾਹੀਦਾ ਸੀ। ਸਹੀ ਗੱਲ ਆ ਪਰ ਤੂੰ ਬਹੁਤ ਸਾਰੀ ਕਾਰਵਾਈ ਵਾਪਸ ਦੀ ਚਿਕੂਣਾ ਕਾਰਵਾਈ ਕਾਰਵਾਈਆਂ ਬਾਬੀ ਕਹਿੰਦਾ ਕੀ ਕਾਰਵਾਈਆਂ ਪੈ ਰਹੀ ਆ ਉੱਪਰ ਆਇਆ ਕਹਿੰਦਾ ਭੈਣ ਚੋ ਕੰਡਮ ਨਹੀਂ ਹੈ ਕਾਰਵਾਈਆਂ ਸੈਵਨ ਲੈਵਲ ਤੇ ਕਾਰਵਾਈਆਂ ਬਾਹਰ ਅੱਧੀ ਰਾਤ ਨੂੰ ਸੈਵਨ ਲੈਵਲ ਦਰਵਾਜ਼ਾ ਖੜਕਾ ਰਿਹਾ ਕਹਿੰਦਾ ਕੰਡਮ ਦੇ ਦੋ ਪਹਿਲੇ ਚੁੱਕ ਮੈਂ ਉਹ ਸਾਲਾ ਕੁੱਤਾ ਭੈਣ ਚੋ ਆਪਣੇ ਕੋਲ ਬਣਾਈ ਗਿਆ। ਉਹ ਪਤਾ ਨਹੀਂ ਕੁੜੀਆ ਸਾਲਾ ਇੰਨਾ ਪਿਆ ਹੁੰਦਾ ਸਾਲਾ ਬੈ ਗਿਆ ਤੇ ਚੋਦ ਕਿੱਥੇ ਡੱਬੇ ਉਹ ਕਹਿੰਦੀ ਡੋਟ ਟੱਚ ਵੀ ਕਹਿੰਦੀ ਉਹ ਨਹੀਂ ਉਹ ਮੈਂ ਸਾਲੀਆਂ bro ਮੈਂ ਯਕੀਨ ਨਹੀਂ ਕਰਦਾ ਜਾਣਦੇ ਹੋ ਜੀ ਨਵੀਂ ਤਾਂ ਕਲਾਸ ਦੇ ਤੈਨੂੰ ਪਤਾ ਗੋਰਿਆਂ ਦੇ ਵਿੱਚ ਇੱਕ ਰਿਵਾਜ ਆ ਵੀ ਜੇ ਜਨਾਨੀ ਨੂੰ ਪੀਰੀਅਡ ਆਇਆ ਨਾ ਤੇ ਬੰਦੇ ਦਾ ਲੈਣ ਨੂੰ ਜੀ ਕਰ ਰਿਹਾ ਤੇ ਜਨਾਨੀ ਉਹਨੂੰ ਬਲੋ ਜੋਬ ਦਿੰਦੀ। ਹੁਣ ਤੂੰ ਕੀ ਕਹਿ ਰਿਹਾ ਤੁਸੀਂ ਕੀ ਕਹਿ ਰਹੇ ਰੱਬੀ ਤੂੰ ਇੱਥੇ ਤੇਰੇ ਕਦੀ ਦੇ ਇਸ਼ਾਰੇ ਲੱਗਦੇ ਨੇ ਕਿਸੇ ਉਹ ਭੈਣ ਤੂੰ ਸ਼ਰਮ ਕਰ ਲਾ ਯਾਰ। ਅੱਛਾ ਦੇਖੀ ਉਹ ਭਰਾ ਯਾਰ ਕੀ ਹੈ ਉਹਨਾਂ ਤੇ ਵੇਖ ਕੇ ਲੰਨ ਵੀ ਨਹੀਂ ਖੜਾ ਹੋ ਰਿਹਾ।
ਪਤਾ ਕਿਆ ਸੁਣ ਜਦੋਂ ਮੇਰਾ ਬਰਥਡੇ ਸੀ ਸਾਰੀ ਮਹਿਫਲ ਲੱਗੀ ਸੀ ਅਜੈਜ ਹੁਣੀ ਸਾਰੇ ਜਿਹੜੇ ਤੁਰੇ ਫਿਰਦੇ ਵੀਰ ਤੇਰਾ ਟੈਨ ਲੱਗਾ ਤੁਰੇ ਬ੍ਰੇਕ ਬੱਚੇ ਜੀ ਭੈਣ ਚੋਦ ਟੈਨ ਸਾਰਾ ਮੈਨੂੰ ਕੰਮ ਨੈਕਸਟ ਲੈਵਲ ਤੇ ਪਤਾ ਨਹੀਂ ਕੀ ਖਤਮ ਹੈ ਉਧਰ ਐਂਟੀ ਬਾਰੇ ਕੀ ਰੱਖਿਆ ਡੋਰ ਪੀਜੇ ਮੈਂ ਕਿਹਾ ਹਾਂ ਨਾ bro ਮੈਂ ਨਹੀਂ ਪਤਾ ਮੇਰੇ ਪੈਰ ਪਤਾ ਨਹੀਂ ਕੀ ਆ ਇਹ ਡੋਰ ਖੁੱਲੀ ਭੈਣ ਚੋ ਮੈਂ ਬਾਹਰ ਆ ਗਿਆ ਤੇ ਉਹ ਮੇਰੇ ਨਾਲ ਵੇਵੇ ਸੀ ਉਹ ਰੋਨੀ ਲੁੱਕ ਰੋਨੀ ਭੈਣ ਚੋ ਰੋਨੀ ਨਾਈਸ ਸ਼ਰਟ ਮੈਂ ਕਿਹਾ ਭੈਣ ਚੋ ਸਾਰੀ ਸ਼ਰਟ ਕਰੀ ਜਾਂਦੀ ਹੈ ਪੈਂਟ ਏਡੀ ਮਹਿੰਗੀ ਪਈ ਪੈਂਟ ਦਾ ਕੋਈ ਨਾਂ ਨਹੀਂ ਲੈਣ ਡਿਆ ਪੈਂਟ ਸੈਕਿੰਡ ਜਦੋਂ ਮੈਂ ਭੈਣ ਦੇ ਥੱਲੇ ਵੇਖਿਆ ਮੈਂ ਕਿਹਾ ਅੱਛਾ ਫਿਰ ਮੈਂ ਕਿਹਾ ਭੈਣ ਚੋ ਆਪਣਾ ਹੀ ਘਰ ਆ ਸਾਲਾ ਭੈਣ ਚੋ ਆਪਣੇ ਘਰ ਚ ਨਹੀਂ ਨੰਗੇ ਰਹਿਣਾ ਤੇ ਕੁੜੀ ਆ ਉਹਦੇ ਗੱਲ ਸੀ ਕਿ ਜਿਹਦੇ ਦਿਲ ਆ ਜੇ ਮਨ ਆਇਆ ਸੀਗਾ ਕਿ ਫਲਾਣੀ ਤੇ ਆਇਆ ਫਿਰ ਕੀ 2000 ਦਾ ਬੂਥ ਕੀ ਵੈ ਜੋ ਪੀਜੇ ਸਿੰਘ ਹੋਰੀ ਕੀ ਰੋਬੀ ਸਿੰਘ ਹੋਰੀ ਕਹਿੰਦਾ ਹੱਥ ਫੜ ਕੇ ਤੂੰ ਕਹਿੰਦਾ ਮੈਂ ਚੱਲਿਆ ਉਹ ਮੈਂ ਕਹਿੰਦਾ ਤੇਰਾ ਬਰਥਡੇ ਹੈ 12 ਤੇ ਵਜਾ ਲਾ ਬੈਠੋ ਮੈਂ ਆ ਗਿਆ ਉਹ ਪੈਚ ਤੈਨੂੰ ਕੀ ਚੇਤਾ ਹੁੰਦਾ ਵੀ ਮੈਨੂੰ ਕੀ ਗੱਲ ਦਾ ਚੇਤਾ ਨਹੀਂ ਚੀਤਾ ਤੈਨੂੰ ਸਾਰਾ ਪਤਾ ਹੁੰਦਾ ਮੈਨੂੰ ਸਾਰਾ ਹਾਊਸ ਸਾਈਡ ਦਾ ਚੜਿਆ ਹੁੰਦਾ ਤੂੰ ਉਹ ਚੇਤਾ ਰੱਖਣੀ ਨਹੀਂ ਦਿੰਦਾ ਮੈਂ ਉਹ ਤਾਂ ਪਤਾ ਹੈ ਨਹੀਂ ਮਾੜੀ ਦੇ ਉਦੋਂ ਹੀ ਕਹਿੰਦਾ ਭੈ ਚੋਦ ਕਹਿੰਦਾ ਸੈਵੜਾ ਦਾ ਬੜੇ ਜਾਣਾ ਪੈ ਗਿਆ ਬਿੱਟੂ ਉਹ ਨਹੀਂ ਉਹ ਨਹੀਂ ਗੱਲ bro ਉਹ ਜਿਹੜਾ ਬੰਦਾ ਨਾ ਉਹ ਬੰਦਾ ਉਹ ਐਡਾ ਕੁੱਤਾ ਬੰਦਾ ਨਾ ਇਹਨੂੰ ਸਭ ਪਤਾ ਹੁੰਦਾ ਵੀ ਇਹ ਹੁਣ ਬੰਦਾ ਨਿਕਲਣ ਵਾਲਾ ਹੈ ਸਹੀ ਗੱਲ ਮੈਂ ਤੇ ਰੋਬੀ ਉੱਤੇ ਭੈਣ ਦੀ ਉਹ ਪਹਿਰੇਦਾਰੀ ਖੜੇ ਇਹ ਕਹਿੰਦੇ ਜਾਗਦੇ ਰਹੋ ਭੈਣ ਚੋ ਜਿੰਨੇ ਜਾਗਣਾ ਸੀ ਉਹਨੇ ਭੱਜ ਗਿਆ ਕੁੜੀ ਅਸਲ bro ਗੱਲ ਸੁਣ ਉਹ ਇੱਕ ਦਿਨ ਉਹ ਆਹੋ ਤੇ ਇੱਕ ਦਿਨ ਭੈਣ ਜੋ ਲਾਈਗਨ ਸਟਰੀਟ ਸਹੀ ਹੈ 8-9 ਕੁੜੀਆਂ ਸੀਗੀਆਂ bro ਮੈਂ ਕਹਿੰਦਾ ਇਹ ਦੇਖੋ ਕੁੜੀਆਂ ਦੇਖੋ ਕੁੜੀਆਂ ਕੜੀਆਂ ਕੋਈ ਖਾਸ ਵੱਡੀ ਚੀਜ਼ ਨਹੀਂ ਹੁੰਦੀ bro ਓਏ ਇਹ ਤਾਂ bro ਚੱਲ ਇਹਦੇ ਉਹ ਕਹਿੰਦੇ ਵੀ ਇੱਕ ਗੱਡੀ ਜਾਵੇ ਤੇ ਇੱਕ ਗੱਡੀ ਆਵੇ ਤੁਰੇ ਜਾਂਦੇ ਭਾਵੇਂ ਬੰਦੇ ਨੂੰ ਗੱਲ ਕਰਨ ਦੀ ਥੋੜੀ ਜਿਹੀ ਹੋਣਾ ਚਾਹੀਦਾ ਸੋਹਣਾ ਸੁਨੱਖਾ ਹੋਣਾ ਚਾਹੀਦਾ ਕੱਪੜੇ ਪਹਿਨਣੇ ਸੋਹਣਾ ਸੁਨੱਖਾ ਨਹੀਂ bro ਸਾਲ ਨੂੰ ਕੌਨਫੀਡੈਂਸ ਹੋਣਾ ਐਕਸਪੀਰੀਅੰਸ ਬਾਬਾ ਜੀ ਪ੍ਰਵਚਨ ਦੇ ਬਾਬਾ ਜੀ ਨੂੰ ਕਿਹਾ ਐਕਸਪੀਰੀਅੰਸ ਹੀ ਇੰਨਾ ਮੈਂ ਤੁਰੇ ਜਾਂਦੇ ਨਾ ਅੱਛਾ ਆ ਜਾ ਫਿਰ ਨਹੀਂ ਹੁਣ ਇੱਕ ਮੈਂ ਤੁਹਾਨੂੰ ਬਾਬਾ ਜੀ ਦੀ ਗੱਲ ਸੁਣਾਉਂਦਾ ਆਪਾਂ ਗੱਲ ਕਰਦੇ ਪਏ ਸੀ ਪਖੰਡੀਆਂ ਦੀ bro ਤੇਰੇ ਵੀਰ ਨਾਲ ਬੜਾ ਵੱਡਾ ਕਿੱਧਰ ਘਟਨਾ ਹੋਈ ਹੈ ਅੱਜ ਫਿਰ ਦੱਸੋ ਅੱਜ ਨਹੀਂ ਮਤਲਬ ਪੰਜਾਬ ਅੱਛਾ ਫਿਰ ਮੈਂ ਨਾ ਇਸ ਤੋਂ ਬਾਅਦ ਮੈਨੂੰ ਵੀ ਗੱਲ ਦਾ ਚਿੱਤਰ ਕਰਾਇਓ ਕੱਲ ਉਹਨਾਂ ਮੈਂ ਕਿਸੇ ਨਾਲ ਫੋਨ ਤੇ ਡਿਆਂ ਗੱਲ ਕਰਨ ਚੱਲ ਤੂੰ ਸੁਣਾ ਦੇ ਪਹਿਲਾਂ ਤੇ ਉਹਨੇ ਮੈਨੂੰ ਕਿਹਾ ਵੀ ਤੂੰ ਕਦੀ ਮੁੱਠ ਮਾਰੀ ਹੈ ਕਿ ਨਹੀਂ ਮਾਰੀ ਉਹਨੇ ਮੈਨੂੰ ਇਹ ਕੁਐਸਚਨ ਕਿਉਂ ਕੀਤਾ ਉਹਨੇ ਮੈਨੂੰ ਕੁਐਸਚਨ ਕੀਤਾ ਜਿਹੜਾ ਅੱਜ ਕੱਲ ਟਿਕਟੌਕ ਦੇ ਨਾ ਇੱਕ ਸਰਦਾਰ ਬਾਈ ਵਿਨਰ ਆ ਹੱਥ ਰੱਸੀ ਵੇਖੋ ਜੀ ਮੇਰੀ ਸੁਣੋ ਗੱਲ ਮੈਨੂੰ ਪੰਜਾਬੀ 'ਚ ਮੇਰਾ ਹੱਥ ਟੈੜ ਆ ਮੈਨੂੰ ਤਾਂ ਇਦਾਂ ਦੀ ਬੋਲਣੀ ਆਉਂਦੀ ਹੱਥ ਰੱਸੀ ਰੁੱਸੀ ਫੜਨੀ ਇਹ ਨਹੀਂ ਮੈਨੂੰ ਪਤਾ ਮੈਨੂੰ ਇੰਨਾ ਪਤਾ ਕਿ ਹੱਥ ਰੱਸੀ ਫੜ ਕੇ ਮੱਛੀ ਫੜਨਾ ਮੈਨੂੰ ਇੰਨਾ ਪਤਾ ਵੀ ਜਿਹੜੀ ਕਹਿੰਦੇ ਮੁੱਠ ਮਾਰਨੀ ਜਿੰਨੇ ਸੁਣਨੀ ਗੱਲ ਸੁਣੋ ਜਿੰਨੇ ਨਹੀਂ ਸੁਣਨੀ ਅੱਗੇ ਚੱਲ ਜਾਓ ਵੀ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੰਦਾ ਇਹ ਅਸਲ ਗਿਆਨ ਦੇਣ ਲੱਗੇ ਹੁਣ ਇਹ ਹੁਣ ਮੈਂ ਤੁਹਾਨੂੰ ਅਸਲ ਗਿਆਨ ਦੇਣ ਲੱਗਾ ਜਿੰਨੇ ਸੁਣਨੀ ਸੁਣ ਲਿਓ ਜਿੰਨੇ ਉਂਗਲਾਂ ਲੈਣ ਨੂੰ ਤਿਆਰ ਨੇ ਰਿਓ ਜੇ ਨਹੀਂ ਸੁਣਨਾ ਯੂ ਕੈਨ ਪਲੀਜ਼ ਟਰਾਈ ਐਨੀ ਅਦਰ ਵੀਡੀਓ ਬਟ ਯੂ نو ਵਾਟ ਸਟ੍ਰੇਟ ਫੋਰਵਰਡ ਸਹੀ ਹੈ ਹਾਂ ਕੁੜੀਏ ਧਿਆਨ ਨਾਲ ਯਾਰ ਗੱਲ ਸੁਣੀ ਮੇਰੀ ਸਹੀ ਹੈ ਸੁਣਾ ਦੇ ਚੱਲ ਕੁਐਸਚਨ ਸੀਗਾ ਵੀ ਤੂੰ ਕਦੀ ਮੁੱਠ ਮਾਰੀ ਆ ਤੇ ਮੈਂ ਨਾ ਇੱਕ ਮੈਂ ਆਪਣਾ ਇੱਕ ਯੰਗਸਟਰ ਮੁੰਡੇ ਹੁੰਦੇ ਨਾ ਜਦੋਂ ਨਵਾਂ ਭੈਣ ਚੋਦ ਪਤਾ ਲੱਗਦਾ ਵੀ ਭੈਣ ਚ ਲੁੱਲੀ ਖੜੀ ਵੀ ਹੁੰਦੀ ਆ ਸਹੀ ਹੈ ਤੇ ਪੀਜੇ ਹੁਣੀ ਐ ਬਾਥਰੂਮ ਚ ਕਰਦੇ ਹੁੰਦੇ ਲੇਕਿਨ ਕੋ ਆਉਂਦਾ ਨਹੀਂ ਬਾਹਰ ਕੁਝ ਆਉਂਦਾ ਨਹੀਂ ਹੋ ਗਿਆ ਭੈਣ ਮਾਰ ਕੇ ਹੱਥ ਰੱਸੀ ਕਰਨ ਨਾਲ ਨਾੜਾ ਕਮਜ਼ੋਰ ਹੋ ਜਾਂਦੀ ਆ ਬੰਦਾ ਪੁੱਛੇ ਵੀ ਸਾਲਿਆ ਹੱਥ ਰੱਸੀ ਕਰਨ ਨਾਲ ਨਾੜਾ ਕਮਜ਼ੋਰ ਹੋ ਜਾਂਦੀ ਆ ਕੁੜੀ ਇਹ ਪੁਰਾਣੇ ਜ਼ਮਾਨੇ ਦੇ ਵਿੱਚ ਬੰਦੇ ਰਹਿੰਦੇ ਨੰਗੇ ਹੀ ਲੈ ਸਹੀ ਹਾਂ bro ਆਪਾਂ ਮੈਂ ਕੀਤੀ ਯਾਰ ਮੁੱਠ ਮਾਰੀ ਰੱਜ ਕੇ ਪਰ ਕੀ ਸਾਡਾ ਲੰਨ ਹੁਣ ਕੁੜੀ ਆ ਵਾ ਨਾ ਤਲਵਾਰ ਨਾਲ ਗੱਲ ਸੁਣ ਭੈਣ ਚੋ ਗੱਲ ਸੁਣ ਆ ਝੂਠ ਬੋਲਦਾ ਓਏ ਭੈਣ ਚੋ ਖਾਸਾ ਵੈਗਰੀ ਦੀਆਂ ਗੋਲੀਆਂ अच्छा फिर बात सुनो अभी मुझे बताओ चल हासा बहुत हो गया हमें लगा टूटना है सारी ਗੱਲ ਇਦਾਂ ਵੀ ਮੈਂ ਪੜਦਾ ਹੁੰਦਾ ਹੋਸਟਲ ਦੇ ਵਿੱਚ ਸਹੀ ਆ ਤੇ ਪਹਿਲਾਂ ਨਹੀਂ ਪਤਾ ਨਹੀਂ ਇੱਕ ਦਿਨ ਰਾਤ ਨੂੰ ਮੈਨੂੰ ਨਾ ਕੁਝ ਇਦਾਂ ਲੱਗਾ ਜਿੱਦਾਂ ਨਾ ਜਾਂ ਮੈਨੂੰ ਨਿਕਲਿਆ ਮੇਰਾ ਕੱਛਾ ਗਿੱਲਾ ਹੋਇਆ ਸਹੀ ਆ ਮੈਨੂੰ ਵੀ ਯਾਦ ਹੈ bro ਤੇ I was shocked ਕਿ ਮੇਰਾ ਭੈਣ ਚੋ ਅੰਡਰਵੇਅਰ ਕਿੱਦਾਂ ਗਿੱਲਾ ਹੋਇਆ ਸਹੀ ਆ ਕੀ ਹੋਇਆ ਹੋ ਜਾ ਸਹੀ ਆ ਫਿਰ ਨਾ ਹੁਣ ਓਬਵੀਅਸਲੀ ਮੁੰਡੇ ਨਾਲੇ ਸਪੋਰਟਸ ਦੇ ਵਿੱਚ ਸੀਗੇ ਮੈਂ ਬਾਥਰੂਮ ਦੇ ਵਿੱਚ ਮਾੜਾ ਜਿਹਾ ਜਾ ਕੇ ਪਲੇ ਕੀਤਾ
ਕਰੰਟ ਉੱਥੇ ਪੂਰੇ ਭੈਣ ਦੇ ਸਮਰਥ ਕਰੰਟ ਦੇ ਉਹ ਕਰੰਟ ਜਦੋਂ ਮੈਂ ਕਰੰਟ ਨੂੰ ਕਰੰਟ ਦਿੰਦਾ ਰਿਹਾ ਹਾਂ। ਤੇ ਭੈਣ ਚੋਂ ਇੱਕਦਮ ਬ੍ਰੇਕ ਆਊਟ ਤੇ ਮੈਂ ਵੇਖਿਆ ਵੀ ਭੈਣ ਦੀ ਆ ਗਿਆ ਅੱਛਾ ਇਹ ਕੰਮ ਹੋਇਆ ਸੀ ਰਾਤੀ ਸਹੀ ਹੈ ਵੀ ਇਹ ਜਿੱਦਾਂ ਹੁਣ ਹੋਇਆ ਇਦਾਂ ਹੀ ਫਿਰ ਉਦੋਂ ਰਾਤੀ ਹੋਇਆ ਐਨੀਵੇ ਹਾਂ ਦਿਮਾਗ ਦੇ ਵਿੱਚ ਭੈਣ ਚੋਰ ਉਦੋਂ ਹੀ ਸਾਰਿਆਂ ਲੋਕਾਂ ਨੇ ਪਾਤਾ ਸੀ ਵੀ ਮੁੱਠ ਮਾਰਨਾ ਨਾੜਾਂ ਕਮਜ਼ੋਰ ਹੋ ਜਾਂਦੀਆਂ ਲੁੱਲੀ ਖੜੀ ਨਹੀਂ ਹੁੰਦੀ ਮੁੱਠ ਨਹੀਂ ਮਾਰਿਆ ਕਰੋ ਸਹੀ ਹੈ ਠੀਕ ਹੈ ਹੁਣ ਪੁਰਾਣੇ ਸੁਣ ਲਓ ਮੇਰੀ ਗੱਲ ਹਾਂ ਗੁਰਦਾਸਪੁਰ ਦੇ ਮੁੰਡੇ ਨਾਲ ਪੜ੍ਹਦੇ ਹੁੰਦੇ ਸੀ ਬੜੇ ਸਹੀ ਹੈ ਬੜੇ ਮੁੰਡੇ ਪੜ੍ਹਦੇ ਹੁੰਦੇ ਸੀ ਸਹੀ ਹੈ ਇੱਕ ਮੁੰਡਾ ਹਾਕੀ ਦਾ ਪਲੇਅਰ ਸੀਗਾ ਸਾਡੇ ਤੋਂ ਸੀਨੀਅਰ ਸੀਗੇ ਹਾਂ। ਕਈ ਮੁੰਡੇ ਬਾਸਕਟਬਾਲ ਦੇ ਪਲੇਅਰ ਸੀਗੇ ਹੁਣ ਇੰਡੀਆ ਦੀ ਟੀਮ ਦੇ ਵਿੱਚ ਆ ਸਹੀ ਹੈ ਸਾਡੇ ਤੋਂ ਸੀਨੀਅਰ ਸੀਗੇ ਹਾਂ ਉਹ ਏਦਾਂ ਹੀ ਪਤਾ ਲੱਗਿਆ ਜੀ ਭੈਣ ਚੋਦ ਬ੍ਰੈਡ ਲੈ ਕੇ ਆਉਂਦੇ ਮੈਨੂੰ ਪਤਾ ਹੀ ਉਹ ਗੱਲ ਕਰਨੀ ਬ੍ਰੈਡ ਲੈ ਕੇ ਆਉਂਦੇ ਥੱਲੇ ਬ੍ਰੈਡ ਜਿਹੜਾ ਖਾਇਆ ਬੁੱਲਰ ਤੇ ਕਿਹ ਬ੍ਰੈਡ ਤੂੰ ਬ੍ਰੈਡ ਲੈ ਕੇ ਆਉਂਦੇ ਬ੍ਰੈਡ ਲੈ ਕੇ ਆਉਂਦੇ ਪਰ ਭੈਣ ਪੁਰਾਣੀ ਬ੍ਰੈਡ ਕਰਦੇ ਕੀ ਆ ਚਲੋ ਜੀ ਮੈਂ ਹੋਸਟਲ ਚੋਂ ਸਾਲ ਇੱਕ ਮੈਂ ਛੁੱਟੀ ਘਰੋਂ ਆਉਣਾ ਜਾਣਾ ਸਕੂਟਰ ਤੇ ਮੋਟਰਸਾਈਕਲ ਤੇ ਫਿਰ ਮੈਂ ਕਿਹਾ ਨਹੀਂ ਯਾਰ ਹੋਸਟਲ ਦੀ ਲਾਈਫ ਫਕਿੰਗ ਡਿਸਪਲਿਨ ਵੱਖਰੀ ਹਾਂ ਚੱਲ ਮੈਂ ਚੱਕਿਆ ਫਿਰ ਟਰੰਕ ਆਪਣੇ ਉਦੋਂ ਟਰੰਕ ਹੁੰਦੇ ਸੀ ਐਡਾ ਮੋਟਾ ਭੈਣ ਚੋਂ ਨਾ ਕਿ ਗੋਦਰੇਜ ਦਾ ਜਿੰਦਾ ਲਾਇਆ ਹੁੰਦਾ ਵਾਪਸ ਵੀ ਤੇਰਾ ਹੋਸਟਲ ਉੱਤੇ ਲਿਖਿਆ ਤਾਂ ਗੁਲਾਬ ਸਿੰਘ ਲਿਖਿਆ ਹੁੰਦਾ ਗੁਲਾਬ ਸਾਹਿਬ ਸਾਹਿਬ ਦੇ ਹਾਊਸ ਨੰਬਰ ਪਿੰਡ ਦਸ਼ਮੇਸ਼ ਨਗਰ ਲੋਲਾ ਹਾਂ। ਤਹਿਸੀਲ ਕਿਹੜੀ ਜ਼ਿਲ੍ਹਾ ਬਾਬਾ ਬਕਾਲਾ ਡਿਸਟ੍ਰਿਕਟ ਸਰ ਠੀਕ ਹੈ ਪਤਾ ਲੱਗਿਆ ਵੀ ਭੈਣ ਚੋਦ ਵੀ ਹੁਣ ਪੁਰਾਣੇ ਮੁੰਡੇ ਸੀਗੇ ਹੁਣ ਜੇ ਮੈਂ ਉਹਨਾਂ ਨੂੰ ਪੁੱਛਾਂ ਵੀ ਭਾਜੀ ਭੈਣ ਚੋ ਬ੍ਰੈਡ ਕੀ ਕਰਦੇ ਹੁੰਦੇ ਉਹ ਮੁੰਡੇ ਉੱਥੇ ਹੈ ਨਹੀਂ ਅੱਛਾ ਉਹ ਚਲੇ ਗਏ ਹੂੰ ਇੱਕ ਦਿਨ ਸਾਲਾ ਨਾ ਐਵੇਂ ਦਿਮਾਗ ਚ ਆਇਆ ਵੀ ਚੱਲ ਮੈਂ ਵੀ ਜਾਣਾ ਬ੍ਰੈਡ ਲੈ ਕੇ ਆਉਣਾ ਕੰਟੀਨ ਚੋਂ ਅੱਛਾ ਉੱਥੇ ਨਾ ਹਿਮਾਚਲ ਦਾ ਹੁੰਦਾ ਸੀ ਬਾਸ਼ਾ ਹਾਂ ਰੋਟੀਆਂ ਲਾਉਣ ਹੁੰਦਾ ਸਾਡੀ ਹਾਂ ਹੁਣ ਉਹਨੂੰ ਪਤਾ ਸੀ ਵੀ ਭੈਣ ਚ ਮੁੰਡੇ ਬ੍ਰੈਡ ਲੈ ਕੇ ਜਾਂਦੇ ਕੀ ਕਰਦੇ ਆ। ਹਾਂ ਮੈਂ ਗਿਆ ਮੈਂ ਵਾਸਿਆ ਬ੍ਰੈਡ ਦਾ ਪੈਕਟ ਦੀ ਇੱਕ ਹਾਂ ਆਹ ਹਾਂ ਹੁਣ ਤੂੰ ਹੀ ਕਰੇਗਾ ਆਹ ਮੈਂ ਕਿਹਾ, ਸਾਲਾ ਕੀ ਕਹਿੰਦਾ ਭੈਣ ਚ ਮੈਂ ਕਿਹਾ ਕੀ ਭਾਸ਼ੇ ਕਰਨਾ ਮੈਂ ਭੈਣ ਚ ਕੂੜਾ ਬੜਾ ਵਧੀਆ ਲੱਗਦਾ ਨਾ ਹਾਂ ਮੈਂ ਸੋਚ ਸਾਜ ਕੇ ਭੈਣ ਚ ਮੈਂ ਸਾਲਾ ਕੂੜਾ ਲੱਗਦਾ ਫਿਰ ਮੇਰੇ ਦਿਮਾਗ 'ਚ ਮੈਂ ਹੋ ਉਹਦੇ ਭੈਣ ਚੋਂ ਬ੍ਰੈਡਾਂ ਦੇ ਨਾਲ ਕਰਦੇ ਰਹੇ ਆ ਵੀਰ ਤੇਰੇ ਨੇ ਗਿਆ ਵੀਰ ਨੇ ਬ੍ਰੈਡਾਂ ਦਾ ਤਾਈ ਬ੍ਰੈਡ ਭੈਣ ਚ ਕੂੜੀ ਬ੍ਰੈਡ ਲਿਆਂਦੀ ਤੇਲ ਸਰੋਂ ਦਾ ਬੀਜਾ ਲੈ ਗਿਆ ਨਾਲ ਵਿੱਚ ਬਾਥਰੂਮ ਦੇ ਵਿੱਚ ਕੁੰਡੀ ਲਾਈ ਬ੍ਰੈਡਾਂ ਦਾ ਪੈਕਟ ਉੱਪਰੋਂ ਜਿਹੜਾ ਹੁੰਦਾ ਨਾ ਉੱਪਰ ਉਹਨੂੰ ਕੱਟਿਆ ਕੱਟ ਕੇ ਫਿਰ ਤੇਰੇ ਵੀਰ ਨੇ ਨਾ ਤੇਲ ਐਡ ਕਰਕੇ ਬਾਲ ਫੂਲਸ ਕਰਕੇ ਬ੍ਰੈਡ ਦਾ ਪੈਕਟ ਫੜਿਆ ਚੱਲ ਵਿੱਚ ਬ੍ਰੈਡ ਚੱਲ ਪੂਰਾ ਕੰਮ ਕੀਤਾ ਉਹ ਕਾਰਟੂਨ ਕੇ ਬ੍ਰੈਡ ਬਾਹਰ ਆਤੀ ਨਾਲ ਇੱਕ ਬ੍ਰੈਡ ਦਾ ਪੈਕਟ ਸੁੱਕਣਾ ਏਡਾ ਹੁੰਦਾ ਬ్రో ਆਹੋ ਐਂਡਲੇ ਦੋ ਕੁ ਬ੍ਰੈਡ ਬਚ ਜਾਂਦੇ ਸੀ ਹਾਂ ਤੇ ਜਿਹੜੀ ਮਲਾਈ ਸਾਰੀ ਉੱਥੇ ਲੱਗਦੀ ਸੀ ਜਾ ਕੇ ਜਦੋਂ ਮੈਂ ਐਂ ਜੋ ਵਿੱਚ ਜਾਣਾ ਤੀਰ ਕਮਾਰ ਤੇ ਮਲਾਈ ਐਂਡਲੇ ਦੋ ਤਿੰਨ ਬ੍ਰੈਡਾਂ ਤੇ ਲੱਗ ਜਾਣੀ ਸਹੀ ਹੈ ਹੁਣ ਮੇਰੇ ਨਾਲ ਤਾਂ ਵੇਸਟ ਹਾਂ ਹੁਣ ਕੂਲਰ ਸੀ ਤੈਨੂੰ ਪਤਾ ਘਰਾਂ ਦੇ ਬਾਹਰ ਕੂਲਰ ਲਾਏ ਹੁੰਦੇ ਤੇ ਹਵਾ ਅੰਦਰ ਆਉਂਦੀ ਹੁੰਦੀ ਸਹੀ ਹੈ। ਇੱਕ ਪਾਸਾ ਖੁੱਲ੍ਹਾ ਬਾਹਰ ਠੰਡੀ ਹਵਾ ਹੁਣ ਕੂਲਰ ਸੀਗੇ ਉੱਥੇ ਬ్రో ਕਬੂਤਰ ਬਹਿੰਦੇ ਹੁੰਦੇ ਸੀ ਹਾਂ ਕਬੂਤਰਾਂ ਨੇ ਖਾਣਾ ਖੂਣਾ ਕਿਉਂਕਿ ਸਾਡਾ ਵਾਰਡ ਨਾ ਕਣਕ ਦੇ ਛੋਟੇ ਦਾਣੇ ਆਏ ਛੋਟੇ ਹੁੰਦਾ ਸੀ ਮੈਂ ਵੀ ਕਿ ਮੈਂ ਕਿਹਾ ਬ੍ਰੈਡਾਂ ਦਾ ਪੈਕਟ ਹੈ ਮੈਂ ਛੁੱਟਣਾ ਕਿਉਂ ਚੱਲ ਪੰਛੀ ਖਾ ਲੈਣਗੇ ਠੀਕ ਹੈ ਠੀਕ ਹੈ ਤੇਰੇ ਵੀਰ ਨੇ ਜਾ ਕੇ ਨਾ ਕੂਲਰ ਤੇ ਬ੍ਰੈਡਾਂ ਦਾ ਪੈਕਟ ਰੱਖਤਾ ਅੱਛਾ ਪਹਿਲੇ ਦਿਨ ਰੱਖਿਆ ਕਿਸੇ ਨੇ ਨਹੀਂ ਖਾਦਾ ਖੁਦ ਚਲੋ ਜਾਨਵਰ ਆਏ ਕਾਂ ਕੂੰ ਦੂਜੇ ਦਿਨ ਫੇਰ ਤੇਰੇ ਕੀਤਾ ਜੀ ਕੀਤਾ ਫਿਰ ਮੈਂ ਭੈਣ ਦੇ ਬਾਵਾ ਬ੍ਰੈਡ ਲੈਂਦੇ ਨਾ ਜਦੋਂ ਵੀ ਕਰਨਾ ਰੱਖ ਦੇਣਾ ਉਹਦੇ 3-4 ਪੈਕਟ ਇਕੱਠੇ ਹੋ ਗਏ ਸਵੇਰੇ ਭੈਣ ਚੋ ਨਾ ਇੱਕ ਮੁੰਡਾ ਸੀਗਾ ਜਦੋਂ ਖੇਮ ਕਰਨ ਕਿੱਥੇ ਆ ਪੱਟੀ ਲਾ ਗਏ ਖੇਮ ਕਰਨ ਪੱਟੀ ਉੱਥੋਂ ਦਾ ਮੁੰਡਾ ਸੀਗਾ ਇੱਕ ਤੇ ਦੁੱਧ ਦਾ ਗਲਾਸ ਮਿਲਦਾ ਹੁੰਦਾ ਸੀ ਸਾਨੂੰ ਹਾਂ ਨਾਲ ਇੱਕ ਦੁੱਧ ਦੇ ਨਾਲ ਇੱਕ ਕੇਲਾ ਮਿਲਦਾ ਹੁੰਦਾ ਸੀ ਰਿਫਰੈਸ਼ਮੈਂਟ ਅੱਛਾ ਇੰਜ ਫੜਿਆ ਹਾਂ। ਤੇ ਬ੍ਰੈਡ ਫੜਿਆ ਹੱਥ 'ਚ ਹਾਂ ਤੇ ਖਾਣ ਡਿਆ ਹਾਂ ਕੂਲਰ ਕੂਲਰ ਤੋਂ ਭੈਣ ਜੋ ਨਾਲ ਨਾਲ ਦੁੱਧ ਵੀ ਜਾਂਦਾ ਪਤਾ ਨਹੀਂ ਕਿਹੜਾ ਭੈਣ ਚ ਬ੍ਰੈਡ ਰੋਜ਼ ਹੀ ਰੱਖਿਆ ਉਹਦੇ ਰੋਜ਼ ਬ੍ਰੈਡ ਰੱਖਦੇ ਮੈਂ ਗਿਆ ਓਏ ਉਹ ਸਾਲਿਆ ਕਿਹੜੀ ਬ੍ਰੈਡ ਓਏ ਕਿ ਨਾ ਬਾਹਰ ਕੂਲਰ ਤੇ ਪਈ ਆ ਹੁਣ ਭੈਣ ਖਾ ਲਿਆ ਸੀ ਉਹਨੇ ਸਾਰਾ ਬ੍ਰੈਡ ਜੇ ਮੈਂ ਉਹਨੂੰ ਦੱਸ ਦਿੰਦਾ ਮੈਂ ਪੰਗਾ ਪੈ ਜਾਣਾ ਹਾਂ ਮੈਂ ਕਿਹਾ ਨਹੀਂ ਬਣਾ ਖਾ ਲੈਂਦੇ ਇੰਜੋਏ ਕਰ ਲੈਂਦੇ ਦੱਸਣਾ ਨਹੀਂ ਹੈ ਫਿਰ ਨਾ ਜਦੋਂ ਮਟੂਰ ਤੈਨੂੰ ਪਤਾ ਤੈਨੂੰ ਮਛਲੀ ਹੁੰਦੀ ਭੈਣ ਖੇਡਦੀ ਸੀ ਮੈਂ ਤੈਨੂੰ ਪਤਾ ਉਹ ਬ੍ਰੈਡ ਕਿੱਥੋਂ ਆਈ ਕਿੰਨੇ ਕਿੱਥੋਂ ਆਈ ਮੈਂ ਪਾਸ਼ੇ ਨੇ ਕੀ ਆ ਇਹ ਜਿਹੜੇ ਬ੍ਰੈਡਾਂ ਦਾ ਮੁੱਠ ਮਾਰਦਾ ਰਿਹਾ ਇਹ ਬ੍ਰੈਡ ਉਹ ਖਾਂਦੇ ਨੇ ਕਿਹੜੀ ਆ
ਹੋਸਟਲ ਦੇ ਸਰ ਤੇ ਇਸ ਕਰਕੇ ਮੈਂ ਦੱਸਦਾ ਵੀ ਅਸੀਂ ਨਹੀਂ ਕਦੀ ਮੁੱਠ ਮਾਰੀ। ਮੈਨੂੰ ਨਾ ਕੂਲਰ ਤੋਂ ਗੱਲ ਚੇਤੇ ਆਈ। ਹਾਂ। ਤੇ ਕੱਲ ਮੈਂ ਨਹੀਂ ਤੂੰ ਪਹਿਲਾਂ ਗੱਲ ਦੱਸ ਮੈਨੂੰ ਪਹਿਲੀ ਗੱਲ। ਉਹ ਹੁਣ ਮੇਰੇ ਕੂਲਰ ਦਾ ਕੂਲਰ ਜੋੜ ਲਿਆ ਦੇਖ। ਮਾਮੇ ਦੀ ਆ ਸੁਣੋ ਜੀ ਮਾਮੇ ਦੀ ਗੱਲ ਸੁਣੋ। ਮਾਮੇ ਦੀ ਮਾਮਾ ਪੰਜਾਬ ਪੁਲਿਸ ਜਿੰਦਾਬਾਦ ਆ ਸੁਣਿਓ। ਅੱਛਾ ਕਹਿੰਦਾ ਗਰਮੀਆਂ ਦੇ ਦਿਨ ਕਹਿੰਦਾ ਗਰਮੀਆਂ ਲੱਗੇ ਹਾੜ ਲੱਗਿਆ ਕਹਿੰਦਾ ਗਰਮ ਲੋ ਚੱਲੇ ਲੈਟ ਲੂਟ ਹੈ ਨਹੀਂ ਸੀ ਕਹਿੰਦਾ ਮੇਰੇ ਕਹਿੰਦਾ ਨਾਨੀ ਨੂੰ ਨਹੀਂ ਸਾਰੇ ਨਾਨਕੇ ਬਾਹਰ ਘਰੇ ਕੋਈ ਵੀ ਨਹੀਂ ਸੀ ਇਕੱਲਾ ਹੀ ਸੀ ਮੈਂ ਕਹਿੰਦਾ ਮੇਰੀ ਹੁੰਦੀ ਸਹੇਲੀ ਇੱਕ ਪਿੰਡ ਦੀ ਸਹੇਲੀ ਸੀ ਗਵਾਂਢ ਜੀ ਕਹਿੰਦਾ ਮੈਂ ਉਹਨੂੰ ਕਿਹਾ ਕਿ ਆ ਜਾ ਉਹ ਕਹਿੰਦਾ ਵੀ ਦੁਪਹਿਰ ਦੇ 12 ਵਜੇ ਉਹ ਚੁੱਪ ਚਪੀਤੇ ਆ ਗਈ ਘਰ ਚ ਤੈਨੂੰ ਪਤਾ ਉਦੋਂ ਚੜੇਲਾਂ ਦਾ ਟਾਈਮ ਹੁੰਦਾ ਹਾਂ ਉਦੋਂ ਸਭ ਅੰਦਰ ਬੜੇ ਹੁੰਦੇ ਹਨ ਤੇ ਉਹ ਕਹਿੰਦਾ ਉਹ ਆ ਗਈ ਕਹਿੰਦਾ ਜਦੋਂ ਆ ਗਈ ਕਹਿੰਦਾ ਮੈਂ ਕੁੰਡਾ ਲਾਇਆ ਕਹਿੰਦਾ ਵੜ ਗਿਆ ਨਾ ਉਹਨਾਂ ਦੇ ਕਹਿੰਦਾ ਕੜੇਚ ਕੁਲਾ ਠਾ ਕਹਿੰਦਾ 10 ਕੁ ਮਿੰਟਾਂ ਬਾਅਦ ਕੁੰਡਾ ਖੜਕਿਆ ਬਾਹਰੋਂ ਹਾਂ ਵੇ ਜਿੰਦਿਆ ਤੇਰਾ ਨਾਨੀ ਆਈ ਹੋਰ ਕਹਿੰਦਾ ਮਾਤਾ ਤੇ ਹੁਣੀ ਗਈ ਹੈ ਕਹਿੰਦਾ ਹਾਂ ਕੌਣ ਹੈ ਆ ਮੈਂ ਤੇਰੀ ਤਾਈ ਆ ਤੇਰੀ ਭਲੀ ਹਾਂ ਤਾਈ ਘਰੇ ਕੋਈ ਨਹੀਂ ਹੈਗਾ ਨਹੀਂ ਪਤਾ ਮੈਨੂੰ ਖੰਡ ਚਾਹੀਦੀ ਸੀ ਉਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਕਮਰਾ ਇੱਕ ਹੀ ਹੁੰਦਾ ਸੀ ਆ ਸਹੀ ਗੱਲ ਹੈ ਕਹਿੰਦਾ ਨਹੀਂ ਕਹਿੰਦਾ ਬਾਅਦ ਚੋਂ ਆਈ ਜਦ ਮਾਤਾ ਹੋ ਗਈ ਉਦੋਂ ਆ ਜੀ ਨਹੀਂ ਤੂੰ 2 ਮਿੰਟ ਕੁੰਡਾ ਤੇ ਖੋਲ ਹੁਣ ਕੁੰਡਾ ਖੋਲੇ ਕਿੱਥੋਂ ਸਹੇਲੀ ਨਾਲ ਉਹ ਸਹੀ ਹੈ ਕੋਲ ਸੀ ਕੂਲਰ ਮਾਮੇ ਨੇ ਕੀ ਕੀਤਾ ਕਹਿੰਦਾ ਲਾਈਟ ਆਉਣ ਨਹੀਂ ਯਾਰ ਮਾਮੇ ਨੇ ਕੀ ਕੀਤਾ ਸਹੇਲੀ ਨੂੰ ਨਾ ਕਹਿੰਦਾ ਤੂੰ ਐ ਕਰ ਕੂਲਰ ਚ ਵੜ ਜਾ ਉਹ ਕੱਟੀ ਕੁੱਟੀ ਕਰੇ ਕੂਲਰ ਚ ਵੜਦੀ ਅੱਛਾ ਹੁਣ ਅੱਗੇ ਕੁੰਡਾ ਖੋਲਦਾ ਹੁਣ ਤੈਨੂੰ ਪਿੰਡਾਂ ਦੀ ਜਨਾਨੀਆਂ ਦਾ ਪਤਾ ਹੀ ਹੈ ਤੈਨੂੰ ਚਲਾ ਦੇ ਬ్రో ਤੈਨੂੰ ਪਿੰਡ ਇੰਨੀ ਵੀ ਹੋਣੀ ਮੈਂ ਤੈਨੂੰ ਪਿੰਡਾਂ ਦੀ ਜਨਾਨੀ ਦਾ ਪਤਾ ਉਹ ਨਾਲ ਲਵੇ ਜਾਣਦਾ ਵੇ ਜਿੰਦਿਆ ਵੇ ਕੀ ਆ ਵੇ ਪਤਰਾ ਵੇ ਕੀ ਆ ਵੇ ਖੰਡ ਵੀ ਦੇ ਰਹੇ ਆ ਵੀ ਦੇ ਚੱਲ ਉਹ ਗੱਲਾਂ ਬਾਤਾਂ ਲੱਗੀ ਅੰਦਰੋਂ ਇਮੇਜਿਨ ਕਰੋ ਹਾੜ ਦਾ ਮਹੀਨਾ ਕੁੜੀ ਆਵਾ ਧੁੱਪ ਸਿਗਰ ਦੀ ਪੈ ਰਹੀ ਹਾੜ ਕੇ ਸੌਣ ਭਾਦੋਂ ਦਾ ਹਾੜ ਦਾ ਸੌਣ ਤੇ ਮੀਂਹ ਪੈਂਦਾ ਹੁੰਦਾ ਵੀਰੇ ਹਾੜ ਚ जून जुलाई में सौन करना सौन उसको बोलते ना ਨਹੀਂ ਜੂਨ ਜੁਲਾਈ ਗਰਮੀ ਦੀ ਹੱਦ ਦੀ ਕੁੜੀ ਹੈ ਵੀ ਹਾੜ ਹੁੰਦਾ ਜੂਨ ਜੁਲਾਈ ਦੇ ਵਿੱਚ अच्छा ਉਹ ਭੈਣ ਦੇ ਭਰਾਵਾਂ ਅੰਦਰ ਡੱਕਦੀ ਹੁਣ ਮਾਮੇ ਦਿਮਾਗ 'ਚ ਕੀ ਚੱਲੇ ਸਹੇਲੀ ਵੀ ਬੰਦ ਹੈ ਚਾਚ ਤਾਈ ਵੀ ਜਾਣ ਨਾਲ ताई नु कहना चलता ही है ਤਾਈ ਜਾਣ ਨਾਲ ਲਵੇ ਕਹਿੰਦੀ ਜਿੰਦਿਆ ਤੂੰ ਅੱਜ ਘਰੋਂ ਕੱਢੀਏ ਨਾ ਕੀ ਗੱਲ ਕੀ ਹੈ ਨਹੀਂ ਤਾਈ ਮੈਂ ਸੌਣਾ ਉਹ ਭਾਈ ਜਦੋਂ 10 ਮਿੰਟ ਲੱਗੇ ਖੜੀ ਨੂੰ ਉਥੇ ਉਹ ਜਦੋਂ ਕਹਿੰਦਾ ਮੈਂ ਇਹਨੂੰ ਕੱਢਿਆ ਤੇ ਮੈਂ ਇੱਕਦਮ ਭੱਜਿਆ ਕੂਲਰ ਵੱਲ ਨੂੰ ਕਹਿੰਦਾ ਉਹ ਅੰਦਰ ਬੇਹੋਸ਼ ਹੋ ਗਈ ਭੈਣ ਚੋ ਵਾਹਿਗੁਰੂ ਉਹ ਕਹਿੰਦਾ ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਕਿ ਭੈਣ ਕੁੜੀ ਤੇ ਗਈ ओए ਕਹਿੰਦਾ ਮੈਂ ਪੱਖੀਆਂ ਚੱਲਾਂ ਨੂੰ ਜੋੜ ਜਾ बहुत कारनामा कीता ही लेकिन ਕਾਰਨ ਮੈਂ ਕਿੱਥੇ ਹੋਇਆ ओही ਤਾਈ ਪਹਿਲੇ ਆ ਗਈ ਉਹ ਕਹਿੰਦਾ ਜਦੋਂ ਮਾਨੋ ਜੀ ਹੋਸ਼ ਆਈ ਮੈਂ ਕਿਹਾ ਤੂੰ ਕਰ ਵੀ ਚਾਹ चलता रहने दे फिर सही है ਐਵੇਂ ਜਿਹੇ ਕੰਮ ਕਰਦੇ ਰਹੇ ਹੁਣ ਮੈਂ ਤੈਨੂੰ ਗੱਲ ਸੁਣਾਉਣ ਲੱਗਾ ਪਹਿਲੀ ਅੱਛਾ ਇਹ ਜਿਹੜੇ ਵੀ ਸਿਆਣਿਆਂ ਕੋਲ ਬੀਬੀਆਂ ਮੇਰੀ ਮਾਲਾ ਵੀ ਬਹੁਤ ਜਾਂਦੀ ਸੀ ਮੈਂ ਬ్రో ਪਹਿਲਾਂ ਤੁਹਾਨੂੰ ਦੱਸਦਾ ਮੈਂ ਆਪਣੇ ਆਪ ਨੂੰ ਥੱਲੇ ਲੈ ਕੇ ਚੱਲਦਾ ਸਿਆਣਿਆਂ ਕੋਲ ਪੰਡਤਾਂ ਕੋਲ ਛਾਪਾਂ ਛੱਲੇ ਰੱਖਾਂ ਤਵੀਤ ਕਰਾਉਣੇ ਪਾਉਣੇ ਪਤਾ ਨਹੀਂ ਬ్రో ਮੈਨੂੰ ਗਰੀਬ ਨੂੰ ਕਿੰਨੇ ਕੁ ਤਵੀਤ ਕਹਿੰਦੇ ਕੀਤੇ ਹੋਣੇ ਕਿ ਨਹੀਂ ਕੀਤੇ ਹੋਣੇ ਹੂ ਗਿਵਸ ਅ ਫੱਕ ਭੈਣ ਚੋਦ ਹੂ ਕੇਅਰਸ ਇਹ ਤਾਂ ਸਿਰਫ ਤੁਹਾਡੇ ਵਿਸ਼ਵਾਸ ਦੀ ਗੱਲ ਆ ਪਰ ਗੱਲ ਜਿਹੜੀ ਕਰਨ ਲੱਗਿਆ ਵੀਰ ਇਹਦੀ ਗੱਲ ਦੇ ਨਾ ਗੌਰ ਫਰਮਾਇਓ ਕਿੰਨੇ ਬੰਦੇ ਤੇ ਕਿੰਨੀਆਂ ਬੁੱਢੀਆਂ ਦੇ ਜਵਾਕ ਇਹ ਬਾਬਿਆਂ ਸਿਆਣਿਆਂ ਕੋਲੋਂ ਚੁਦੇ ਹੋਣੇ ਸਹੀ ਹੈ ਸੁਣਿਓ ਬੜਾ ਧਿਆਨ ਮੈਂ ਨਾ ਡਿਪੋਰਟ ਹੋ ਗਿਆ ਵਾਪਸ ਤੇ ਪਹਿਲੇ ਤਾਂ ਪਤਾ ਘਰ ਦੇ ਬੜਾ ਕਰਦੇ ਕਿ ਸਿਆਣੇ ਕੋਲ ਜਾ ਕੇ ਸਿਆਣਾ ਕੋਲ ਜਾ ਕੇ ਤੇਰੇ ਤੋਂ ਕੀ ਸੈਡ ਸਤੀ ਚੱਲਦੀ ਹੈ ਕੀ ਚੱਲਦਾ ਸ਼ਨੀ ਗ੍ਰਹਿ ਤੇਰੇ ਤੇ ਮਾੜਾ ਭਾਈ ਮੈਂ ਸੀਗਾ ਨਾਨਕੇ ਪਿੰਡ ਰਹਿੰਦਾ ਹੋਏ ਤੇ ਮੇਰੀ ਮਾਮੀ ਨੇ ਮੈਨੂੰ ਕਿਹਾ ਕਿ ਭਾਣਜਾ ਕਿ ਪੁੱਤਰਾ ਤੂੰ ਉੱਥੇ ਜਾ ਕੇ ਆ ਬੜੀ ਸਿਆਣੀ ਆ ਵਾਹ ਜੀ ਵਾਹ ਭਾਈ ਮੈਂ ਕਿਹਾ ਮੈਂ ਨਹੀਂ ਮਾਮੀ ਜਾਣਾ ਹੈਗਾ ਭਾਈ ਮਾਤਾ ਵੀ ਆ ਗਈ ਮਾਮੀ ਨੇ ਨਾ ਭਾਈ ਚੱਲ ਅੱਗੇ ਲੱਗ ਸਾਡੇ ਚਲੋ ਬੀਬੀਆਂ ਦਾ ਕੰਮ ਬੀਬੀ ਦਾ ਵੀ ਆ ਚੱਲ ਭਾਈ ਲੈ ਗਏ ਮੈਨੂੰ ਉਹਦੇ ਪ੍ਰਭਜੋਤ ਵੀ ਨਾਲ ਰਿਕਸ਼ੇ ਤੇ ਬੈਠ ਕੇ ਚਲੋ ਜੀ ਸਿਖਰ ਦੁਪਹਿਰੇ ਬਰੂਤੀ 800 ਤੇਰਾ ਵੀ ਦੁਪਹਿਰ ਹੀ ਸਿਖਰ ਦੁਪਹਿਰੇ ਸਿਖਰ ਦੁਪਹਿਰੇ ਬ్రో ਅੱਛਾ ਭਾਈ ਲੈ ਗਏ ਮੈਨੂੰ ਭਾਈ ਉੱਥੇ ਇਕੱਠ ਲੱਗਿਆ ਇੱਕ ਜਨਾਨੀ ਬੈਠੀ ਚੁੰਨੀ ਜਿਹੜੀ ਹੁੰਦੀ ਮਾਤਾ ਵਾਲੀ ਚੁੰਨੀ ਜਿਹੜੀ ਹੁੰਦੀ ਆ ਉਹਨੇ ਬੰਨੀ ਸਿਰ ਦੇ ਵਿੱਚ ਐਂ ਕਰਕੇ ਪਤਾ ਨਹੀਂ ਐਂ ਕਰਕੇ ਬੈਠੀ ਉਹ ਤੇ ਮੈਂ ਗਿਆ
ਮੈਨੂੰ ਕਹਿੰਦੇ ਆ ਮੇਰੀ ਵਾਰੀ ਆ ਗਈ, ਆਜੋ ਜੀ ਬੈਠੋ ਅੱਗੇ। ਮੈਂ ਬੈਠਿਆ, ਮੇਰੇ ਕੋਲ ਨਹੀਂ ਆਇਆ, ਵੇਖਿਆ ਅੱਛਾ ਬਾਹਰੋਂ ਆਇਆ। ਉਹ ਸਾਡੀ ਲੋਕ ਇਦਾਂ ਦੀ ਪਤਾ ਲੱਗ ਜਾਂਦਾ ਕਿ ਬਾਹਰੋਂ ਆਇਆ, ਇਹਦੇ ਵਿੱਚ ਕੋਈ ਨਵੀਂ ਗੱਲ ਹੈ ਨਾਲੇ ਨਹੀਂ। ਵੀਰ ਪਰਫਿਊਮਾਂ ਦਾ ਬੜਾ ਸ਼ੌਕੀਨ ਹੈ ਉਹਨੇ ਪਤਾ ਲੱਗ ਹੀ ਜਾਂਦਾ ਬਾਹਰ। ਅੱਛਾ ਬਾਹਰ ਤਾਂ ਕਿਹਾ ਜੀ ਅੱਗੋਂ ਫਿਰ ਰਹਿੰਦੀ ਹੁੰਦੀ ਕਸਰ ਮਾਤਾ ਨਹੀਂ ਕੱਢਦੀ ਕਿ ਹਾਂ ਜੀ ਇਹਦਾ ਤਾਂ ਐ ਹੋਇਆ ਜੀ, ਆਹ ਹੋਇਆ ਜੀ ਇਹਦਾ। ਅੱਛਾ ਮੁੰਡੇ ਨੇ ਬੜਾ ਭਾਰਤ ਲੜਿਆ ਬਹੁਤ ਘੱਟ ਚੱਲ। ਐ ਕਰੋ 4 ਕਿੱਲਾ ਲੈ ਲਿਓ, ਕਿੱਲਾ ਵੀ ਭੈਣ ਚੋਂ ਦੀ ਏਡੀ ਕਿੱਲਾ, ਤੇ ਮੇਖਾਂ ਲੈ ਲਿਓ ਤੇ ਇੱਕ ਜਿੰਦਰਾ ਲੈ ਲਿਓ। ਵਾਹ, ਅੱਛਾ ਜਿੱਦਾਂ ਖੋਲਣਾ ਕਿ ਬੰਦ ਕਰਨਾ? ਉਹ ਇਹ ਨਹੀਂ ਮੈਨੂੰ ਪਤਾ, ਸੋਚ ਲੈ। ਐ ਕਰੋ ਪਰ ਬੇਟਾ, ਉਹਨੇ ਹੱਥ ਰੱਖੇ ਮੇਰੇ, ਬੇਟਾ ਪੱਟ ਤੇ ਹਾਂ ਅੱਛਾ ਐ ਬੈਠਾ ਯਾਨੇ ਅਰੇ ਫੀਲਿੰਗ ਲੈਂਦੀ ਹੈ ਵਾਹ ਬੇਟਾ ਤੂੰ ਅੱਜ ਚੁੱਕ ਲਾ ਨਾ ਹੁਣ ਉਹ ਸੁਣਦਾ ਲੈ ਉਹ ਘਰ ਦੇ ਸਲਾਹ ਲੈਂਦਾ, ਮੈਨੂੰ ਫੀਲਿੰਗ ਲੈ ਲੈਂਦਾ। ਫੀਲਿੰਗ ਲੈ ਰਿਹਾ ਉਹ। ਇਹ ਰੋਬੀ ਤੂੰ ਆਇਆ ਮੈਂ ਐਕਸ਼ਨ ਕਰਾ ਦਾਂ ਤੇ ਆ ਫਿਰ ਰੂਬੀ ਆ ਜਾ ਰੂਬੀ। ਤੇਰੇ ਆਇਆ ਰੋਬੀ, ਚੱਲ ਆਇਆ ਯਾਰ, ਆ ਜਾ ਅੱਛਾ ਆ ਲਓ ਜੀ ਫਿਰ ਆ ਗਿਆ। ਉਹ ਬੈਠੀ ਥੋੜੀ ਗੱਦੀ ਉੱਪਰ ਸੀਗੀ, ਥੱਲੇ ਬੈ ਥੱਲੇ ਬੈ ਚੌਂਕੜੀ ਮਾਰ ਕੇ। ਇੱਧਰ ਨੂੰ ਘੁੰਮਣਾ ਮਾੜਾ ਜਿਹਾ ਸਾਲਿਆ। ਸਾਰੇ ਐਕਟਰ ਪੈਚ ਚਲੋ ਜੀ, ਇਹ ਮੈਂ ਚੱਲ ਮੈਂ ਮਾਸੀ ਬਣ ਤੂੰ ਮਾਸੀ ਬਣ ਜਾ। ਬੇਟਾ ਬਾਹਰੋਂ ਆਇਆ ਬੀਬੀ ਨਾ ਨਾ ਸੁਣੋ ਸਾਲੇ ਮੈਂ ਜਦ ਮੈਂ ਇਹ ਕੈਰੈਕਟਰ ਵਿੱਚ ਆਇਆ। ਬੀਬੀ ਬਾਬਾ ਕਿਧਰੋਂ ਬਣ ਗਿਆ ਨਹੀਂ ਓਏ ਜਰਾ ਉਹ ਸਾਲਿਆ ਸੁਣ ਉਹ ਜਿਹੜੀ ਸਿਆਣੀ ਉਹ ਬਾਬਾ ਜਨਾਨੀ ਤੂੰ ਮੈਨੂੰ ਇਹ ਚੁੰਨੀ ਵੀ ਲਿਆ ਦੇ ਆ। ਨਹੀਂ ਤੂੰ ਪਹਿਲਾਂ ਨਹੀਂ ਜ਼ਿਆਦਾ ਉਹ ਨਹੀਂ ਅਸੀਂ ਪੂਰੀ ਕਰਦੇ ਆ ਉੱਥੇ ਪਿਆ ਓਏ ਸਕਾਰਫ ਪਿਆ ਮੇਰੇ ਅੰਦਰ ਮੇਰੇ ਕਮਰੇ 'ਚ। ਉਹ ਲੈ ਗਿਆ ਜੇ ਮੈਂ ਪੂਰੀ 2 ਸਕਾਰਫ ਲਈਏ ਕਿ ਰੋਣੀ ਵਾਸਤੇ ਕਿ ਮੇਰੇ ਵਾਸਤੇ। ਮੇਰੇ ਲਈ ਕਿਉਂ ਹੋਏ ਬ్రో ਤੂੰ ਵੀ ਤੇ ਮਾਸੀ ਬਣੇ, ਮਾਸੀ ਦੇ ਸਕਾਰਫ ਹੈ। ਠੀਕ ਹੈ ਹੁਣ ਸਾਰੀ ਜੇ ਐਕਟਿੰਗ ਕਰਨੀ ਆ, ਹੁਣ ਮੈਂ ਤੁਹਾਨੂੰ ਦੱਸਦਾ ਪ੍ਰੋਪਰ ਕੀ ਹੋਇਆ ਕੀ ਸੀਗਾ ਕਿ ਕਿੱਦਾਂ ਕਰੈਕਟਰ 'ਚ ਆ ਕੇ ਜਿਹੜੇ ਜਿਨ੍ਹਾਂ ਨਾਲ ਹੋਇਆ ਜਿਨ੍ਹਾਂ ਦੀ ਬੀਬੀਆਂ ਜਾਂਦੇ ਆ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਹੁਣ ਮੇਰੇ ਘਰ ਦੇ ਦੇਖਣੇ ਤੇ ਉਹਨਾਂ ਨੂੰ ਸਮਝ ਆਊਗੀ ਸਾਡਾ ਪੁੱਤਰ ਕਿੱਥੋਂ ਲੱਗਿਆ ਸੀਗਾ ਵਿੱਚ ਦੀ, ਕਿ ਕਿੰਨੇ ਵੱਡੇ ਮਹਾ ਰੇਪ ਹੁੰਦੇ ਕਿੱਦਾਂ ਮੈਂ ਕਿੱਥੋਂ ਲੰਘ ਕੇ ਕਿਵੇਂ ਮੇਰਾ ਰੇਪ ਹੋਇਆ, ਕਿਵੇਂ ਮੈਂ ਬਚਿਆ ਜਾਂ ਕਿਵੇਂ ਨਹੀਂ ਬਚਿਆ। ਹੁਣ ਓ ਯਾਰ ਮੈਨੂੰ ਕੀ ਲੋੜ ਹੈ ਨਾ ਬ్రో ਇਹ ਨਾ ਇਹ ਗੱਲ ਨਹੀਂ ਹੈਗੀ। ਬਣ ਮਾਤਾ ਬਣ ਮਾਸੀ ਲੈ ਬਈ। ਵਾਹ ਤੁਸੀਂ ਸਾਡੀ ਬੋਲੀ ਹੋਣੀ ਹੁੰਦੀ ਝੁੱਟੀਆਂ ਲਾਈ। ਅੱਛਾ ਮੈਂ ਫਿਰ ਪਹਿਲਾਂ ਹੁਣ ਮੈਂ ਮਾਸੀ ਆ ਨਾ, ਮੈਂ ਮਾਸੀ ਦਾ ਰੋਲ ਪੂਰਾ ਕਰ ਉਹਨੇ ਬ్రో ਆ ਕੀਤਾ ਜੀ ਉਹਨੇ ਕੰਮ। ਮੈਨੂੰ ਬੋਲ ਲੈਂਦੇ ਨਾ। ਅੱਛਾ ਪਹਿਲਾਂ ਇਦਾਂ ਦਾ ਪਹਿਰਾਵਾ ਹੈ। ਆ ਹੀ ਮਾਤਾ ਜਿਹੜੀ ਮਾਤਾ ਉੱਥੇ ਬੈਠੀ ਤਾਂ ਮੈਂ ਮਾਸੀ ਮੈਂ ਆ ਗਈ ਪੀਜੇ ਦੇ ਨਾਲ। ਮਾਤਾ ਜੀ ਮੇਰੇ ਬੱਚੇ ਵੱਲ ਧਿਆਨ ਦਿਓ ਬੜਾ। ਪੁੱਤਰਾ ਬਾਹਰੋਂ ਆਇਆ। ਹਾਂਜੀ ਬੜਾ ਦੁਖੀ ਹੈ, ਬੜਾ ਹੀ ਦੁਖੀ, ਪਤਾ ਨਹੀਂ ਕੀ ਕੀਤਾ ਹੈ ਬਾਬਾ ਜੀ, ਕੀ ਕੀਤਾ ਹੈ। ਮਾਤਾ ਜੀ ਸ਼ਾਂਤ ਉਹਨੇ ਇੱਕ ਜੀਰ ਤੇ ਗੌਰ ਦਿਓ ਹਾਂਜੀ ਕਿ ਆਹ ਉਹਨੇ ਲੁਕੋਇਆ ਹੋਇਆ, ਆਹ ਲੁਕੋਇਆ ਹੋਇਆ। ਬੇਟਾ ਚਾਰ ਕੀ ਲੈਣਾ ਬਾਬਾ ਜੀ? ਬਾਹਰੋਂ ਬੋਲ ਕੇ ਦੱਸ। ਬਾਅਦ ਜੀ ਦੱਸਣ ਦੇ ਯਾਰ ਕਿੱਥੋਂ ਆਇਆ? ਕਿਹੜੇ ਮੁਲਕ? ਆਸਟ੍ਰੇਲੀਆ ਤੋਂ ਧੱਕੇ ਖਾ ਗਿਆ। ਜਦ ਤੁਸੀਂ ਬੇਬੇ ਤੂੰ ਬੋਲਦਾ ਜਾਂ ਮੈਨੂੰ ਬੋਲਣ ਦੇ। ਮਮਾ ਕਹਿ ਮੈਨੂੰ ਮਾਸੀ ਫਿਰ ਤੇ ਮੈਂ ਪ੍ਰਕੋਪ ਛੱਡ ਦੇ ਤੂੰ ਨਹੀਂ ਬੀਬੀ ਹਾਂ ਕੁਛ ਕਰੋ ਇਹਦਾ। ਹਾਂ ਕਰ। ਤੁਸੀਂ ਜੇ ਚਾਹੁੰਦੇ ਹੋ ਮੈਨੂੰ ਇਕੱਲੇ ਨੂੰ ਨਾ ਉਹ ਕਰ, ਉਹ ਤਾਂ ਮੈਂ ਕਹਿਣਾ ਯਾਰ ਇਹ ਜਾਨੀ ਜਿਹਨੂੰ ਸਟੋਰੀ ਪਤਾ ਹੋਵੇ ਨਾ ਸਪੋਇਲਰ ਬੈਨ ਤੋਂ ਅੱਗੇ ਅੱਛਾ ਬਾਹਰੋਂ ਆਇਆ, ਹਾਂਜੀ ਕੰਮ ਨਹੀਂ ਬਣਿਆ, ਨਹੀਂ ਬਣਿਆ। ਬਾਹਰ ਜਾਣਾ ਚਾਹੁੰਦਾ ਹਾਂਜੀ ਪੁੱਤਰਾ ਸਵੇਰੇ ਆ ਸਕਦਾ 3 ਵਜੇ? ਆ ਸਕਦਾ ਜੀ। ਆਊ ਬਾਬਾ ਜੀ ਆਊਗਾ ਕੋਈ ਇੱਥੇ ਸਵੇਰੇ 2 ਵਜੇ ਵੀ ਆ ਜਾਊਗਾ। ਐ ਕਰ ਹਾਂਜੀ ਤੇਰੇ ਮੈਂ ਪਾਪੇ ਨੂੰ ਕਹਿ ਦੂੰਗੀ ਤੂੰ ਫਿਕਰ ਨਾ ਕਰ, ਤੂੰ ਸਵੇਰੇ ਬਾਬਾ ਜੀ ਮਾਸੀ ਓਵਰ ਐਕਟਿੰਗ ਨਹੀਂ 5 ਨੰਬਰ ਕੱਟ ਦੂੰਗਾ। ਠੀਕ ਹੈ ਬੇਟਾ ਹਾਂਜੀ ਮਾਤਾ ਜੀ ਹਾਂਜੀ 3 ਲੰਮੀਆਂ ਮੇਖਾਂ ਕਿੱਲੀਆਂ ਲੰਮੀਆਂ ਢਿੱਲੀਆਂ ਹਾਂ ਕਿੱਲੇ ਹਾਂਜੀ ਤੇ ਮੁੱਠੀ ਭਰ ਮੇਖਾਂ ਮੁੱਠੇ ਮਾਰਨਾ ਮਾਤਾ ਗੱਲ ਸੁਣ ਲੈ ਬਾਬੇ ਦੀ। ਹਾਂਜੀ ਮੁੱਠੀ ਭਰ ਕੇ ਮੇਖਾਂ ਪਹਿਲਾਂ ਤੁਸੀਂ ਮੁੱਠ ਕਹਿ ਰਹੇ ਸੀਗੇ। ਮੇਖਾਂ ਇੱਕ ਜਿੰਦਾ ਚਾਬੀ ਹਾਂਜੀ ਇੱਕ ਕੱਪੜਾ ਲਾਲ ਰੰਗ ਦਾ ਕੱਪੜਾ ਹਾਂਜੀ ਮੀਟਰ ਦਾ ਬਾਬਾ ਹੋਵੇ ਜੀ ਖੱਟਾ ਕੱਪੜਾ ਕੋਈ ਕੱਪੜਾ ਲੈ ਲਈਏ ਕਿ ਲਾਲ ਰੰਗ ਦਾ ਹੋਵੇ ਮਾਤਾ ਲਾਲ ਰੰਗ ਦਾ। ਠੀਕ ਹੈ ਪੁੱਤਰਾ ਸਵੇਰੇ 4 ਵਜੇ ਆ ਜੀ। ਤੇ ਪੱਟਾ ਤੋਂ ਕੀ ਲੱਗਦਾ ਤੁਹਾਨੂੰ ਵੀ ਕੁਛ ਮੁੰਡੇ ਦੇ ਹੈਗੇ ਸਵੇਰੇ ਦੱਸ ਦਾਂਗੇ ਸਵੇਰੇ ਕਿੰਨੇ ਮਾਤਾ ਜੀ ਸਵੇਰੇ ਆ ਜਾਊਗਾ ਨਾ ਬੱਚਾ? ਸਵੇਰੇ ਆ ਮੈਂ ਜਾਊਗਾ। ਤੇਰੇ ਪਿਓ ਨੂੰ ਦੱਸ ਦੂੰਗੀ Okay. ਤੇ ਤੂੰ ਸਵੇਰੇ 3 ਵਜੇ ਇੱਥੇ ਆ ਠੀਕ ਹੈ। ਠੀਕ ਚਲੋ ਹੁਣ ਸਵੇਰ ਚੜ ਗਈ। ਹੁਣ ਚੜ ਗਈ ਸਵੇਰ। ਆ ਚੱਕ ਵੀ ਹੈ ਮਾਸੀ ਗਈ। ਹੁਣ ਤੂੰ ਸੋਚ ਕਿ ਆ ਕੇ 3 ਵਜੇ ਮੈਂ ਕੁੰਡਾ ਖੜਕਾਇਆ। ਹਾਂ। ਤੂੰ ਖੜਕਾ ਕੁੰਡਾ। ਮੈਂ ਇਧਰੋਂ ਮਾਤਾ
ਭੱਜੀ ਆ ਰਹੀ ਹੈ। ਸੁੱਥਣ ਮੈਂ ਦਰਵਾਜ਼ੇ ਥਾਂ ਹੀ ਵੇਖ ਰਿਹਾ, ਸੁੱਥਣ ਨੂੰ ਐ ਕਰਦੀ ਆ ਰਹੀ ਹੈ। ਪਰਛਾਵੇਂ 'ਚ ਹਾਂ ਇਹ ਚੀਤਾਂ ਦੇ ਵਿੱਚੋਂ ਦੀ ਚੀਤਾ ਨੇ ਚੀਤਾਂ ਦੇ ਵਿੱਚ ਦੀ ਪੂਰੇ ਹੋ ਜਾਂਦੇ ਪੂਰੀ ਹੋਏ। ਅੱਛਾ ਉਹਦੇ ਵਿੱਚ ਮੈਂ ਕੀ ਵੇਖ ਰਿਹਾ, ਲਾਈਟ ਬੰਦ ਕਮਰੇ। ਇਹਨੂੰ ਭੈਣ ਚ ਬੜਾ ਪਤਾ ਵਾ। ਬਹਿ ਜਾ ਭਾਈ ਤਾਂ ਐਕਟਿੰਗ ਸ਼ੁਰੂ ਹੋਈ ਹੈ ਇੱਥੇ ਭਾਈ। ਉਹ ਜਦੋਂ ਆਈ ਮੈਂ ਜੀ ਸਾਲੀ ਆਉਂਦੀ ਹੈ ਸੁੱਥਣ ਐ ਕਰਦੀ ਆਵੇ ਸੁੱਥਣ। ਅੱਛਾ ਬੀਬੀ ਅੱਛਾ ਚਲੋ ਜੀ ਬੱਚੇ ਆ ਗਏ, ਆ ਜਾਓ ਬੈਠੋ। ਅੱਛਾ ਮੂੰਹ ਬੰਨ ਲਿਆ ਉਦਾਂ ਹੀ ਫੇਰ ਮੇਖਾ ਲੈ ਕੇ ਆਏ। ਹਾਂਜੀ ਉਹਨੇ 4 ਮੇਖਾਂ ਜਿਹੜੀ ਲੰਮੀਆਂ 3 ਇੱਥੇ ਰੱਖੀਆਂ, ਮੁੱਠੀ ਭਰ ਮੇਖਾਂ ਫੜ ਕੇ ਹੱਥ 'ਚ ਕੱਪੜਾ ਫੜਿਆ ਤੇ ਵਿੱਚ ਲਪੇਟਿਆ, ਜਿੰਦਾ ਖੁੱਲਾ ਸੀ ਖੋਲ ਕੇ ਕੜਕ ਕਰਕੇ ਬੰਦ ਕੀਤਾ, ਚਾਬੀ ਲੱਗ ਕੀਤੀ, ਜਿੰਦਾ ਲੱਗ ਕੀਤਾ, 4 ਮੇਖਾਂ ਫੜੀਆਂ, ਕੱਪੜਾ ਵਿੱਚ ਰੱਖੀਆਂ ਤੇ ਨਾਲ ਨਾਲ ਬੀਬੀ ਹੱਥ ਫੇਰੀ ਜਾਣ ਦੀ ਫਿਰ ਬੇਬੀ ਨੇ बेटा सब कुछ ठीक हो जाऊगा, घबराना नहीं, अगे आ जाओ, मैं मंत्र पढ़ांगी, घबराना नहीं किसी को। उन्हें ऐ कर लिया। अच्छा बीबी इधर करती तेरे हाथ फेर रही है। हाँ फिर भी बच जा मैं फिर फिर पट्टा दे। अच्छा पट्टा दे हाथ फेर, पट्टा दे हाथ भाई मेरे उरे तक ले गई वो। अच्छा पट्टा तो लै गए ना, मैं ठीक है तेनू लग गया भी बीबी दऊगी मैं कहा बीबी दऊ अज पिंडा दी बड़ी आज बीबी बीबी दऊ। बीबी ने ऐ कीता है वो बच्चे ਤੁਸੀਂ ਐਂ ਕਰੋ ਪੈ ਜਾਓ। ਉਹਦਾ ਮੈਂ ਪੈ ਵੀਰ ਤੇਰਾ ਲੰਮੇ ਪੈ ਗਿਆ। ਅੱਛਾ ਉਹਨੇ ਟੀ-ਸ਼ਰਟ ਚੁੱਕੀ, ਹੱਥ ਫੇਰਿਆ ਛਾਤੀ ਤੇ, ਕੀਤਾ ਸਾਰਾ ਕਰ ਕਰਾ ਕੇ ਭੈਣ ਚੋ ਉਹਨੇ ਵਿੱਚ ਪਾਇਆ ਤੰਬੀ ਦੇ ਹੱਥ। ਅੱਛਾ ਵੀਰ ਤੇਰੇ ਦਾ ਕੜਚ ਗੁੱਲਾ ਅੱਛਾ ਤੋਤੀ ਖੜੀ ਹੋ ਗਈ, ਉਹਨੇ ਭਾਈ ਹੱਥ ਭੈਣ ਚੋ ਪੂਰਾ ਰਗੜਿਆ, ਉਹਨੇ ਪੂਰਾ ਅੱਛਾ। ਪੂਰਾ ਰਗੜਿਆ ਜੀ ਪੂਰਾ। ਅੱਛਾ ਮਤਲਬ ਵੀ ਉਹਨੇ ਪੂਰੀ ਫੀਲਿੰਗ ਲਈ ਹੈ। ਹਾਂ ਫਿਰ ਕਹਿੰਦੀ ਜਦੋਂ ਉਹਨੇ ਵੇਖ ਲਿਆ ਕਿ ਕੰਮ ਹੋ ਗਿਆ ਖੜਾ, ਕਹਿੰਦੀ ਖੜਾ ਹੋ ਗਿਆ ਨਾ, ਮੇਰਾ ਹੱਥ ਫੜ ਕੇ ਐਂ ਕਰਕੇ ਮੇਰੀ ਗੱਲਾਂ ਦੇ ਕੋਲ ਮੂੰਹ ਲੈ ਗਈ ਇੱਥੇ। ਹਾਂ ਬੱਬੀ ਚੁੱਪੀ ਹੈ। ਮੈਨੂੰ ਕਹਿੰਦੀ ਆਪਣਾ ਹੱਥ ਮੇਰੇ ਇੱਥੇ ਪਾ ਲਾ। ਸੋ ਮੈਨੂੰ ਕਹਿੰਦੀ ਇੱਥੇ ਪਾ ਲਾ। ਮੈਂ ਸੋਚ ਰਿਹਾ ਕਿ ਸਾਡੀ ਜਨਾਨੀ ਹੈ। ਜਦੋਂ ਮੈਂ ਇੱਥੇ ਹੱਥ ਪਾਇਆ ਨਾ, ਇੱਥੇ ਤੇ ਪਾਇਆ ਤੇ ਮੈਂ ਥੋੜਾ ਅਨਕੰਫਰਟੇਬਲ ਜਿਹਾ ਹੋ ਗਿਆ। ਉਹਨੇ ਜਾਰੀ ਰੱਖਿਆ, ਉਹਨੇ ਇੱਧਰ ਵੀ ਮੂੰਹ ਇੱਥੇ ਬੁੱਲ ਬੱਲੇ ਫੇਰਦੇ, ਫਿਰ ਕਰੇ ਬੋਲੇ ਇੱਧਰ ਲਿਆ ਇਹ ਪੈਰ ਤੇਰੀਆਂ ਪੱਪੀਆਂ ਪੱਕਾ ਲਈ ਜਾਉਂ ਤੇਰੀਆਂ। ਉਹ ਦੱਸਣ ਦੇ ਰਹਿ ਦੱਸਣ ਦੇ ਆ ਪਿੱਲੀਆਂ ਸਭ ਪੱਕੀਆਂ ਤੇ ਉਹ ਮੂੰਹ ਫੇਰਨੀ ਤੇ ਬੁੱਲਾਂ ਤੇ ਲਈਆਂ ਉਹਦੀਆਂ। ਇੱਥੋਂ ਲਿਆ ਦੱਸ ਦੇ ਨਹੀਂ ਬ్రో, ਇੱਥੋਂ ਲਿਆ ਇਹ ਹੁਣ ਜਾਣ ਕੇ ਆਇਆ ਕਰਨ ਦੇ ਤਾਂ ਲੈ ਗੱਲ। ਇੱਥੋਂ ਲਿਆ ਕੇ ਨਾ ਬੁੱਲ ਭੈਣ ਚ ਬੁੱਲਾਂ ਦੇ ਉੱਪਰ ਦੀ ਘਸਾ ਕੇ। ਹੁਣ ਮੈਨੂੰ ਕੀ ਪਤਾ, ਮੈਂ ਕੀ ਸੋਚ ਰਿਹਾ, ਮੈਂ ਸਾਰੀ ਇੰਟਰਸਟਡ ਦੀ ਪਈ ਆ ਵੀਰਾ, ਅੱਜ ਸਵੇਰੇ ਸਾਰੇ ਫੁੱਦੀ ਵਜੂਗਾ ਜੀ। ਅੱਛਾ ਭਾਈ ਜਦੋਂ ਤੇਰੇ ਵੀਰ ਨੇ ਮੈਂ ਲਾ ਲਿਆ, ਮੈਂ ਕਿਹਾ ਹੁਣ ਕੰਮ ਠੀਕ। ਉਹਨੇ ਕਿਹਾ ਵੀ ਆ ਅੱਗੇ ਨੂੰ ਹੋਇਆ, ਮੈਂ ਹੱਥ ਪਾ ਲਿਆ ਉਹਦੇ ਲੱਕ ਚ। ਜਦੋਂ ਲੱਕ ਜਿਹਾ ਪਾਉਣਾ ਵੀ ਉਹਨੇ ਮੇਰੇ ਕੀਤਾ ਬੁੱਲਾਂ ਦੇ ਕੋਲ ਆ ਕੇ ਬੁੱਲ ਵਾਲੇ ਜੇ ਫੇਰੇ, ਵੀਰ ਤੇਰਾ ਭੈਣ ਦੇ ਫਲੈਸ਼ ਕੀ ਹੋ ਗਿਆ। ਵੀਰ ਤੇਰੇ ਨੇ ਪਤਾ ਕੀ ਦਾ ਹੱਥ ਇੱਥੇ ਸੀਗਾ ਨਾ, ਇੱਥੇ ਪਾ ਲਿਆ ਹੱਥ ਸਿੱਧਾ ਹੀ। ਮਹਾ ਪਤਾ ਹੁਣ ਜਦੋਂ ਕੰਮ ਸ਼ੁਰੂ ਹੁੰਦਾ ਉਹਦਾ ਉਹਨੇ ਇੱਥੇ ਰੱਖਿਆ ਘੁਮਾਈ, ਜਦੋਂ ਬੁੱਲਾਂ ਨਾਲ ਬੁੱਲ ਟੱਚ ਹੁੰਦੇ ਸੀ ਪਾਰਾ ਲੱਗ ਕੇ ਸਾਡੀ ਦਊਗੀ ਅੱਜ। ਜਦੋਂ ਬ్రో ਮੇਰੇ ਹੱਥ ਪਾਇਆ ਇੱਥੇ, ਉੱਥੇ ਬਾਲ ਤੇਰੀ ਭੈਣ ਰੋਬੀ, ਉੱਥੇ ਬਾਲ ਤੁਹਾਡੀ ਭੈਣ ਰੋਬੀ ਬਚਨ ਮੈਂ ਤੇ ਪਿੱਛੇ ਨੂੰ ਹੋ ਗਿਆ, ਮੈਂ ਜਦੋਂ ਤੂੰ ਹੋਇਆ ਪਿੱਛੇ ਮੈਂ ਗਿਆ ਭੈਣ ਚੋ। ਕਹਿੰਦੀ ਕੁਛ ਨਹੀਂ ਕੁਛ ਨਹੀਂ। ਮੈਂ ਕਿਹਾ ਤੇਰੇ ਇੱਥੇ ਮੰਮੀ ਕਿੱਥੇ ਨੇ? ਕਿਆ ਕਿੱਥੇ ਨੇ? ਨਹੀਂ ਕੁਛ ਨਹੀਂ। ਭਾਈ ਮੈਂ ਖੜਾ ਹੋਇਆ, ਮੈਂ ਮੰਨਣਾ ਨਹੀਂ ਬ్రో, ਮੈਂ ਖੜਾ ਹੋਇਆ ਉਹਦੀ, ਮੈਂ ਕਿਹਾ ਮੈਂ ਤੇਰਾ ਭੱਜਾ ਇੱਥੇ ਤੇਰੀ ਤੂੰ ਫੁੱਦੀ ਨਹੀਂ ਮਾਰੀ, ਤੇਰੀ ਬੁੱਢ ਵੱਜਣੀ ਭੱਜਣਾ ਵੀਰਾ, ਜਾਨ ਬਚਾਲਾ। ਪੀਣ ਵਾਲੇ ਬੈਲਟ ਬੰਦੀ ਕੱਟ ਕੇ ਵੀ ਕਾਇ ਖੁੱਲੂ ਨਾ। ਮੈਂ ਤੰਬੀ ਪਾਈ ਸੀ ਬ్రో, ਮੈਂ ਤੰਬੀ ਜਦੋਂ ਮੈਂ ਹੱਥ ਤੰਬੀ ਕੀ ਹੁੰਦੀ ਆ ਵੇ ਆਇਆ ਟੈਗ ਲੋ ਸਾਹਮਣੇ ਵੀਰ ਜਿੰਮੇ ਵਾਲੀ ਸਵੇਰੇ ਮੈਂ ਚੱਲ ਜਾਂਦੇ ਉਹਨਾਂ ਨਾਲ ਮੱਥਾ ਟੇਕ ਜਾਂਦੇ ਨਾਲ ਮੱਥਾ ਨਹੀਂ ਟੇਕਣਾ। ਜਦੋਂ ਉਹ ਵੀ ਖੜੀ ਹੋਈ, ਉਹ ਚੁੰਨੀ ਵੀ ਲੱਥ ਗਈ, ਚੁੰਨੀ ਲੱਥੀ ਥੱਲੋਂ ਭੈਣ ਚੋ ਬਾਲ ਏਡੇ ਏਡੇ ਕਰਕੇ ਕੁੜੀਆ ਬੰਦਾ ਮੂੰਹ ਦੇ ਕੁੜੀਏ ਵੇ ਦਾੜੀ ਦੇ ਬਾਲ
ਉਹ ਨਹੀਂ ਅੱਛਾ ਦਾੜੀ ਬਾਹਰ ਆ ਗਿਆ ਤਾਂ ਵੀ ਮੂੰਹ ਆ ਜਦੋਂ ਹੁਣ ਭੈਣ ਚੋ ਸਾਰਾ ਕੁਝ ਹੁਣ ਆ ਸੀਗਾ ਯਾਰ ਚੁੰਨੀ ਤਾਂ ਦੱਸਿਆ ਲਪੇਟੀ ਹੋਈ ਸੀਗੀ ਸਾਲਾ ਘੋੜਾ ਹੀ ਭੈਣ ਚੋ ਚੁੰਨੀ ਲਪੇਟੀ ਹੋਈ ਸੀ bro ਚੁੰਨੀ ਤਾਂ ਆ ਸੀਗੀ ਐਵੇਂ ਆ ਚੁੰਨੀ ਆ ਸੀ ਤੇ ਹੁਣ ਜਦੋਂ ਮੂੰਹ ਬੁੱਢਾ ਨਾਲ ਬੁੱਲ ਫੇਰਦੀ ਸੀ ਚੁੰਨੀ ਆ ਸੀ ਐ ਕਰਕੇ ਤੇ ਮੈਂ ਜਦੋਂ ਤੁਹਾਨੂੰ ਪਤਾ ਜਦੋਂ ਬੰਦਾ ਕਾਮਨ ਜਦੋਂ ਅੱਗੇ ਵੱਧਦਾ ਆ ਹੱਥ ਪਹਿਲਾਂ ਮੰਮਿਆਂ ਦੇ ਪੈਂਦਾ ਜਨਾਨੀ ਦੇ ਉੱਥੇ ਕਿੱਥੇ ਪੈਣਾ ਸੀਗਾ ਜਦੋਂ ਮੈਂ ਹੱਥ ਫੇਰਿਆ ਉਸੇ ਘੜੁੱਚ ਕੋ ਲੱਠਾ ਕੁਛ ਵੀ ਨਹੀਂ ਉਹ ਮੈਂ ਇੱਕੋ ਦਮ ਉੱਠਿਆ ਮੈਂ ਕਿਹਾ ਨਾ ਮੈਨੂੰ ਕਹਿੰਦੇ ਉਹ ਤੁਹਾਡਾ ਉਹ ਹਜੇ ਰਹਿ ਗਿਆ ਆ ਤੁਸੀਂ ਪਲੀਜ਼ ਉਹ ਤੇ ਕਰਾ ਲਓ ਉਹ ਮੈਂ ਕਿਹਾ ਜਾ ਜੁੜੇ ਹੱਥ ਮਾਤਾ ਕਿ ਤੂੰ ਬਾਪੂ ਹੈ ਭੈਣ ਨੂੰ ਤੂੰ ਜਾਣਦੇ ਮੈਂ ਚੁੱਕਿਆ ਕੰਮ ਲੰਨ ਮੇਰਾ ਗੜਾ ਖੜਾ ਹੋ ਗਿਆ ਮੈਂ ਕਿਹਾ ਮੈਂ ਨਿਕਲਿਆ ਭਾਈ ਮੈਂ ਜਿਮ ਨੂੰ ਦਿਮਾਗ ਸਾਲਾ ਉੱਥੇ ਮੈਂ ਜਿਮ ਲਾ ਕੇ ਘਰੇ ਗਿਆ ਜਾਂਦੀ ਨੂੰ ਮੰਮੀ ਮੇਰੀ ਪੁੱਛੇ ਕਰਾਇਆ ਬਚ ਗਿਆ ਕਿ ਮਾਤਾ ਨੇ ਤੇ ਕਰਾ ਕਰ ਦੇਣਾ ਮੈਂ ਕਿਹਾ ਹਾਂ ਕਰਾਇਆ ਮੈਂ ਸਿੱਟਾ ਮੇਕਾ ਕਿਤੇ ਸਾਲੀਆਂ ਮੇਕਾ ਕਿਸੇ ਸਾਲੇ ਕਿੱਲ ਕਿਸੇ ਜਿੱਦਾਂ ਮੈਂ ਛੱਡ ਆਪਣੀ ਜਾਨ ਬਚਾਈ bro ਮੈਂ ਕਿਹਾ ਨਹੀਂ ਪਤਾ ਕਿੱਥੇ ਥਾਸਕੂ ਕਰੇ ਨਾ ਵੀਰ ਤੇ ਲੇਟਿਆ ਵਾ ਤੇ ਮੁੰਡਾ ਵੱਜਦੀ ਹੋਈ ਪੀਰ ਬੰਨ ਕੇ ਆਏ ਕਰਕੇ ਗੁੰਡ ਬੰਨ ਕੋਈ ਅੱਛਾ ਇਹ ਮੈਨੂੰ ਪੀਰ ਭਾਈ ਕਹਿੰਦਾ bro ਮੇਰੀ ਸੁਣਨੇ ਕਾ ਜਾਏਗਾ ਤੇ ਛੁੱਟ ਗਿਆ ਨਾ ਫਿਰ ਮੈਂ 2 ਵਜੇ ਮਨ ਦਾ ਫੋਨ ਆ ਗਿਆ ਮੈਨੂੰ ਪੁੱਤ ਜਾ ਮੈਂ ਮਾਤਾ ਨੂੰ ਕੀ ਕਹਾਂ bro ਮੈਂ ਅੱਜ ਤੱਕ ਨਹੀਂ ਦੱਸਿਆ ਉਹਨਾਂ ਨੂੰ ਆ ਮਾਤਾ ਸੁਣ ਲੈ ਯਾਰ ਸੁਣ ਲਓ ਅੱਜ ਕਿ ਆ ਜਿਹੜੀ ਮਾਤਾ ਕੋਲ ਭੇਜਿਆ ਹੈ ਨਾ ਜਿਹੜੀ ਸੰਗਰੂਰ ਪੁਲ ਦੇ ਥੱਲੇ ਜਿਹੜਾ ਦਵਾਪੁਰ ਨੂੰ ਭਰਿਆ ਪੁਲਿਸ ਨੂੰ ਚੱਲਦੀ ਉਹਦੀ ਪੁਲ ਉਹ ਥੱਲੇ ਕਰਕੇ ਗਲੀ ਨਹੀਂ ਕਿਤੇ ਭੇਜਿਆ ਸੀ ਉੱਥੇ ਉਹਦੇ ਮੁੰਡੇ ਦੀ ਇੱਜ਼ਤ ਜਲਦੀ ਬਚੀ ਸੀ ਉਹਦੇ ਉਹਨੂੰ ਮੇਰੀ ਪੁੱਟ ਪੜੀ ਹੁੰਦੀ ਪੈ ਜਾਂਦੇ ਮੈਂ ਚਲੇ ਹੁੰਦਾ ਇਸ ਕਰਕੇ ਸਾਰੇ ਜਣੇ ਧਿਆਨ ਨਾਲ ਸੁਣਿਆ ਕਰੋ ਇਹੋ ਜਿਹੇ ਵਾਕਿਏ ਹੋਏ ਇਹੋ ਜਿਹੇ ਵਾਕਿਏ ਹਨਾ ਤੇ ਇਹ ਜਿਹੜੇ ਸਿਆਣੇ ਸਿਉਣੇ ਬਣੇ ਇਹ ਕਿਸੇ ਨੇ ਕੋਈ ਕੁਛ ਨਹੀਂ ਕਰਨਾ ਇਹ ਜੋ ਤੁਹਾਡੀ ਤਕਦੀਰਾਂ ਦੇ ਵਿੱਚ ਇਹ ਜਿਹੜੀ ਸੀਡੀ ਹੈ ਨਾ ਸੀਡੀ ਇਹ ਯੂਨੀਵਰਸ ਦੇ ਵਿੱਚ ਬਣਾ ਕੇ ਤੁਹਾਡੀ ਐ ਸਿੱਟੀ ਹੋਈ ਹੈ ਸਹੀ ਇਹ ਜਿੰਨਾ ਚਿਰ ਪਲੇ ਕਰਨੀ ਹੈ ਜਦੋਂ ਬੰਦ ਹੋ ਗਈ ਰਾਮ ਮੇਕ ਸ਼ੋਰ ਆਪਣੇ ਆਪ ਤੇ ਵਿਸ਼ਵਾਸ ਕਰਕੇ bro ਬਾਬਿਆ ਪਖੰਡੀ ਜਿਹੜੇ ਹਾਲੇ ਆਪਣੇ ਲਈ ਕੁਝ ਨਹੀਂ ਕਰ ਸਕਦੇ ਤੁਹਾਡੇ ਪੈਸਿਆਂ ਦੇ ਬਹਿ ਕੇ ਉਹ ਫਕਿੰਗ ਇੰਜੋਏ ਕਰਦੇ ਨੇ ਉਹ ਜ਼ਿੰਦਗੀ ਜੀਂਦੇ ਨੇ ਉਹ ਜ਼ਿਆਦਾ ਤੁਹਾਨੂੰ ਲੱਗਦਾ ਨਾ ਵੀ ਇਦਾਂ ਹੁੰਦਾ ਇਹਨੂੰ ਪੁੱਛੋ ਫਾਂਡਾ ਮੈਂ ਵੀ ਬੜਾ ਵਧੀਆ ਕਰਦਾ ਮੈਂ ਆਪਣਾ ਦੇ ਨਾਲੇ ਚਾਰजेस ਵੀ ਬਹੁਤ ਘੱਟ ਚਾਰजेस ਲੈਂਦੇ ਨਹੀਂ ਜੋ ਤੁਹਾਡੀ ਡੋਨੇਸ਼ਨ ਬਾਕਸ ਰੱਖਿਆ ਜੋ ਤੁਹਾਡੀ ਸ਼ਰਤਾਂ ਨਾਲ ਡਾਲਰ ਪਾ ਦੇਣ 2 ਪਾ ਦੇਣ ਕੋਈ ਗੱਲ ਨਹੀਂ ਨਾਲੇ ਹਾਸਾ ਮਜ਼ਾਕ ਤੇ ਚੱਲਦਾ ਰਹਿੰਦਾ ਮੈਂ ਵੇਖਿਆ bro ਲੋਕਾਂ ਨੇ ਹੋਰ ਵੀ ਬੜਾ ਕੁਝ ਕਰਦਾ ਆ ਬਸ ਨਾ ਆ 5000 ਦਿਨ ਆ ਗਏ ਇਹ ਪਾ ਲੇਗਾ ਨਾ ਖੱਬੀ ਉਂਗਲ ਦੇ ਵਿੱਚ ਸਹੀ ਹੈ ਇਹ ਤੇਰੇ ਸਾਰੇ ਮੁੜ ਜਣੇ ਹੋਏ ਮੈਂ bro ਉਹ ਮੇਰੇ ਨਾਲ ਵਾਕਾ ਉਹ ਵੀ ਫਿਰ ਅੱਗੋਂ ਬੰਦਾ ਡਰਿਆ ਬਾਬਾ ਜੇ ਤੂੰ ਮੈਨੂੰ 10000 ਵਾਲਾ ਪਾ ਜਿਹੜਾ ਅੱਜ ਹੀ ਮੁੱਕ ਹੁਣ ਮੈਂ ਉਹ ਵਾਕਾ ਹੋਇਆ bro 50 ਰੁਪਈਆਂ ਦੀ ਕੁੜੀ ਵਿਸ਼ਾਪ ਹੁੰਦੀ ਆ ਮੈਂ ਉਹ 10000 ਦੀ ਮੁੰਡ ਬਣਾ ਕੇ ਦਿੰਦਾ bro ਉਹ ਵਾਕਾ ਹੋਇਆ ਉਸ ਤੋਂ ਬਾਅਦ ਮੈਂ ਕਦੇ ਕਿਸੇ ਕੋਲ ਨਹੀਂ ਗਿਆ ਮਾਤਾ ਨੇ 100 ਗਣ ਮੈਂ ਜੁੜੇ ਹੱਥ ਮੈਂ ਠੀਕ ਹੈ ਕੋਈ ਨਹੀਂ ਕਰ ਲੂਗਾ ਐਸੇ ਕਿੱਲ ਗੱਡੇ ਮਾਤਾ ਇਹੋ ਜਿਹੇ ਕਿੱਲ ਗੱਡੇ ਮੈਨੂੰ ਮਾਮੀ ਮੇਰੀ ਹਾਈਸਾ ਕੋਈ ਦੀ ਪੁੱਤ ਜਿਵੇਂ ਇੱਕ ਫੈਕਟ ਆ ਕਿੱਲ ਗੱਡੇ ਤੁਸੀਂ ਇੱਥੇ ਜਾਂਦੇ ਉਹ ਤੂੰ ਰਹਿਣ ਦੇ ਕਿੱਲ ਗੱਡੇ ਹੁੰਦਾ ਤੇ ਮੈਂ ਵੀ ਉੱਥੇ ਭੈਣ ਚੁੰਨੀ ਪਾ ਕੇ ਬੈਠਾ ਹੁੰਦਾ ਕਿਸੇ ਪਾਸੇ ਉਹ bro ਇਹ ਜਿਹੜੇ ਨਾਲ ਹੋਈ ਹੁੰਦੀ ਹੈ ਨਾ ਕਿੱਲ ਤੇ ਗੱਡੇ ਮੈਨੂੰ ਪਤਾ ਹੈ ਮੇਰੀ ਗੱਲ ਸੁਣ ਇਹ ਗੁਫਾ ਦਾ ਕੀ ਚੱਕਰ ਹੈ bro ਜਿਹੜੇ ਬਾਬੇ ਬੀਬੀਆਂ ਨੂੰ ਗੁਫਾ 'ਚ ਲੈ ਕੇ ਜਾਂਦੇ ਓਏ ਹੁੰਦਾ ਕੀ ਆਹੀ ਕੁਝ ਹੀ ਹੁੰਦਾ ਅੱਜ ਹੀ bro ਹੁਣ ਮੇਰੀ ਗੱਲ ਦੱਸ ਮੈਂ ਤਾਂ ਬੰਦਾ ਯਾਰ ਜੇ ਬੰਦੇ ਨਾਲ ਸੌਰੀ ਟੂ ਸੇ ਆ ਗੱਲ ਮੈਂ ਦੱਸਣੀ ਭੁੱਲ ਗਿਆ ਸੌਰੀ ਟੂ ਸੇ ਜਦੋਂ ਮੈਂ ਪਹਿਲੇ ਦਿਨ ਉੱਥੇ ਗਿਆ ਨਾ bro ਮੈਂ ਕੁੜਤਾ ਪਜਾਮਾ ਪਾਇਆ ਸੀਗਾ ਤੁਸੀਂ ਇਹ ਵੇਖੋ ਲਿਟਰਲੀ ਮੈਨੂੰ ਉੱਥੇ ਗਿਆ ਮੈਨੂੰ ਪਵਾਇਆ ਸੀਗਾ ਉਹਨਾਂ ਦੇ ਥੱਲੇ ਕਿ ਤੂੰ ਪੈ ਕਿ ਤੇਰੇ ਚੱਕਰ ਖਰਾਬ ਨੇ ਢਿੱਡ ਦੇ ਹੁਣ ਢਿੱਡ ਦੇ ਚੱਕਰ ਸੌਣ ਲੱਗੇ ਯਾਰ ਢਿੱਡ ਦੇ ਚੱਕਰਾਂ ਤੱਕ ਪਜਾਮੇ ਥੱਲੇ ਹੱਥ ਪਾਇਆ ਸੀਗਾ ਜਨਤਾ ਬੈਠੀ ਹੈ ਸਾਰੀ ਉੱਥੇ ਪਜਾਮੇ ਕਿਹੜੇ ਥੱਲੇ ਕੁੜਤਾ ਪਜਾਮਾ ਪਾਇਆ ਸੀਗਾ ਥੱਲੇ ਫੁੱਲੋ ਥੱਲੇ ਹਾਂ ਤੋਤੋ ਦੇ ਘਰ ਦੇ ਸਾਹਮਣੇ ਉਹ ਬੰਦੇ ਬੋਲਦੇ ਨਹੀਂ ਕੁਝ ਉੱਤੇ ਉਹ ਸਾਰੇ ਮੈਨੂੰ ਲੱਗਦਾ ਉਹ ਤੇ ਜਾਂਦੇ ਆਪ ਮਜ਼ਾ ਲੈਣ ਆਉਂਦੇ ਹੋਣਗੇ ਉਹ ਮੈਂ ਯਾਰ ਸਾਡੇ ਘਰ ਦੇ ਵੀ ਤਾਂ ਬੈਠੀ ਸੀ ਉੱਥੇ ਜਦੋਂ ਪਹਿਲੇ ਦਿਨ ਗਿਆ ਯਾਰ ਮੈਂ ਉਦੋਂ ਦੀ ਗੱਲ ਕਰਦਾ ਮੈਂ ਦੱਸਣਾ ਹੀ ਜਦੋਂ ਭੁੱਲ ਗਿਆ ਕਿ ਉਧਰ ਮੈਨੂੰ ਪਵਾ ਕੇ ਹੱਥ ਮੇਰੇ ਢਿੱਡ ਤੇ ਫੇਰ ਕੇ ਥੱਲੇ ਵੀ ਰੱਖ ਲਾਈਕ ਖੜਾ ਹੋਇਆ bro ਫਕਿੰਗ ਉਹ ਸਿੱਧੇ ਸਟੇਟ ਹੋਵੇ ਮੇਰੇ ਤੋਂ ਦਿਮਾਗ ਤੇ ਉੱਠੀ ਆ ਗਿਆ ਸੀ ਮੈਂ ਬੀਬੀ ਕੋਈ ਕਰੂਗੀ ਵਿਚਾਰਾ ਪਰ ਮਨ ਸੋਚਦੇ ਹੀ ਨਹੀਂ ਕਿ ਤੁਸੀਂ ਲੋਕਾਂ ਦੇ ਵਿੱਚ ਬੈਠੇ ਹੁੰਦੇ ਆ ਉੱਥੇ ਘੱਟੋ ਘੱਟ 50-60 ਬੰਦੇ ਹੋਣੇ ਆ ਯਾਰ ਇਹ ਵੇਖੋ ਕਿ ਇਹੋ ਜਿਹਾ ਕੌਨਫੀਡੈਂਸ ਹੁੰਦਾ ਉਹਨਾਂ ਦੇ ਵਿੱਚ ਤੇ ਡੋਨਟ ਗਿਵ ਅ ਫੱਕ ਕਿ ਉਹਦੇ ਲੋਕ ਵੀ ਬੈਠੇ ਉਹਨਾਂ ਦੇ ਵਿੱਚ ਚੱਲਦਾ ਆ ਅਗਲੇ ਦਿਨ ਜਦੋਂ ਕੱਲਾ ਚਲਾ ਗਿਆ ਫਿਰ ਤੇ ਗੱਲ ਹੀ ਮੁੱਕ ਗਈ
ਕਿੰਨਾ ਧੋਖਾ ਤੇ ਕੁੜੀ ਆ ਵਾ ਹੇਰਾ ਫੇਰੀ ਝੂਠ ਫਰੇਬ। ਹੁਣ ਜੇ ਮੇਰੇ ਵਰਗਾ, ਓ ਯਾਰ ਭਾਜੀ ਉਹਨਾਂ ਦਾ ਥੋੜੀ ਸੁਣ ਗੱਲ, ਹੁਣ ਜੇ ਮੇਰੇ ਵਰਗਾ ਉਹਨੂੰ ਉਹਦੇ ਪਰਦੇ ਨੂੰ ਖੋਲਣ ਜਾਵੇ, ਅਗਲੇ ਦਿਨ ਪਰਦਾ ਫਾਸ਼ ਕਰਨ ਜਾਵੇ ਕਿ ਇਹ ਸਾਲਿਓ ਇਹ ਜਨਾਨੀ ਇਹ ਬੰਦਾ ਜੇ, ਤੈਨੂੰ ਲੱਗਦਾ ਮੇਰੇ ਯਕੀਨ ਕਰਨਗੇ ਨਹੀਂ ਕਰਨਗੇ, ਮੈਨੂੰ ਜੁੱਤੀਆਂ ਮਾਰਨਗੇ ਤੇ ਬਾਬੇ ਨੂੰ ਗਲਤ ਬੋਲ, ਬਾਬੇ ਨੂੰ ਗਲਤ ਬੋਲ, ਸਾਡੇ ਬਾਬੇ ਨੂੰ। ਤੁਹਾਨੂੰ ਕਹਿੰਦੇ ਬਾਬੇ ਦਾ ਕਸੂਰ ਨਹੀਂ, ਜਨਤਾ ਦਾ ਕਸੂਰ ਹੈ। ਜੰਨੀ ਹੋ ਗਏ ਅੱਖਾਂ ਮੀਲੀ ਤੁਰ ਪੈਂਦੇ ਯਾਰ ਬ్రో, ਸਾਰੇ ਲੋਕਾਂ ਦੇ ਵਿੱਚ ਚੁੰਨੀ ਲੈ ਕੇ ਬੰਦਾ ਆ ਤੂੰ, ਲੋਕਾਂ ਨੂੰ ਜੇ ਮੂਰਖ ਬਣਾ ਰਿਹਾ ਕੋਈ ਤਾਂ ਗੁਣ ਹੋਊਗਾ। ਉੱਥੇ ਕਿਹੜਾ ਮੈਂ ਇਕੱਲੀ ਆ ਨਾ, ਲੋਕ ਬਥੇਰੇ ਹੁੰਦੇ ਨੇ ਯਾਰ ਉਹਦੇ। ਉਹਨੇ ਭੈਣ ਜੋ ਕਿੰਨਿਆਂ ਦੀ ਕੁੜੀ ਹੈ ਵੀ ਬੁੰਡ ਮਰਾਈ ਹੋਣੀ ਕਿ ਮਾਰੀ ਹਾਂ, ਕਿੰਨਿਆਂ ਦੀ ਕੀਤੀ ਹੋਣੀ ਹੈ ਬ్రో, ਤੇ ਕਿੰਨਿਆਂ ਦੇ ਜਵਾਕ ਭੈਣ ਚੋ। ਹੁਣ ਇੱਕ ਹੋਰ ਸੁਣ ਗੱਲ, ਭੈਣ ਦੀ ਲੰਨ ਸੁਣਾ ਦੇ ਚੱਲਦਾ। ਇਹ ਪਿੰਡ ਵਾਲਿਓ ਸੁਣ ਲਓ ਧਿਆਨ ਨਾਲ, ਤੇਰੇ ਪਿੰਡ ਦੀ ਗੱਲ ਹੈ? ਮੇਰੇ ਪਿੰਡ ਦੀ ਗੱਲ ਹੈ। ਇਹ ਨਾ ਸਾਡੇ ਪਿੰਡ ਨਾ ਇੱਕ ਬਾਬਾ, ਠੀਕ ਹੈ, ਠੀਕ ਹੈ, ਬਜ਼ੁਰਗ ਬਾਬਾ, ਗਿਆਨੀ, ਉਹਦਾ ਨਾਂ ਗਿਆਨੀ, ਗਿਆਨੀ ਹੈ ਉਹਦਾ ਨਾਂ, ਉਹਦਾ ਨਾਂ ਹੀ ਗਿਆਨੀ, ਠੀਕ ਹੈ, ਗਿਆਨੀ ਛੈਣੇ ਵਾਲਾ। ਜਦੋਂ ਪ੍ਰਭਾਤ ਫੇਰੀ ਜਾਂ ਗੁਰਦੁਆਰਾ ਸਾਹਿਬ ਕੋਈ ਦੀਵਾਨ ਲੱਗਦਾ, ਉਹ ਕੱਲਾ ਬਾਬਾ ਹੁੰਦਾ ਜਿਹਦੇ ਕੋਲ ਛੈਣੇ ਹੁੰਦੇ, ਠੀਕ ਹੈ, ਪਰ ਉਹਦਾ ਨਾਂ ਗਿਆਨੀ ਹੈ, ਠੀਕ ਹੈ। ਤੇ ਗਿਆਨੀ ਦੀਆਂ ਗੱਲਾਂ ਤੁਸੀਂ ਸੁਣ ਲੋਗੇ ਨਾ, ਤੁਸੀਂ ਕਹਿਣਾ ਵੀ ਭੈਣ ਚੋਦ ਮੇਰਾ ਧੀ ਪੁੱਤ ਗਲਤ ਹੋ ਸਕਦਾ ਹੈ, ਇਹ ਬੰਦਾ ਨਹੀਂ ਗਲਤ ਹੋ ਸਕਦਾ। ਉਹਨੇ ਕਸ਼ਹਿਰਾ ਪਾਇਆ, ਉਹਦੇ ਉੱਤੇ ਐਡਾ ਲੰਮਾ ਕੁੜਤਾ ਜਿਹੜਾ ਪਾਉਂਦੇ ਹੁੰਦੇ, ਕੀ ਕਹਿੰਦੇ ਓਏ, ਚੋਲਾ ਪਾਇਆ, ਗਾਤਰਾ ਸਾਹਿਬ ਪਾਇਆ, ਆਪਣਾ ਬੰਨਿਆ ਹੋਇਆ ਦਮਾਲਾ ਤੇ ਕੰਗਾ, ਸਾਰਾ ਵੀ ਪੂਰਾ ਸਿੱਖ ਬੰਦਾ, ਗਿਆਨੀ। ਉਹਦੀ ਉਮਰ ਕੋਈ ਹੋਣੀ ਆ ਉਸ ਵੇਲੇ 65 ਤੋਂ 70 ਸਾਲ, ਠੀਕ ਹੈ। ਮੈਂ ਉਦੋਂ ਹੋਸਟਲ ਪੜ੍ਹਦਾ ਸੀਗਾ ਤੇ ਮੈਂ ਪਿੰਡ ਜਾਂਦਾ ਹੁੰਦਾ ਸੀ ਛੁੱਟੀਆਂ ਦੇ ਵਿੱਚ। ਮੈਂ ਉਦੋਂ ਬਹੁਤ ਛੋਟਾ ਸੀਗਾ। ਮੈਂ ਹੁਣ ਇਹ ਗੱਲ ਤੋਂ ਮੈਨੂੰ ਹੋਰ ਚੇਤਾ ਇੱਕ ਗੱਲ ਆਈ, ਮੈਂ ਉਹ ਪਹਿਲੋਂ ਵਿੱਚ ਵਾਣਾ, ਇਹ ਗੱਲ ਬਾਅਦ ਚ ਕਰਨਾ। ਵੀ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਨਾ, ਕਿਸੇ ਨੂੰ ਨਹੀਂ ਪਤਾ ਵੀ ਫਾਦਰ ਸਾਹਿਬ ਦੀ ਡੈਥ ਕਿੰਨੀ ਤਰੀਕ ਨੂੰ ਹੋਈ। ਲੋਕਾਂ ਨੇ ਆਖਿਆ ਵੀ ਮਾਰਚ ਦੇ ਮਹੀਨੇ 'ਚ ਹੋਈ, 7 ਤਰੀਕ ਨੂੰ 1987 ਨੂੰ। ਉਸ ਵੇਲੇ ਬ్రో ਮਾਤਾ ਸਾਡੀ ਪੜ੍ਹੀ ਲਿਖੀ ਹੈ ਨਹੀਂ, ਭੈਣਾਂ ਭਰਾ ਸਾਰੇ ਛੋਟੇ ਸੀਗੇ, ਚਾਚੇ ਤਾਏ ਦੇ ਭੈਣ ਚੋਂ ਅੱਗੇ ਹੀ ਵੱਢਣ ਵਾਲੇ। ਮੈਨੂੰ ਨਹੀਂ ਪਤਾ ਐਗਜ਼ੈਕਟਲੀ ਮੇਰੀ ਡੇਟ ਆਫ ਬਰਥ ਕੀ ਹੈ। ਮੈਨੂੰ ਡੇਟ ਆਫ ਬਰਥ ਆਈ ਹੈਵ ਨੋ ਆਈਡੀਆ ਕਿ ਮੇਰੀ ਡੇਟ ਆਫ ਬਰਥ ਕੀ ਹੈ। ਪਹਿਲਾਂ ਛੋਟੇ ਹੁੰਦੇ ਮੇਰੇ ਕਾਗਜ਼ਾਂ ਸੀਗੀ 4/4, ਚੌਥਾ ਮਹੀਨਾ 4 ਤਰੀਕ। ਸਹੀ ਹੈ। ਨਹੀਂ ਤੇਰੀ 4/4 ਨਹੀਂ ਹੈ, ਤੇਰੀ 4/2 ਹੈ। ਤੂੰ ਸਿਆਲ ਚ ਹੋਇਆ ਸੀ, ਤੂੰ 4/2 ਹੈ ਤੇਰੀ। ਅੱਛਾ, 4/4 ਨਹੀਂ 4/2। ਅਪ੍ਰੈਲ ਦੀ ਜਗ੍ਹਾ ਮੈਨੂੰ ਫਰਵਰੀ ਚ ਕਰਤਾ। ਚਲੋ ਜੀ ਵੀਰਾ, ਉਦੋਂ ਵੱਡੇ ਬੁੱਢੇ ਗਰੀਬਾਂ ਦਾ ਕਿੱਥੇ ਬਣਾਉਣਾ ਸੀ ਬ్రో, ਭੈਣ ਚੋਦ ਇੰਨੀ ਗਰੀਬੀ ਹੁੰਦੀ, ਹੋਸਟਲ ਪਾਇਆ ਹੁੰਦਾ ਸਾਲੇ 20 ਰੁਪਈਆਂ ਵਾਲੇ ਪਲਾਸਟਿਕ ਦੇ ਬੂਟ ਪਾਉਣਾ ਹੁੰਦਾ, ਠੀਕ ਹੈ, ਟਾਈਮ ਇਦਾਂ ਦਾ ਸੀਗਾ। ਤੇ ਫੇਰ ਪੀਜੇ ਨਹੀਂ ਜੀ, ਇਹਦਾ ਤੇ ਬਰਥਡੇ ਇਹ 2/4 ਨੂੰ ਹੋਇਆ ਸੀ। ਪਹਿਲਾਂ 4/4, ਫਿਰ 4/2, ਫਿਰ ਨਹੀਂ 2/4, ਠੀਕ ਹੈ, 2 ਤਰੀਕ ਅਪ੍ਰੈਲ। ਮੈਂ ਕਿਹਾ ਬਈ ਭੈਣ ਚੋਦ ਗੋਲੀ ਮਰਾ ਗਿਆ ਸਾਲਾ, 2 ਇਹੀ ਰੱਖਣਾ, ਮੈਂ ਨਹੀਂ ਹੁਣ ਚੇਂਜ ਕਰਨਾ। 2 ਅਪ੍ਰੈਲ ਚੌਥਾ ਮਹੀਨਾ, ਇਹ ਮੈਂ ਨਹੀਂ ਚੇਂਜ ਕਰਨਾ। ਹੁਣ ਕ੍ਰੈਨਬਰਨ ਦੇ ਵਿੱਚ ਆਪਣਾ ਸਰਦਾਰ ਕੋਈ ਆਪਣਾ ਵੱਡਾ ਵੀਰ ਜਿਹੜਾ ਜੋਤਿਸ਼ ਸੀਗਾ, ਠੀਕ ਹੈ ਬਾਈ, ਸੁਣਦਾ ਵੀ ਹੋਊਗਾ, ਸੁਣੋ। ਫੁੱਦੂ ਹਮੇਸ਼ਾ ਉਹ ਬੰਦੇ ਦਾ ਖਿੱਚੋ ਜਿਹੜਾ ਬੰਦਾ ਭਗਤ ਹੋਵੇ, ਠੀਕ ਹੈ, ਜਿਹਨੂੰ ਦੁਨੀਆਦਾਰੀ ਦਾ ਪਤਾ ਨਾ ਹੋਵੇ। ਉਹ ਬੰਦੇ ਤੋਂ ਹਮੇਸ਼ਾ ਬਚੋ ਜਿਹਦਾ ਤੁਸੀਂ ਫੁੱਦੂ ਖਿੱਚਣਾ, ਕਿਉਂਕਿ ਉਹਨੇ ਤੁਹਾਡੇ ਵਰਗਿਆਂ ਦਾ ਪਤਾ ਨਹੀਂ ਕਿੰਨਿਆਂ ਦਾ ਖਿੱਚਿਆ ਹੋਣਾ। ਸਹੀ ਹੈ। ਐਗਜ਼ਾਮਪਲਾਂ ਬੈਠੀਆਂ ਤੁਹਾਡੇ ਵਰਗਿਆਂ ਨੂੰ ਤਾਂ ਤੁਰੇ ਜਾਂਦਿਆਂ ਨੂੰ ਵੇਚਦੀ ਹੈ। ਨਹੀਂ ਸਹੀ ਹੈ, ਠੀਕ ਹੈ। ਉਹਨੇ ਮੈਨੂੰ ਆਖਿਆ 2018 ਦੇ ਵਿੱਚ ਮੈਂ ਗਿਆ ਵੀ ਉਹ ਬਾਈ ਕੁਛ ਪ੍ਰਮੋਸ਼ਨ ਕਰਦਾ ਸੀਗਾ, ਤੇ ਪ੍ਰਮੋਸ਼ਨਾਂ ਤੋਂ ਉਹ ਬਾਈ ਨੇ ਆਪਣਾ ਬਿਜ਼ਨਸ ਚਲਾਉਣਾ ਸੀਗਾ। ਉਹਨੂੰ ਪਤਾ ਕਿ
ਲੋਕ ਮੈਨੂੰ ਇੱਥੇ ਆਸਟ੍ਰੇਲੀਆ ਦੇ ਵਿੱਚ ਬਹੁਤ ਜਾਣਦੇ ਆ। ਉਹ ਬਿਜ਼ਨਸ ਉਹਨੇ ਮੇਰੇ ਥਰੂ ਮੋਢੇ ਤੇ ਗੰਨ ਰੱਖ ਕੇ ਚਲਾਈ। ਮੈਂ ਭੋਲਾ ਬੰਦਾ ਭੈਣ ਚੋਦ, ਜਿੰਨੇ ਇੱਕ ਵਾਰੀ ਭਰਾ ਕਹਿਤਾ ਵੀ ਤੇਰਾ ਹੀ, ਠੀਕ ਹੈ। ਉਹ ਬਾਈ ਦਾ ਬਿਜ਼ਨਸ ਤੈਨੂੰ ਪਤਾ ਬਰੋ ਸਾਰਾ। ਮੈਂ ਪੀਜੇ ਨੂੰ ਦੱਸਿਆ, ਪੀਜੇ ਭੈਣ ਚੋਦ ਫਲਾਨੀ ਗਿਆ, ਪੀ ਜਾਂਦਾ ਭੈਣ ਚੋਦ ਕਿਉਂ ਇਹੋ ਜਿਹੇ ਕੰਮ ਕਰਦਾ, ਘਰੇ ਬਹਿ ਜਾ ਕਰ। ਉਹ ਮੈਂ ਨਹੀਂ ਯਾਰ, ਉਹਦੀ ਘਰ ਦੀ ਨੂੰ ਮੈਂ ਭੈਣ ਕਿਹਾ ਇਹ, ਤੇ ਇੱਕ ਮੇਰਾ ਅੱਗੇ ਭੈਣ ਭਰਾ ਨੂੰ ਪਤਾ ਸਾਲੇ ਬੋਂਡ ਨਹੀਂ ਮਾਰਦੇ ਕਿਦਾਂ ਦੇ ਆ, ਚੱਲ ਕਿਤੇ ਬਾਹਰੋਂ ਪਿਆਰ ਮਿਲਦਾ ਚੱਲ ਲੈ ਲੈਂਦੇ। ਮੈਂ ਉਹਦੀ ਬੜੀ ਹੈਲਪ ਕੀਤੀ, ਉਹਦੀਆਂ ਮਸ਼ੀਨਾਂ ਵਿਕੀਆਂ, ਬਹੁਤ ਕੁਝ ਹੋਇਆ। ਉਹ ਬਾਈ ਦਾ ਕੋਈ ਗਾਂ ਗੁਰੂ ਸੀਗਾ ਇੰਡੀਆ ਦੇ ਵਿੱਚ। ਫਿਰ ਇਹ ਬਾਈ ਨੇ ਕੈਨੇਡਾ ਦੇ ਵਿੱਚੋਂ ਕਿਸੇ ਕੋਲੋਂ ਆਨਲਾਈਨ ਆਪ ਸਿੱਖਿਆ ਸੀਗਾ ਜੰਤਰ ਮੰਤਰ। ਉਹ ਬਾਈ ਦੇ ਨਾਲ ਹੁਣ ਮੇਰੀ ਬਣਦੀ ਨਹੀਂ, ਠੀਕ ਹੈ। ਉਹ ਬਾਈ ਨਾਲ ਮੇਰੀ ਬਣਦੀ ਨਹੀਂ। ਹੁਣ ਮੈਨੂੰ ਇੰਨਾ ਵੀ ਪਤਾ ਵੀ ਉਹ ਬਾਈ ਨੇ ਮੇਰੇ ਤੇ ਬਹੁਤ ਜ਼ੋਰ ਲਾਇਆ। ਇਸ਼ਕ ਵਿੱਚ ਕਰਕੇ ਵੀ ਇਹ ਬੰਦੇ ਤੇ ਮੈਂ ਖੁਦ ਉਹ ਚੀਜ਼ ਚਲਾਵਾਂ ਤੇ ਇਹ ਬੰਦਾ ਮੇਰੇ ਕੋਲ ਵਾਪਸ ਆਵੇ। ਹੁਣ ਇਹ ਨਹੀਂ ਪਤਾ ਵੀ ਇਹ ਤਾਂ ਖੁਦ ਭੈਣ ਚੋਦ ਬਾਬੇ ਆ। ਇਹਦੇ ਵੱਡੇ ਅੰਦਰ ਆ ਵੀ ਇੱਧਰ ਬੈਠੇ ਆ, ਇੱਧਰ ਪੀਏ ਸੀ ਆ ਗਿਆ ਹਟ ਜਾ ਤੂੰ, ਮੈਂ ਤੈਨੂੰ ਦੱਸ ਕੀ ਕਰਨਾ। ਅਸੀਂ ਤਾਂ ਖੁਦ ਬਾਬੇ ਆ, ਸਾਨੂੰ ਕੀ ਤੂੰ ਜੰਤਰ ਮੰਤਰ ਕਰੇਗਾ। ਉਹ ਕਰਦਾ ਹੋਊਗਾ 100%, ਕਿਉਂਕਿ ਮੈਨੂੰ ਉਹਨਾਂ ਬਹਿਣ ਖਲੋ ਕੇ ਮੈਨੂੰ ਪਤਾ ਲੱਗ ਗਿਆ ਸੀਗਾ ਵੀ ਜਦੋਂ ਕੋਈ ਬੰਦਾ ਉਹਦੀ ਗੱਲ ਨਹੀਂ ਮੰਨਦਾ ਇਹ ਇਦਾਂ ਕਰਵਾਉਂਦਾ। ਚਲੋ ਮੈਂ ਠੀਕ ਆ। ਆਂਦਾ ਵੀ ਇੰਡੀਆ ਦੇ ਵਿੱਚ ਪੰਡਤ ਨੇ ਕਿਹਾ ਵੀ ਤੇਰਾ ਨਾ ਇੰਨੀ ਤਰੀਕ ਨੂੰ ਆਹ ਕੰਮ ਹੋਣਾ ਹੀ, ਤੇ ਉਹ ਤੋਂ ਪਹਿਲਾਂ ਨਹੀਂ ਹੋ ਸਕਦਾ, ਜੋ ਮਰਜ਼ੀ ਕਰ ਲਾ। ਸਹੀ ਹੈ। ਹੁਣ ਇਹ ਬੰਦਾ ਕਹਿੰਦਾ ਡਿਫਰੈਂਟ ਡੇਟ ਆਫ ਬਰਥ ਦੇ ਹਿਸਾਬ ਨਾਲ। ਡੇਟ ਆਫ ਬਰਥ ਡੇਟ ਆਫ ਬਰਥ ਕਿਉਂ ਨਹੀਂ ਪਤਾ? ਮੈਨੂੰ ਡੇਟ ਆਫ ਬਰਥ ਪਤਾ ਨਹੀਂ ਸਾਲਾ, ਮੈਨੂੰ ਡੇਟ ਆਫ ਬਰਥ ਪਤਾ ਹੀ ਨਹੀਂ ਭੈਣ ਚੋਦ ਵੀ ਮੇਰੀ ਡੇਟ ਆਫ ਬਰਥ ਕੀ ਹੈ। ਹੁਣ ਮੈਨੂੰ ਬੰਦਾ ਪੁੱਛੇ ਵੀ ਜੇ ਸਾਲਿਓ ਪੜ ਦੋ ਬਾਬੇ ਹੋ ਤੁਸੀਂ, ਜੇ ਇੰਨੇ ਹੀ ਸਿਆਣੇ ਹੋ ਤੇ ਗਰੀਬ ਦਾ ਹੁਣ ਤੱਕ ਭੈਣ ਚੋਦੋ ਆਈ ਕੁੜੀ ਸਹੀ ਹੈ। ਕੀ ਕੁੜੀ ਆ, ਮੈਨੂੰ ਹਾਸਾ ਹੋਇਆ ਵੀ। ਸਹੀ ਹੈ। ਪਤਾ ਕਿਉਂ? ਆਹੋ ਹੁੰਦਾ ਹੀ ਹੈ। ਜੇ ਮੈਨੂੰ ਪ੍ਰੋਪਰ ਡੇਟ ਆਫ ਬਰਥ ਪਤਾ ਹੋਵੇ ਨਾ, ਫਿਰ ਮੈਂ ਕਹਾਂ ਵੀ ਸ਼ਨੀ ਮੇਰਾ ਉੱਥੇ ਆ, ਮੇਰੇ ਗ੍ਰਹਿ ਭੱਜੇ ਫਿਰਦੇ। ਹਾਂ ਸਹੀ ਗੱਲ ਹੈ, ਠੀਕ ਹੈ। ਪਤਾ ਹੀ ਨਹੀਂ ਜਦੋਂ ਭੈਣ ਚੋਦ ਪਤਾ ਹੀ ਨਹੀਂ ਵੀ ਮੇਰੀ ਅਸਲੀ ਡੇਟ ਆਫ ਬਰਥ ਕੀ ਆ। ਮੈਂ ਬੁੰਡ ਨਹੀਂ ਮਾਰਦਾ ਸ਼ਨੀਆਂ ਦੀ, ਪਰ ਤੂੰ ਤਾਂ ਸੱਚੀ ਲੈ ਗਿਆ ਸੀਰੀਅਸ। ਤੇਰੇ ਨਾਲ ਮੈਂ ਗੱਲ ਕੀਤੀ ਸੀ ਨਾ, ਮੈਂ ਉਹਨੂੰ ਆਖਿਆ, ਮੈਨੂੰ ਬਾਬੇ ਨੇ ਪਤਾ ਕੀ ਆਖਿਆ। ਬਾਬਾ ਆਂਦਾ ਵੀ ਗੁੱਡ ਬੰਦਾ ਬਣ ਕੇ ਤੇਰੇ ਕੋਲ ਕੁਛ ਨਹੀਂ ਹੋਣਾ ਤੇ ਨਾ ਹੀ ਤੇਰਾ ਕੁਛ ਬਣਨਾ ਹੀ। ਜਿੰਨਾ ਚਵਲ ਬੰਦਾ ਬਣੇਗਾ, ਜਿੰਨੇ ਪੁੱਠੇ ਕੰਮ ਕਰੇਗਾ, ਓਨੀ ਤੇਰੀ ਤਰੱਕੀ ਹੋਊ। ਆਹੋ ਮੂੰਹ ਦੇ ਬੰਦਾ ਬੈਠਾ ਤਰੱਕੀ ਹੁਣ ਭੈਣ ਤੋਂ ਹੁਣ ਇੱਥੋਂ ਕੁਦਰਤ ਵੇ ਕੁਦਰਤ ਉਹਨੇ ਜਿਹਨੂੰ ਭੈਣ ਚ ਵੀਰਾਂ ਨੇ ਟਿਕਟੋਕ ਬਣਾ ਲਈ। ਉਹ ਬੀਬੀਆਂ ਦੀਆਂ ਭੈਣ ਚ ਵੀਡੀਓ ਪਾ ਕੇ ਐਸੀ ਚੜਾਈ ਹੋਈ ਭੈਣ ਚੋਦ। ਗੱਲ ਜਨਤਾ ਗਾਲਾਂ ਕੱਢਣ ਦਾ ਵੀ ਗੱਲ ਪਤਾ ਕੀ ਸੀਗਾ। ਮੈਂ ਗੱਲ ਸੁਣਾ, ਪਰ ਮੈਂ ਉਹ ਬਾਬੇ ਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਗਰੀਬ ਦੀ ਡੇਟ ਆਫ ਬਰਥ ਹੀ ਨਹੀਂ ਪਤਾ, ਹੁਣ ਉਹਨੂੰ ਇਹ ਗੱਲ ਦਾ ਨਹੀਂ ਨਾ ਪਤਾ ਵੀ ਮੈਨੂੰ ਮੇਰੀ ਡੇਟ ਆਫ ਬਰਥ ਹੀ ਨਹੀਂ ਪਤਾ। ਇਹ ਤਾਂ ਸਿਰਫ ਆਪਾਂ ਨੂੰ ਹੀ ਪਤਾ ਜਿਹੜੇ ਆਪਣੇ ਬੰਦੇ ਆ। ਆਹੋ ਹੁਣ ਇੱਥੋਂ ਇਹ ਆ ਵੀ ਇਹ ਸਭ ਚੀਜ਼ਾਂ ਨਾ ਫੁੱਦੂ ਏ, ਠੀਕ ਹੈ। ਜੇ ਤੁਹਾਨੂੰ ਜਿਹੜੀ ਚੀਜ਼ ਜਿੱਥੇ ਮਿਲਣੀ ਜਿੱਦਾਂ ਉਹਦੇ ਲਈ ਹਾਰਡ ਵਰਕ ਕਰਨਾ ਪੈਣਾ। ਹੁਣ ਗੱਲ ਰਹਿ ਗਈ ਦੂਜੀ ਬਾਬੇ ਦੀ, ਗਿਆਨੀ ਦੀ। ਆਹੋ ਉਹ ਨਾ ਜਿੱਦਾਂ ਟਿਊਟਰ ਨਹੀਂ ਹੁੰਦਾ, ਟਿਊਟਰ ਹਾਂ ਉਹਦਾ ਪਾਠ ਸਿਖਾਉਂਦਾ ਹੁੰਦਾ ਸੀ। ਆਹੋ ਹਰ ਇੱਕ ਮਾਂ ਪਿਓ ਨੂੰ ਹੁੰਦਾ ਵੀ ਸਾਡਾ ਬੱਚਾ ਪੰਜਾਬੀ ਸਿੱਖੇ, ਪਾਠ ਸਿੱਖੇ। ਹਾਂਜੀ ਸਹੀ ਹੈ, ਠੀਕ ਹੈ। ਮੈਂ ਵੀ ਚਾਹੁੰਦਾ ਕੱਲ ਨੂੰ ਸਾਡੇ ਬੱਚੇ ਪਾਠ ਸਿੱਖਣ। ਜੇ ਗੁਰਦੁਆਰਾ ਸਾਹਿਬ ਕਲਾਸਾਂ ਲੱਗਦੀਆਂ ਬੱਚੇ ਜਾਣ, ਸਹੀ, ਪਰ ਉੱਥੇ ਟਾਈਮ ਵੀ ਸਪੈਂਡ ਕਰੋ। ਦੇਖੋ ਬੱਚੇ ਕੀ ਪੜ੍ਹ ਰਹੇ ਆ ਉੱਥੇ। ਬੱਚੇ ਹੁਣ ਸੁੱਖ ਨਾਲ ਵੱਡੇ ਹੋ ਗਏ, ਭੈਣ ਜੋ ਇੱਕ ਦੂਜੇ ਦੀਆਂ ਕੁੜੀਆਂ ਤੇ ਨਹੀਂ ਚੱਕੀ ਜਾਂਦੇ, ਟਰਾਈਆਂ ਤੇ ਨਹੀਂ ਮਾਰੀ ਜਾਂਦੇ। ਬੱਚੇ ਨਹੀਂ ਬਾਬੇ ਦੇ ਪਿੱਛੇ ਨਿਊਜ਼ ਆਈ ਆ, ਬਾਬੇ ਨਹੀਂ ਹਟਦੇ। ਇਹ ਕੁੜੀ ਦੇ ਪੰਜਾਬੀ ਸਿੱਖਣ ਜਾਂਦੀ ਸੀ, ਪਤਾ ਨਹੀਂ ਕਿੱਥੇ ਬ੍ਰਿਸਬੇਨ ਕਿ ਸਿਡਨੀ। ਮੈਨੂੰ ਮੁੰਡੇ ਨੇ ਦੱਸਿਆ ਤੇ ਬਾਬਾ ਉੱਥੇ ਉਹਨੂੰ ਲੈ ਕੇ ਨੰਬਰ ਉਹਨੂੰ ਮੈਸੇਜ ਕਰਦੇ ਆ ਕਦੋਂ ਮਿਲਣਾ ਆ ਜਾ। ਉਹਦੇ ਫਿਰ ਨਾਲ ਉਹਦੇ ਪਿਓ ਗਿਆ ਤੇ ਫਿਰ ਉਹਨੇ ਬਾਬੇ ਨੂੰ ਫੜਿਆ। ਆ ਸੁਣ ਲਓ ਗੱਲਾਂ। ਚਲੋ ਇਹ ਵੀ ਚਲੋ ਮੈਂ ਇਹ ਨਹੀਂ ਕਹਿੰਦਾ ਬਾਬੇ ਮਾੜੇ ਆ, ਨਹੀਂ ਬਾਬੇ ਸਾਰੇ ਪੰਜੇ ਉਂਗਲਾਂ ਇੱਕੇ ਜਿਹੀ ਨਹੀਂ ਹੁੰਦੀਆਂ। ਸਹੀ ਹੈ, ਠੀਕ ਹੈ। ਪਰ ਉਹ ਬਾਬਾ ਗਿਆਨੀ, ਠੀਕ ਹੈ, ਗਿਆਨੀ ਸਿਆਣੇ ਵਾਲਾ, ਪਹਿਲੇ ਦਿਨ ਗਿਆ। ਚਲੋ ਉੱਥੇ ਹੋਰ ਵੀ ਜਵਾਕ ਬੈਠੇ ਸੀਗੇ। ਬ్రో ਮੈਂ ਨਾ
ਸਾਡੇ ਪਿੰਡ ਦੇ ਕਿਸੇ ਵੀ ਬੰਦੇ ਨੂੰ ਪੁੱਛ ਲਾ ਹਾਂ, ਵੀ ਮੁਖਤਾਰ ਸੋਹ ਦੇ ਨਿਆਣੇ ਕਿਦਾਂ ਦੇ। ਠੀਕ ਹੈ। ਬ్రో ਜਿੱਥੇ ਮੇਰੀਆਂ ਭੈਣਾਂ ਤੇ ਹੀ ਭਰਾ ਚਲ ਜੀਏ ਨਾ, ਹਾਂ, ਸਾਲਾ ਲੋਕ ਕੰਮ ਛੱਡ ਕੇ ਭੈਣ ਵੇਖਦੇ ਹੁੰਦੇ ਵੀ ਯਾਰ ਕੁੜੀ ਹੋਵੇ ਐਡੇ ਸੋਹਣੇ ਸੁਨੱਖੇ ਤੇ ਜਵਾਨ ਸਾਰੇ ਹੀ ਜਵਾਕ, ਸਹੀ ਹੈ। ਵੀ ਇਹ ਭੈਣਾਂ ਵੀ ਸਾਰੀਆਂ 6-6 ਫੁੱਟ, ਭਰਾ ਵੀ ਸਾਰੇ ਲੰਮੇ ਜਵਾਨ ਉੱਚੇ ਨਾ। ਉਹਨੇ ਵੇਖਿਆ ਵੀ ਮੈਂ ਜੋ ਹੋਸਟਲ 'ਚ ਪੜਦਾ ਸਾਲਾ ਦੁੱਧ ਵਰਗਾ ਜਵਾਕ ਆ, ਠੀਕ ਹੈ। ਚਲੋ ਜੀ ਇੱਧਰ ਵੀ ਮਿੱਤਰ ਹੁਣੀ ਇੰਨਾ ਵੀ ਮੈਂ ਫੁੱਦੂ ਨਹੀਂ ਸੀ, ਜਵਾਕ ਹੀ ਪਤਾ ਕੋਈ ਹੋਸਟਲ 'ਚ ਪੜਦਾ ਹਾਂ। ਜਿਹੜਾ ਜਵਾਕ ਹੋਸਟਲ 'ਚ ਪੜਿਆ ਉਹਦੇ ਚੰਡੇ ਹੀ ਬੜੇ ਹੁੰਦੇ, ਪਤਾ ਹੁੰਦਾ ਦੁਨੀਆ ਦਾ। ਮੈਂ ਪਹਿਲੇ ਦਿਨ ਗਿਆ ਤੇ ਬਾਬਾ ਜ਼ਿਆਦਾ ਇੰਟਰਸਟ ਜਿਹਾ ਹੋਵੇ, ਹਾਂ, ਤੂੰ ਸਿਆਣੇ ਵੀ ਸਿੱਖ, ਤੂੰ ਪਾਠ ਵੀ ਕਰ। ਆਹੋ, ਮੈਂ ਵੀ ਲੈਣ 'ਚ ਬਹਿ ਗਿਆ ਦੂਜੇ ਜਵਾਕਾਂ ਨੂੰ, ਚਲੋ ਪਾਠ ਪੂਠ ਸਿੱਖਿਆ, ਬੋਲਦੇ ਹੀ ਪਿੱਛੇ ਬੋਲਦਾ ਮੈਂ ਵੀ। ਕੱਲ ਫੇਰ ਆ ਜਾਓ ਇੰਨੇ ਵਜੇ, ਮੰਮੀ ਮਾਤਾ ਨੇ ਪੈਸੇ ਦੇਣੇ 5 ਰੁਪਏ ਹਨਾ, ਤੇ ਵੀਰਾਂ ਨੇ ਨਾ ਉਹ ਮਾਈ ਝਾਟਾ ਜਿਹਾ ਨਹੀਂ ਹੁੰਦਾ ਉਹ ਖਾਣਾ, ਤੇ ਹੁਣ ਵੀ ਕੱਲ ਫੇਰ ਜਾਊਂਗਾ ਫੇਰ 5 ਮਿਲਣਗੇ। ਅਗਲੇ ਦਿਨ ਗਿਆ ਤੇ ਉੱਥੇ ਕੋਈ ਜਵਾਕ ਹੀ ਨਹੀਂ, ਵੀਰ ਤੇਰਾ ਕੱਲਾ। ਹੁਣ ਉਹ ਬਾਬਾ ਸਿਆਣਾ ਬਣ ਗਿਆ, ਤੇਰੇ ਮੈਂ ਤਿਲ ਵੇਖਣੇ ਆ ਸਰੀਰ ਤੇ, ਅੱਛਾ, ਠੀਕ ਆ, ਮੈਂ ਕਿਉਂਕਿ ਮੇਰੀ ਬਾਹਾਂ ਤੇ ਤਿਲ ਆ, ਜੇ ਤੇਰੇ 24 ਤਿਲ ਹੋਏ ਤੂੰ ਬੜਾ ਕਰਮ ਵਾਲਾ ਹੈ। ਅੱਛਾ, ਹੈਨਾ, ਹੁਣ ਮੈਨੂੰ ਇੰਨਾ ਪਤਾ ਮੇਰੇ ਚੈਸਟ ਤੇ, ਢਿੱਡ ਤੇ, ਬਾਹਾਂ ਤੇ 15-20 ਤਿਲ ਤਾਂ ਮੇਰੇ ਇੱਥੇ ਹੀ ਬਣ ਜਾਂਦੇ ਆ। ਅੱਛਾ, ਥੋੜੇ ਬਹੁਤੇ ਮੇਰੇ ਪਿੱਛੇ ਬੈਕ ਤੇ ਆ, ਇੱਕ ਮੇਰੇ ਜਗਾੜ ਤੇ ਆ, ਤੇ ਬਾਕੀ ਲੱਤਾਂ ਤੇ। ਉਹਨੇ ਪਹਿਲੋਂ ਮੇਰੀ ਸ਼ਰਟ ਲਵਾਈ, ਮੇਰੇ ਪਿੰਡ ਵਾਲੇ ਸੁਣ ਲਓ ਸਾਰੇ ਜਣੇ, ਉਹਨੇ ਤਿਲ ਚੈੱਕ ਕੀਤੇ, ਕਰਦੇ 16-17 ਹੋ ਗਏ। ਹੁਣ 16-17 ਉੱਤੇ ਹੋ ਗਏ, ਪੈਂਟ ਵੀ ਲਾਉਣੀ ਪੈਣੀ, ਪੈਂਟ ਲਾਉਂਗਾ ਫੇਰ ਪਤਾ ਲੱਗੂਗਾ। ਮੈਨੂੰ ਨਾ, ਮੈਂ ਆਪਣੇ ਭਰਾ ਨੂੰ ਬਹੁਤ ਪਿਆਰ ਕਰਦਾ, ਮੈਨੂੰ ਵੀਰ ਦੀ ਸਹੁੰ ਭੈਣ ਚੋਂ ਮੈਂ ਇੱਕ ਰਤਾ ਵੀ ਗੱਲ ਨਹੀਂ ਬਣਾਉਣਾ, ਨਾ ਮੈਂ ਝੂਠ ਬੋਲਣਾ, ਠੀਕ ਹੈ। ਉਹ ਬੰਦੇ ਨੇ ਮੇਰੀ ਪੈਂਟ ਲਵਾਤੀ, ਮਾਲਾ ਨੇ ਘਰੇ ਕੱਛਾ ਸੂਟ ਜਿਹੜੇ ਪੁਰਾਣੇ ਹੁੰਦੇ ਸੀ ਉਹਦਾ ਸੀ ਕੇ ਨਾਲੇ ਵਾਲਾ ਦਿੱਤਾ ਸੀ। ਨਹੀਂ ਲਾਸਟਿਕ ਨਹੀਂ ਬ్రో, ਲਾਸਟਿਕ ਵੀ ਭੈਣ ਚੋਂ ਤੋਂ ਕੁੜੀ ਵੀ ਬੜੀ ਮਹਿੰਗੀ ਹੁੰਦੀ, ਨਾਲਾ ਬੰਨਿਆ ਸੀ ਤੇਰੇ ਵੀਰ ਨੇ, ਤੇ ਐਡਾ ਲੰਮਾ ਕੱਛਾ ਪਾਇਆ। ਮੈਂ ਕੱਛੇ ਨੂੰ ਐਂ ਕੀਤਾ, ਪੈਂਟ ਤੇ ਮੈਂ ਲਾਤੀ, ਕੱਛੇ ਨੂੰ ਐਂ ਕਰਕੇ ਤੇ ਆਖੇ ਹਾਂ ਇੱਥੇ ਹੋਰ ਇੱਕ ਦੋ ਹੋ ਸਕਦਾ, ਤੇਰੇ ਜਿਤਨਾ ਤੇ ਵੀ ਹੋ ਸਕਦਾ, ਤੇਰੇ ਇੱਥੇ ਆ ਵੀ ਲਾ। ਮੈਂ ਵੀ ਨਾ, ਕਿਉਂਕਿ ਮੰਮੀ ਨੇ ਸਿਖਾਇਆ ਸੀ ਛੋਟੇ ਹੁੰਦੇ ਵੀ ਮੈਂ ਹੀ ਪੁੱਤ ਆਹ ਚੀਜ਼ ਨੂੰ ਟੱਚ ਕਰ ਸਕਦੀ ਆ, ਕੋਈ ਹੋਰ ਬਗਾਨਾ ਬੰਦਾ ਨਹੀਂ। ਸਹੀ ਹੈ। ਤੇ ਜੇ ਕੋਈ ਕਰੇ ਤੇ ਘਰੇ ਆ ਕੇ ਦੱਸਣਾ। ਇਹ ਬ్రో ਸ਼ੁਰੂ ਤੋਂ ਹੀ ਮਾਂ ਨੇ ਬੱਚਿਆਂ ਨੂੰ, ਮੇਰੀ ਭੈਣਾਂ ਨੂੰ, ਸਾਨੂੰ ਸਭ ਕੁਝ ਦੱਸਿਆ ਸੀਗਾ। ਮੈਂ ਕਿਹਾ ਵੀ ਨਹੀਂ, ਸਹੀ ਹੈ। ਉਹ ਨਹੀਂ ਹੁਣੇ ਪਤਾ ਲੱਗ ਜਾਂਦਾ, ਖੋਲਣ ਪਿਆ। ਮੈਂ ਕਿਹਾ ਬਾਬਾ ਭਰਾਓ, ਖੋਲਣ ਪਿਆ ਮੇਰੇ ਨਾਲ। ਮੈਂ ਕਿਹਾ ਨਾ ਮੈਂ ਪੈਂਟ ਚੁੱਕੀ ਪਾਈ, ਮੈਂ ਕਿਹਾ ਮੈਂ ਦੱਸਦਾ ਜਾ ਕੇ ਮਾਤਾ ਨੂੰ ਘਰ। ਮੈਂ ਘਰੇ ਜਾ ਕੇ ਮੈਂ ਮਾਤਾ ਨੂੰ ਦੱਸਦਾ, ਐਡਾ ਚਤਰਾ ਬਾਬਾ ਸੀ ਨਾ ਉਦੋਂ, ਮੈਂ ਛੋਟਾ ਹੁੰਦਾ ਯਾਰ, ਸਾਈਕਲ ਚੁੱਕਿਆ ਬਾਬੇ ਨੇ ਮੇਰੇ ਤੋਂ ਪਹਿਲੋਂ ਘਰ ਪਹੁੰਚ ਗਿਆ। ਮੈਂ ਘਰਦਿਆਂ ਨੂੰ ਗੱਲ ਦੱਸਾਂ, ਸਾਲੇ ਟੱਬਰ ਮੇਰੀ ਗੱਲ ਨਾ ਸੁਣੇ। ਮੈਂ ਕਿਹਾ ਮਾਤਾ ਬਾਬਾ ਮੇਰੀ ਲੁੱਲੀ ਫੜਨ ਨੂੰ ਫਿਰਦਾ ਸੀ। ਉਹ ਛੋਟੇ ਹੁੰਦੇ ਯਾਰ, ਉਹ ਭੈਣ ਚੋਂ ਮੇਰੀ ਤੋਤੋ ਨੂੰ ਹੱਥ ਲਾਉਣ ਨੂੰ ਫਿਰੇ। ਇੰਨਾ ਵੀ ਬ్రో ਬੰਦਾ ਪਤਾ ਹੁੰਦਾ। ਮੈਂ ਘਰੇ ਮਾਤਾ ਨੂੰ ਦੱਸਾਂ, ਮੰਮਾ ਇਹ ਮੇਰੇ ਨਾਲ ਇਹ ਕਰਨ ਨੂੰ ਫਿਰਦਾ ਸੀ, ਮੇਰੀ ਤੋਤੋ ਨੂੰ ਹੱਥ ਲਾਉਂਦਾ ਸੀ। ਪਤਾ ਨਹੀਂ ਕੀ ਸਾਲੇ ਨੇ ਆਣ ਕੇ ਘਰਦਿਆਂ ਦੱਸਿਆ, ਘਰ ਦੇ ਮੰਨਣ, ਘਰ ਦੇ ਯਕੀਨ ਨਾ ਕਰਨ। ਹੁਣ ਮੈਨੂੰ ਦੱਸ, ਉਹ ਸਿਆਣਾ ਬਿਆਣਾ ਬੰਦਾ ਬ్రో, ਗਾਤਰਾ ਸਾਹਿਬ ਪਾਇਆ, ਕਸ਼ਹਿਰਾ ਬੰਦਾ, ਚੋਲਾ ਪਾਇਆ। ਇਹਦਾ ਹੁਣ ਮੈਂ ਸੀਗਾ ਨਾ ਉੱਥੇ, ਜਿਹੜੇ ਉੱਥੇ ਹੋਰ ਜਵਾਕ ਵੀ ਆਉਂਦੇ ਸੀਗੇ ਪਾਠ ਸਿੱਖਣ, ਕਿਸੇ ਨਾਲ ਦੇ ਮਾੜੀ ਹਰਕਤ ਹੋਈ ਹੋਊਗੀ ਪੱਕਾ, ਹੈਨਾ। ਸਹੀ ਹੈ। ਜੇ ਹੁਣ ਉਹੀ ਬਾਬਾ, ਜਿੱਦਾਂ ਮੈਂ ਤੈਨੂੰ ਪਹਿਲਾਂ ਵੀ ਕਹਿੰਦਾ ਐਗਜ਼ਾਮਪਲ ਦਿੰਦਾ ਹੁੰਦਾ ਨਾ, ਕਈ ਲੋਕ ਆਪਣੇ ਘਰਾਂ ਦੇ ਵਿੱਚ ਆਪਣੀਆਂ ਜਨਾਨੀਆਂ ਨੂੰ ਕੁੱਟਦੇ, ਮਾਰਦੇ, ਡਿਸਰਿਸਪੈਕਟ ਕਰਦੇ, ਬਹੁਤ ਕੁਝ ਬੋਲਦੇ, ਪਰ ਜਦੋਂ ਸਾਲੇ ਬਾਹਰ ਜਾਂਦੇ ਆ ਨਾ, ਕਿਸੇ ਸਰੀਕੇ ਦੇ ਘਰੇ ਪੱਗ ਬੰਨ ਕੇ ਜਾਂਦੇ ਆ, ਹੁੰਦੇ ਮੋਨੇ ਸਾਡੇ ਵਰਗੇ, ਪੱਗ ਬੰਨ ਕੇ ਜਾਂਦੇ ਆ, ਉੱਥੇ ਜਾ ਕੇ ਇਹੋ ਜਿਹੀਆਂ ਗੱਲਾਂ ਕਰਦੇ ਆ।
ਉਹ ਸਰੀਕਾ ਸੋਚਦਾ ਵੀ ਇਹਦੇ ਵਰਗਾ ਤੇ ਬੰਦਾ ਹੀ ਕੋਈ ਨਹੀਂ, ਤੇ ਉਹ ਸਰੀਕੇ ਦੀ ਜਿਹੜੀ ਜਨਾਨੀ ਹੁੰਦੀ ਹੈ ਨਾ, ਉਹ ਅੰਦਰੇ ਅੰਦਰ ਇਹੋ ਜਿਹੇ ਸੁਪਨੇ ਲੈ ਰਹੀ ਹੁੰਦੀ ਵੀ ਕਾਸ਼ ਕਿਤੇ ਮੇਰਾ ਜੀਜਾ ਇਹੋ ਜਿਹਾ ਬੰਦਾ ਹੁੰਦਾ। ਸਹੀ ਹੈ, ਅੰਦਰੋਂ ਪਰ ਪਤਾ ਨਹੀਂ ਨਾ ਹੁੰਦਾ, ਅੰਦਰੋਂ ਇਹ ਨਹੀਂ ਪਤਾ ਵੀ ਬੀਬਾ ਤੂੰ ਸਰੀਕਾ ਜਿੱਥੇ ਆ ਨੂੰ ਖੁਸ਼ ਆ, ਇਹ ਤਾਂ ਚਵਲ ਆ, ਕੁੜੀ ਆ, ਬਹਿਰੂਪੀ ਆ, ਠੀਕ ਹੈ। ਮੈਂ ਇਸ ਕਰਕੇ ਹਮੇਸ਼ਾ ਸਾਰੇ ਰੌਲਾ ਪਾਵੇ ਦੱਸਦੇ ਹੁੰਦੇ, ਇਹ ਹੱਡ ਬੀਤੀਆਂ ਤੇ ਵੇਖੀਆਂ ਹੋਈਆਂ ਗੱਲਾਂ, ਕੋਈ ਬਣਾਈਆਂ ਨਹੀਂ ਹੋਈਆਂ। ਨਹੀਂ ਸਹੀ, ਇਹ ਜਿਹੜੇ ਸਿਆਣੇ ਬਾਬੇ ਫੁੱਦੂ ਠਰਕੀ ਸ਼ਰਕੀ ਜੋ ਕੁਛ ਵੀ ਆ, ਇੱਕ ਹੀ ਚੀਜ਼ ਆ ਦੁਨੀਆ ਦੇ ਵਿੱਚ, ਠੀਕ ਹੈ। ਸੱਚਾਈ ਕੀ ਆ? ਮੌਤ। ਸਭ ਤੋਂ ਵੱਡੀ ਸੱਚਾਈ ਆ ਮੌਤ, ਠੀਕ ਹੈ। ਉਹਨੂੰ ਹਮੇਸ਼ਾ ਯਾਦ ਰੱਖੋ, ਮੌਤ ਨੂੰ ਹਮੇਸ਼ਾ ਯਾਦ ਰੱਖੋ। ਕਦੀ ਹੰਕਾਰ ਨਾ ਕਰੋ ਵੀ ਮੇਰੇ ਕੋਲ ਪੈਸਾ ਆ, ਪੈਸਾ ਤੁਹਾਡੇ ਨਾਲ ਨਹੀਂ ਜਾਣਾ, ਠੀਕ ਹੈ। ਕੋਈ ਤੁਹਾਡੇ ਨਾਲ ਨਹੀਂ ਚੀਜ਼ ਜਾਣੀ। ਹਮੇਸ਼ਾ ਉਸ ਚੀਜ਼ ਤੋਂ ਡਰੋ ਕਿ ਉਹ ਜਿਹੜੀ ਮੌਤ ਹੈ ਨਾ, ਇੱਕ ਦਿਨ ਮੈਨੂੰ ਆਉਣੀ ਹੈ। ਕਹਿੰਦੇ ਨੇ ਇਹ ਜਿਹੜੀਆਂ ਦੂਜੀਆਂ ਚੀਜ਼ਾਂ ਸਾਰੀਆਂ ਨੂੰ ਭੈਣ ਚੋਦ ਬਾਬਿਆਂ ਦੀ ਮਾਂ ਦੀ ਲੰਨ। ਕਹਿੰਦੇ ਨੇ ਕਿ ਜਦੋਂ ਬੰਦਾ ਜੰਮਦਾ ਹੈ ਨਾ, ਉਦੋਂ ਜਨਮ ਨਹੀਂ ਹੁੰਦਾ ਬੰਦੇ ਦਾ, ਉਦੋਂ ਮੌਤ ਦਾ ਜਨਮ ਹੁੰਦਾ ਹੈ। ਜਦੋਂ ਬੰਦਾ ਜਨਮ ਲੈਂਦਾ ਉਹਦੀ ਮੌਤ ਭੈਣ ਚੋ ਮੈਨੂੰ ਯਾਰ, ਮੈਂ ਹੱਲੇ ਤੱਕ ਹੈਰਾਨ ਆ। ਮੈਂ ਬ్రో ਮੈਨੂੰ ਮੇਰੇ ਬਚਪਨ ਦੀ ਕੱਲੀ ਚੀਜ਼ ਚੇਤੇ ਆ, ਕੱਲੀ ਚੀਜ਼ ਮੈਨੂੰ ਪਤਾ ਨਹੀਂ ਕਿਉਂ ਬ్రో, ਆਈ ਰਿਮੈਂਬਰ ਐਵਰੀਥਿੰਗ। ਹਰ ਇੱਕ ਚੀਜ਼ ਮੈਨੂੰ ਯਾਦ ਹੈ ਬ్రో। ਉਹੀ ਗੱਲ ਕਰਦਾ ਨਾ ਕਿ ਪਰ ਟਾਈਮ ਸਾਲਾ ਕਿੱਥੇ ਲੰਘ ਗਿਆ ਪਤਾ ਹੀ ਨਹੀਂ ਲੱਗਾ, ਵੱਡੇ ਹੋ ਗਏ। ਹੁਣ ਤੈਨੂੰ ਕੀ ਲੱਗਦਾ ਆਪਾਂ ਹੁਣ ਬੈਠੇ ਆ? ਸਹੀ ਹੈ। ਹੋਰ ਬ్రో ਭੈਣ ਚੋ ਜਦੋਂ ਬੁੱਢੇ ਹੋ ਗਏ ਨਾ, ਆਪਾਂ ਫਿਰ ਕੁਐਸਚਨ ਦੇ ਹੋਣਾ, ਉਦੋਂ ਮੈਂ ਤੈਨੂੰ ਕਿਹਾ ਨਾ, ਗੱਲ ਨੂੰ ਆਖਿਆ ਸੀ ਨਾ ਭੈਣ ਚੋ ਉਹਦੀ ਲੱਲਾ ਲੈ ਕੇ ਕਿਧਰ ਕੋ। ਇਹ ਗੱਲ ਤੇ ਉਹੀ ਹੈ ਨਾ ਕਿ ਜ਼ਿੰਦਗੀ ਨਾਲ ਇੰਨਾ ਪਿਆਰ ਨਾ ਕਰੋ। ਸਹੀ ਹੈ ਕਿ ਜਦੋਂ ਮੌਤ ਆ ਤਾਂ ਡਰਨ ਲੱਗ ਜਾਈਏ ਕਿ ਹਾਂ ਕਿ ਇੱਕ ਮੌਤ ਸੱਚ ਇਦਾਂ ਦਾ ਹੁੰਦਾ ਜਿਹੜਾ ਵਾਕਿੰਗ ਤੁਹਾਡੇ ਨਾਲ ਕਰਦੀ ਹੈ, ਤੁਹਾਡਾ ਪਰਛਾਵਾਂ ਬਣ ਕੇ। ਤੁਹਾਡਾ ਪਰਛਾਵਾਂ ਨਹੀਂ ਹੁੰਦਾ, ਤੁਹਾਡੀ ਮੌਤ ਹੁੰਦੀ ਹੈ ਉਹ। ਸਹੀ ਹੈ। ਉਹਨੂੰ ਪਿਆਰ ਕਰੋ। ਇਹ ਸੋਚਿਆ ਕਰੋ ਕਿ ਜੇ ਜ਼ਿੰਦਗੀ ਇੰਨੀ ਸੋਹਣੀ ਸਾਡੀ ਲੰਘੀ ਹੈ ਤੇ ਮੌਤ ਕਿੰਨੀ ਸੋਹਣੀ ਹੋਣੀ ਅੱਗੇ, ਇਸ ਤੋਂ ਬਾਅਦ ਕੀ। ਸਹੀ ਹੈ। ਪਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਮੌਤ ਦੇ ਡਰ ਨਾਲ ਜ਼ਿੰਦਗੀ ਨਾ ਜੀਓ ਕਿ ਮਰਨਾ ਤੇ ਹੈ ਹੀ ਹੈ, ਤਾਂ ਮਰਨਾ ਤੇ ਹੈ ਹੀ ਹੈ ਤੇ ਕਰਨਾ ਕਿਉਂ। ਜੇ ਮਰਨਾ ਹੀ ਹੈ ਤੇ ਫਿਰ ਉਹਦਾ ਸੱਚਾਈ ਇੱਕ ਮਰਨਾ ਸਾਹਮਣੇ ਹੀ ਆ। ਪਰ ਇਹ ਜ਼ਿੰਦਗੀ ਜੀ ਕੇ ਫਿਰ ਇਹ ਸੋਚੋ ਕਿ ਤੈਨੂੰ ਮਰਨਾ, ਉਸ ਤੋਂ ਅੱਗੇ ਕੀ ਮੌਤ ਆਊਗੀ, ਮੌਤ ਤੋਂ ਬਾਅਦ ਕੀ। ਜੇ ਜ਼ਿੰਦਗੀ ਇੰਨੀ ਸੋਹਣੀ ਹੈ ਤੇ ਮੌਤ ਤੋਂ ਉਸ ਤੋਂ ਵੀ ਜ਼ਿਆਦਾ ਸੋਹਣੀ ਹੋਣੀ। ਵੇਖ ਮੌਤ ਤੋਂ ਬਾਅਦ ਕੀ, ਜੇ ਕੋਈ ਉੱਥੇ ਬੰਦਾ ਜਾ ਕੇ ਕਿਸੇ ਨੇ ਪਿੱਛੇ ਆਣ ਕੇ ਦੱਸਿਆ ਹੋਵੇ ਫੇਰ ਹੀ ਪਤਾ। ਚਲ ਹੋਵੇ ਨਾ ਹੋਵੇ, ਆਪਾਂ ਇਹ ਵੀ ਕਹਿਣਾ ਮਤਲਬ ਇਹ ਹੈ ਮੌਤ ਹਮੇਸ਼ਾ ਸੱਚਾਈ ਯਾਦ ਰੱਖੋ, ਝੂਠ ਫਰੇਬ ਫੁੱਦੂ ਗੱਲਾਂ ਦੇ ਪਿੱਛੇ ਨਾ ਲੱਗੋ। ਇਹ ਜਿਹੇ ਕੰਮ ਨਾ ਕਰਿਆ ਕਰੋ। ਆਪਣੇ ਆਪ ਦੇ ਵਿਸ਼ਵਾਸ, ਆਪਣੇ ਵਿੱਚ ਵਿਸ਼ਵਾਸ ਰੱਖੋ, ਕਿਸੇ ਦੇ ਮਗਰ ਨਾ ਲੱਗੋ, ਠੀਕ ਆ। ਜੋ ਕੁਝ ਵੀ ਹੈਗਾ ਉਹ ਆਪੇ ਹੀ ਹੁੰਦਾ ਰਹਿਣਾ। ਇਟ ਵਿਲ ਗੋ ਵਿਦ ਦ ਫਲੋ। ਜੇ ਕਿਸੇ ਦਾ ਕੋਈ ਨੁਕਸਾਨ ਹੋਇਆ, ਕੋਈ ਵੀਰ ਭਾਈ ਪ੍ਰਾਹੁਣਾ ਭੈਣ ਭਾਈ ਕੋਈ ਮਰ ਗਿਆ ਰਹਿ ਗਿਆ, ਜਿੰਨੀ ਜਿਹਦੀ ਸੀਗੀ ਉਹ ਭੋਗ ਕੇ ਗਿਆ। ਪਰ ਇਹ ਹੈ ਕਿ ਜਿਹੜਾ ਤੁਹਾਡਾ ਅਗਲਾ ਫਿਊਚਰ ਹੈ ਨਾ, ਉਹ ਗਮ ਦੇ ਵਿੱਚ, ਉਹਦੀ ਯਾਦ ਦੇ ਵਿੱਚ ਉਹਨੂੰ ਵੇਸਟ ਨਾ ਕਰੋ, ਉਹਨੂੰ ਆਪਣੀ ਲਾਈਫ ਨੂੰ ਖਰਾਬ ਨਾ ਕਰੋ। ਇਹ ਨਹੀਂ ਹੁੰਦਾ ਵੀ ਜੇ ਕਿਸੇ ਦਾ ਕੋਈ ਵੀਰ ਭਾਈ ਭੈਣ ਚਲੇ ਜੇ, ਕੋਈ ਪ੍ਰਾਹੁਣਾ ਚਲੇ ਜੇ ਤੇ ਤੁਸੀਂ ਉਹ ਲਾਈਫ ਤੁਹਾਡੀ ਹੈਲ ਹੋ ਗਈ ਜਾਂ ਤੁਹਾਡੀ ਲਾਈਫ, ਨੋ, ਲਾਈਫ ਮੂਵ ਔਨ। ਹੋਰ ਬੜੀਆਂ ਚੀਜ਼ਾਂ ਰੱਬ ਨੇ ਅੱਗੇ ਰੱਖੀਆਂ ਹੋਣਗੀਆਂ, ਹਨਾ। ਤੁਹਾਡੇ ਕੀ ਪਤਾ ਇੱਕ ਡੋਰ ਸ਼ਟ ਹੁੰਦਾ ਤੇ 10 ਡੋਰ ਖੁੱਲਦੇ ਆ। ਇਹ ਤਾਂ ਇੱਕ ਸਰਕਲ ਬਣਿਆ ਆ, ਜਿੱਦਾਂ ਪਾਣੀ ਇਵੈਪੋਰੇਟ ਹੋ ਕੇ ਉੱਪਰ ਜਾਂਦਾ, ਬੱਦਲ ਬਣਦਾ, ਫਿਰ ਪਾਣੀ ਬਣ ਜਾਂਦਾ। ਇਹ ਲਾਈਫ ਇਦਾਂ ਹੀ ਹੈ। ਇੱਥੋਂ ਨਿਕਲ ਕੇ ਕਿੱਥੇ ਸਪਿਰਿਟ ਨੇ ਕਿੱਥੇ ਜਾਣਾ, ਹੂ ਫਕਿੰਗ ਨੋਸ। ਬਟ ਉਹਦੇ ਕਰਕੇ ਆਪਾਂ ਡਰ ਕੇ ਜ਼ਿੰਦਗੀ ਜੀਣੀ ਬੰਦ ਨਹੀਂ ਕਰ ਸਕਦੇ। ਤੇ ਇਹਦੇ ਨਾਲ ਹੀ ਸਮਾਪਤੀ ਇਹਦੇ ਨਾਲ ਹੀ ਸਮਾਪਤੀ ਇਦਾਂ ਹੈ ਵੀ ਇਹ ਜਿਹੜਾ ਵੀਰ ਸਿਆਣਾ ਬਿਆਣਾ ਜਿਹੜੇ ਮੈਨੂੰ ਤੂੰ ਮੈਨੂੰ ਆ ਦੱਸ, ਮੈਨੂੰ ਤੈਨੂੰ ਕਿਹੜੇ ਬਾਬੇ ਨੇ ਕਿਹਾ ਸੀਗਾ ਨੇਲ ਪਾਲਿਸ਼ ਲਾਉਣ ਨੂੰ? ਬਾਬੇ ਦੀ ਭੈਣ ਦੀ ਲੰਨ ਮੇਰਾ ਜੀ ਕੀਤਾ ਲਾਈ। ਜੀ ਨਹੀਂ ਕੀਤਾ ਵੇ ਝੂਠੇ ਮੈਂ ਬ్రో ਟਾਈਟ ਸੀਗਾ। ਅੱਛਾ ਬੇਬੀ ਕਮ ਗਿਵ ਮੀ ਯੂਰ ਫੀਟ, ਲੈਟ ਮੀ ਪੁੱਟ ਸਮ ਨੇਲ ਮਾਈ। ਉਹਦੀ ਮਾਂ ਬ్రో ਮੈਂ ਹੱਥ ਪਤਾ ਵੀਰ ਕੋਲ ਕਿਹਦਾ ਗਿਰੀ। ਉਹ ਗੱਲ ਤਾਂ ਸੁਣ, ਮੈਂ ਗਿਆ ਤੇ ਮੈਂ ਕਿਹਾ ਸਾਲਾ ਟ੍ਰੇਨਿੰਗ ਕਰ ਬ్రో, ਕਾਰਡੀਓ ਕਰ ਪੈਰਾਂ ਨੂੰ ਵੀ ਭੈਣ ਚੋ ਐਪਰੀਸ਼ੀਏਟ ਕਰਨਾ ਚਾਹੀਦਾ ਯਾਰ। ਕਰੋ ਨੋ ਪਰਸ ਮੈਂ ਗਿਆ ਥੋੜੀ ਕੁਰਸੀ ਬੜੀ ਵਧੀਆ ਸੀਗੀ,
ਉਹ ਭੈਣ ਨੂੰ ਮਸਾਜ ਹੀ ਹੋਣਾ ਵੀ ਤੇਰਾ ਵੀ ਰੈਂਸ ਹੋ ਗਿਆ ਹਾਂ ਚਿੰਕਣ ਆਈ ਗੈਟ ਅਪ ਫਿਨਿਸ਼ ਮੈਂ ਕਿਹਾ ਸਾਲੀਏ ਮੈਂ ਸੁੱਤਾ ਮੈਨੂੰ ਉਠਾਇਆ ਗਿਆ ਹੀ ਕਹਿੰਦੀ ਨੋ ਅਨਦਰ ਕਸਟਮਰ ਕਮਿੰਗ ਅੱਛਾ ਮੈਂ ਕਿਹਾ ਵੀ ਸੋ ਸਾਈ ਨੂੰ ਨੀਂਦ ਆਈ ਮੈਂ ਨੇਲ ਪੋਲਿਸ਼ ਵਿਚ ਕਲਰ ਬਲੈਕ ਮੈਂ ਜਿੰਨਾ ਚਿਰ ਤੱਕ ਡਰਾਈ ਨਾ ਹੋਵੇ ਠਾਈ ਨਾ ਮੈਨੂੰ ਤੇ ਮਾਰ ਦੇਣਾ ਜੀ ਆ ਕਰਕੇ ਤੇ ਵੀਨੇ ਲਵਾ ਲਈ ਬੈਗ ਨੇ ਹੁਣ ਮੈਨੂੰ ਕਈਆਂ ਨੇ ਆਖਿਆ ਭਾਜੀ ਆ ਕੀ ਹੋ ਗਿਆ ਇਹ ਕੱਲੀਆਂ ਜਨਾਨੀਆਂ ਹੀ ਭੈਣ ਚੋਦ ਨੇਲ ਪੋਲਿਸ਼ ਲਾ ਸਕਦੀਆਂ ਨਾ ਉਹ ਵੀ ਲਾ ਸਕਦੇ ਆ ਟ੍ਰਾਂਸਜੈਂਡਰ ਹੈਗਾ ਭੈਣ ਦੀ ਲਾਲ ਮੈਂ ਹੋਰ ਦੱਸੋ ਉਹ ਜਦਾਂ ਨਾ ਇੱਕ ਗੱਲ ਦੱਸੋ ਤੁਹਾਨੂੰ ਇੱਕ ਅਸ਼ਕੇ ਆਹਾ ਅਸ਼ਕੇ ਭਾਵੇਂ ਮੈਂ ਨਹੀਂ ਭਾਜੀ ਮਨੀਟਰ ਮੈਂ ਜੋ ਕਲਾਸ ਦਾ ਮੀਟਰ ਕੁੜੀ ਆ ਬੇਇੱਜ਼ਤੀ ਕਰਾਈਏ ਇਹਦੇ ਭੁੱਲਿਓ ਉਹ ਗੱਲ ਓਏ ਗੱਲ ਸੁਣ ਮੈਂ ਇੱਕ ਮਿੰਟ ਫੋਨ ਲਾਉਣਾ ਫੋਨ ਲਾ ਹੈਲੋ ਆਪ ਬ్రో ਮੈਂ ਪੜਦਾ ਨਾ ਦੱਸੀ ਇਹਨਾਂ ਨੂੰ ਮੈਂ ਕੀ ਆ ਓਏ ਟੈਕਸੀ ਗਾ ਵੇ ਬਹੁਤ ਸਿਆਣਾ ਹੁੰਦਾ ਹੈ ਭਾਈ ਪਿੱਛੇ ਨਾ ਮਨੀਟਰ ਹੈਗਾ ਕਿ ਨਹੀਂ ਹੈਗਾ ਅਰੇ ਗੱਲ ਸੁਣ ਮੇਰੀ ਮੈਨੂੰ ਇੱਕ ਮੈਂ ਹੁਣ ਮਨੀਟਰ ਤੋਂ ਚਿੱਤਾ ਆਇਆ ਤੈਨੂੰ ਪਤਾ ਜਦੋਂ ਛੋਟੇ ਹੁੰਦੇ ਨਾ ਨਹੀਂ ਮੈਨੂੰ ਨਹੀਂ ਪਤਾ ਜੀ ਛੋਟੇ ਹੁੰਦੇ ਅਸੀਂ ਨਾ ਮੈਂ ਆਪੇ ਦੱਸ ਦਿੰਦਾ ਬ్రో ਵੀ ਛੋਟੇ ਹੁੰਦੇ ਸੁਣੋ ਯਾਰ ਮੈਨੂੰ ਸੁਣੋ ਐ ਛੋਟੇ ਹੁੰਦੇ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਮੈਂ ਨਾ ਹੋਸਟਲ 'ਚ ਪੜਦਾ ਨਾ ਛੋਟਾ ਹੁੰਦਾ ਮੇਰਾ ਸੈਕਸ਼ਨ ਹੁੰਦਾ ਸੀ ਡੀ ਨਹੀਂ ਹੋਇਆ ਭੈਣ ਮੇਰਾ ਕਾਲਾ ਸਹੀ ਹੁੰਦਾ ਹੈ ਲਾਸਟ ਇਹ ਸਾਰਾ ਨਲਾਕਾ ਜੋ ਵੀ ਸਾਰਾ ਲਾਸਟ ਚ ਘੱਟੋ ਘੱਟ 40 45 ਨਿਆਣੇ ਹੁੰਦੇ ਕਲਾਸ 'ਚ ਡੀ ਸੈਕਸ਼ਨ ਮੇਰਾ ਹੁੰਦਾ ਸੀ ਮੈਂ ਤਾਂ ਮੈਂ ਤਾਂ ਨੰਬਰ ਹੀ ਹੁੰਦਾ ਤੇ ਸੁਣ ਮੇਰੀ ਗੱਲ ਤੈਨੂੰ ਪਤਾ ਨਿੱਕੇ ਹੁੰਦੇ ਬਰੋ ਜਿਹੜੀਆਂ ਕੁੜੀਆਂ ਸਮਾਰਟ ਆਸ਼ ਬਣਦੀਆਂ ਹੁੰਦੀਆਂ ਨਾ ਮੈਡਮਾਂ ਕੋ ਚੁਗਲੀਆਂ ਲਾਉਣੀਆਂ ਚਲੋ ਇਹ ਜਿਹੜੀ ਇਹ ਜਿੱਦਾਂ ਇਹ ਹਾਸਾ ਖੇਡਾ ਛੋਟੇ ਬਚਪਨ 'ਚ ਜੋ ਹੋਇਆ ਹੈ ਕਿਸੇ ਨਾਲ ਕੋਈ ਗੁੱਸਾ ਨਾ ਲਾਈ ਮੈਂ ਬੜੀਆਂ ਕੁੱਟੀਆਂ ਫੜਕਾਈਆਂ ਕੁੜੀਆਂ ਮੈਂ ਬ్రో ਮੈਂ ਮਨੀਟਰ ਹੋਣਾ ਜਿਹੜੀ ਕੁੜੀ ਨੇ ਸ਼ਿਕਾਇਤ ਲਾਉਣੀ ਨਾ ਮੈਡਮ ਨੂੰ ਜਾ ਕੇ ਚੋਰੀ ਤੇ ਮੈਨੂੰ ਪਤਾ ਲੱਗ ਜਾਂਦਾ ਸ਼ਿਕਾਇਤ ਲਈ ਗੁੱਤਾ ਐ ਦੋ ਗੁੱਤਾ ਕਰਕੇ ਆਉਂਦੀਆਂ ਨਹੀਂ ਹੈ ਰੇਵਨ ਵਾਲੀਆਂ ਤੇ ਇਹਨੇ ਗੁੱਤਾ ਫੜ ਲੈਣੀਆਂ ਜਾ ਕੇ ਭੈਣ ਚ ਸ਼ਿਕਾਇਤ ਲਈ ਹੋਈ ਨਹੀਂ ਤਾੜ ਕਰਦੀ ਇਹ ਸਾਲਾ ਨਹੀਂ ਲੱਗਦਾ ਨਹੀਂ ਭਾਜੀ ਉਹ ਪ੍ਰੀਮਾ ਕੰਮ ਤਾਂ ਠੀਕ ਹੈ ਮੰਨ ਲੈਨੇ ਉਹ ਮਨੀਟਰ ਵਾਲੀ ਭਾਜੀ ਜੀ ਨਹੀਂ ਗੱਲ ਬ్రో ਭੈਣ ਮੈਨੂੰ ਬੜੀ ਇੱਕ ਚੀਜ਼ ਹੜਦੀ ਸੀ ਹਾਂ ਫੇਰ ਨਾ 1 ਵਜੇ ਜੱਟਾ 2 ਵਜੇ ਜੱਟਾ ਵੇ ਅੱਖੀ ਘਟਾ ਹਾਰ ਕੇ ਚੌਥੇ ਕਿ ਦਿਨ ਨਾ ਉਹਨਾਂ ਦੇ ਘਰ ਦੇ ਨੂੰ ਤੁਰੇ ਆਉਂਦੇ ਨਾ ਕੁੜੀ ਦਾ ਸੈਕਸ਼ਨ ਚੇਂਜ ਕਰਾਉਣ ਨੂੰ ਸਾਰਾ ਸੇ ਗਲੇ ਚ ਚੇਂਜ ਕਰੋ ਸੀ ਮਨੀਟਰ ਬਹੁਤ ਸਟ੍ਰਿਕਟ ਹੁੰਦਾ ਸੀ ਬ్రో ਮਨੀਟਰ ਆ ਗਏ ਨੇ ਇਹ ਮਨੀਟਰ ਹੈਗੇ ਨਹੀਂ ਉਹ ਮੈਂ ਤੇਰੇ ਚਪੇੜ ਮਾਰ ਦਿੰਦੀ ਫੋਨ ਕਰੋ ਕਿਹੜੀ ਕਰਾਉਣਾ ਜਿਹੜਾ ਅੱਜ ਤਾਂ ਠੀਕ ਨਹੀਂ ਫੋਨ ਹਾਂ ਵੀਰੇ ਮੈਨੂੰ 100 ਹੀ ਮੈਂ ਝੂਠ ਨਹੀਂ ਆਹੋ। ਬੋਲਦਾ ਮੇਰੀ ਤਰ੍ਹਾਂ ਮਨੀਟਰ ਹੀ ਸਕੂਲੇ ਮੈਂ ਕਿਹਾ ਪਰ ਇੰਨਾ ਵੀ ਹਾਂ ਡੀ ਸੈਕਸ਼ਨ ਡੀ ਸੈਕਸ਼ਨ ਹੀ ਉਹ ਮਨੀਟਰ ਮੈਡਮ ਨੂੰ ਡੀ ਸੈਕਸ਼ਨ ਨਾ ਜਿਹੜਾ ਸਭ ਨਾ ਭਾਜੀ ਤੁਹਾਨੂੰ ਮੈਂ ਦੱਸਦਾ ਯਾਰ ਤੂੰ ਬੋਲੀ ਮਨੀਟਰ ਦੀ ਵਿਆਖਿਆ ਹੀ ਦੱਸ ਦੇ ਮਨੀਟਰ ਕੀ ਹੁੰਦਾ ਮੋਨੀਟਰ ਮਨੀਟਰ ਦਾ ਮਤਲਬ ਕੀ ਹੁੰਦਾ ਸਾਰਿਆਂ ਨੂੰ ਮੋਨੀਟਰ ਕਰਨਾ ਨਾ ਸਾਰਿਆਂ ਨੂੰ ਮੋਨੀਟਰ ਸ਼ੁਕਰ ਕਰ ਕੰਪਿਊਟਰ ਦਾ ਮਨੀਟਰ ਨਹੀਂ ਹੈ ਜੀ ਕੰਪਿਊਟਰ ਵਾਲੀ ਮਸ਼ੀਨ ਇੱਕ ਹੁੰਦੀ ਹੈ ਓਏ ਨਹੀਂ ਗੱਲ ਸੁਣ ਬਈ ਤੇ ਮਨੀਟਰ ਕਿਉਂ ਚੱਲਦਾ ਇੱਕ ਹੋਰ ਮੈਂ ਮਨੀਟਰ ਜਿਹੜਾ ਕਲਾਸ ਫਸਟ ਆਉਂਦਾ ਉਹਨੂੰ ਮਨੀਟਰ ਕਹਿੰਦੇ ਨੇ ਜਿਹੜਾ ਮੋਨੀਟਰ ਹੁੰਦਾ ਜਿਹੜਾ ਗੁੱਡ ਕਿਡ ਹੋਵੇ ਉਹ ਜਿਹੜਾ ਚੰਗੀ ਤਰ੍ਹਾਂ ਸਾਰਿਆਂ ਨੂੰ ਮੋਨੀਟਰ ਕਰ ਮਨੀਟਰ ਕਰ ਸਕੇ ਨਹੀਂ ਉਹ ਭਾਜੀ ਬ్రో ਮੈਂ ਫਸਟ ਆਇਆ ਨਹੀਂ ਉਹ ਪੀਜੀ ਭਾਜੀ ਮੈਂ ਕਹੀ first ਆਇਆ, ਮੇਰੀ ਗੱਲ ਸੁਣ ਇਹ ਤੇ ਲੈ ਕੇ ਸੀਦਾ ਕੋ ਮਨੀਟਰ ਹੁੰਦੇ ਜਿਹੜੇ ਐ ਇੰਟੈਲੀਜੈਂਟ ਹੁੰਦੇ ਡੀ ਕਲਾਸ ਵਾਲੇ ਉਹ ਤੇ ਵਿੱਚ ਸਭ ਤੋਂ ਕਲਾਸ ਤਗੜਾ ਹੁੰਦਾ ਨਾ ਉਹਨੂੰ ਚੱਲ ਸਹੀ ਤਾਈ ਨੇ ਮੈਂ ਬ్రో ਮੈਂ ਨਹੀਂ ਕਰਦਾ ਸਾਡੇ ਸਕੂਲਾਂ 'ਚ ਪਤਾ ਜਿਹੜੇ ਸਕੂਲ 'ਚ ਮੈਂ ਪੜਿਆ ਉੱਥੇ ਤਾਂ ਜਿਹੜਾ ਫਸਟ ਆਉਂਦਾ ਸੀ ਉਹਨੂੰ ਮਨੀਟਰ ਬਣਾਉਂਦੇ ਹੁਣ ਸਾਲਾ ਜਿਹੜੇ ਸਕੂਲ 'ਚ ਇਹ ਪੜਿਆ ਉੱਥੇ ਜਿਹੜਾ ਨਲਾਇਕ ਜਿਹੜਾ ਬਦਮਾਸ਼ ਹੁੰਦਾ ਸੀ ਨਾ ਉਹਨੂੰ ਮਨੀਟਰ ਧੱਕੇ ਨਾਲ ਮਨੀਟਰ ਅੱਜ ਕੌਣ ਮਨੀਟਰ ਹੈ ਧੱਕੇ ਨਾਲ ਹੀ ਜਵਾਕਾਂ ਨੇ ਸਾਰਿਆਂ ਨੇ ਨਾ ਸਕੂਲ ਦੇ ਜਵਾਕਾਂ ਨੇ ਭੈਣ ਜੋ ਜਿੱਥੇ ਲੜਾਈ ਹੋਣੀ ਧੱਕੇ ਨਾਲ ਲੈ ਜਾਣਾ ਗੁਲਾਬ ਚੱਲ ਚੱਲੀਏ ਫਲਾਣੀ ਥਾਂ ਇਹ ਹੋ ਗਿਆ ਮੈਂ ਇਹ ਹੈ ਮਨੀਟਰ ਨੇ ਚਲੋ ਫੈਸਲਾ ਕਰਾਉਣੇ ਬਣਾ ਜਾ ਕੇ ਜਵਾਕ ਹੁੰਦੇ ਨਾ ਬ్రో ਐਵੇਂ ਤੂੰ ਬੜੇ ਇੱਕ ਵਾਰੀ ਨਾ ਗੱਲਾਂ ਤੋਂ ਗੱਲ ਯਾਦ ਆਈ ਤੂੰ ਮੈਨੂੰ ਕੀ ਬਕਵਾਸ ਕਰਨਾ ਹੈ ਉਹ ਮਨੀਟਰ ਤੋਂ ਪਹਿਲਾਂ ਕੀ ਗੱਲ ਕਰਨੀ ਹੈ ਕੋਈ ਗੱਲ ਕਰਦੇ ਹੋਏ ਯਾਰ ਚੇਤਾ ਭੁਲਾਤਾ ਭੈਣ ਚੋ ਕਿਹੜੀ ਭੈਣ ਚੋ ਕਿਹੜੀ ਗੱਲ ਕਰਦੇ ਪਏ ਤੂੰ ਚੁੱਪ ਕਰਾ ਤਾਂ ਨਹੀਂ ਗੱਲ ਆਪਾਂ ਰੀਕੈਪ ਕਰ ਲੈਨੇ ਆ ਦੇਖ ਲੈਨੇ ਵਿੱਚ ਵੀਡੀਓ ਨਹੀਂ ਇੱਕ ਕੋਈ ਮੇਰੀ ਤੂੰ ਮਨੀਟਰ ਸੀ ਕਲਾਸ ਦਾ ਸਾਲੇ ਭੈਣ ਚੋਦੋ ਜਿਹੜਾ ਫੱਟ ਨਹੀਂ ਸੀ ਆਉਂਦਾ ਹੈਗਾ ਯਾਰ ਮੈਂ ਇੱਕ ਸੁਣ ਮੈਂ ਦੱਸ ਦਿੰਦਾ ਬ్రో ਮੈਂ ਨਹੀਂ ਫਸਟ ਆਇਆ ਕਦੀ ਇਹ ਜੇ ਕਿਹੜਾ ਮਨੀਟਰ ਹੋਇਆ ਭੈਣ ਚੋਦ ਫੱਟ ਵੀ ਨਹੀਂ ਰਿਹਾ ਤੈਨੂੰ ਮਨੀਟਰ ਵੀ ਕਰਾ ਐਟੀਕੇਟਸ ਭਾਈ ਨੇ ਦੱਸਿਆ ਹੈਗਾ ਇਹ ਤੋਂ ਸੀ ਸੈਕਸ਼ਨ ਤੱਕ ਚੱਲ ਇੱਕ ਗੱਲ ਹੋਰ ਸੁਣ
ਕਿੰਨਵੇਂ ਨੰਬਰ ਤੇ ਆਉਂਦੀ ਕਲਾਸ ਚੋਂ? 45 ਤੇ ਸਾਡੇ ਜਿਹੜਾ ਝੂਠ ਬੋਲੇ ਟੱਕੇ ਲੱਗਣ ਸਵੇਰੇ ਦੱਸ। ਮੈਂ ਪਾਸ ਹੋ ਜਾਣਾ ਮੈਨੂੰ ਇਹਨਾਂ ਨਹੀਂ ਪਤਾ ਨੰਬਰ ਕਿੰਨਾ ਹੋਇਆ ਕਿਹਦੀ 11ਵਾਂ ਗਈ ਭਾਜੀ ਨੰਬਰ ਤਾਂ ਪਹਿਲਾਂ ਤੇਰੇ 4 ਜਿਹੜੇ ਨੇ ਉੱਤੇ ਦੇ ਨੰਬਰ ਨਹੀਂ ਪਤਾ ਕੀ ਕਰਦੇ ਓਏ ਨਹੀਂ 11 ਤੇ ਮੈਂ 4 10 ਤੋਂ ਬਾਅਦ ਨੰਬਰ ਹੀ ਮੁੱਕ ਜਾਂਦੇ ਕਿ ਸਾਡਾ ਸਾਹਮਣੇ ਇੱਕੋ ਕੈਟਾਗਰੀ ਦੇ 11ਵਾਂ ਓ ਯਾਰ ਗੱਲ ਸੁਣ ਮੇਰੀ ਇਦਾਂ ਦਾ ਬੋਲ ਪਿਆ ਚ ਮੈਂ ਤੇਰਾ ਵੀਰ ਮੈਂ ਬੜਾ ਸ਼ਹਿਰ ਹੁੰਦਾ ਤੈਨੂੰ ਪਤਾ ਜੀਓਗ੍ਰਾਫੀ ਜੀਓਗ੍ਰਾਫੀ ਨਹੀਂ ਜੀਓਗ੍ਰਾਫੀ ਸੰਦਲਾਗ ਸਾਲੇ ਜੀਓਗ੍ਰਾਫੀ ਨਹੀਂ ਜੀਓਗ੍ਰਾਫੀ ਔਜੀ ਸਲੈਂਗ ਉਹ ਗੱਲ ਸੁਣ ਮੇਰੀ ਦੁਆਰ ਤੋਂ ਕਹਿ ਦੋ ਸਾਡੀ ਨਾ ਇੱਕ ਇੰਗਲਿਸ਼ ਵਾਲੀ ਮੈਡਮ ਦੁਆਰ ਤੋਂ ਕਹਿ ਜੀਓਗ੍ਰਾਫੀ 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 ਸੌਰੀ ਬੇਗੇ ਪਾਣਾ ਓਏ ਵਿੱਚ ਫੋਟੋ ਕਰ ਓਏ ਉਹ ਯਾਰ ਉਹ ਸਾਡੀ ਮੈਡਮ ਨੇ ਇੱਕ ਥੋੜਾ ਪੈਰ ਅੱਜ ਤੇ ਮੇਰਾ ਫੋਨ ਕਰਕੇ ਜੀ ਫੂ ਜੀਓਗ੍ਰਾਫੀ ਤੈਨੂੰ ਪਤਾ ਸ਼ੂਗਰ ਸ਼ਰਾਬੀ ਨਹੀਂ ਕਹਿੰਦਾ ਸ਼ੁਕਰ ਕਰ ਹਿਸਟਰੀ ਹੁਣ ਗਾਂਧੀ ਨਹੀਂ ਕਹਿੰਦਾ ਕੁੜੀਆ ਸ਼ੁਕਰ ਕਰ ਹਿਸਟਰੀ ਉਹ ਸਾਰਾ ਹੁੰਦੀ ਗਈ ਜੀਓਗ੍ਰਾਫੀ ਜੀਓਗ੍ਰਾਫੀ ਓਏ ਹੁੰਦੀ ਗਈ ਉਹ ਭੈਣ ਦੀ ਹੁੰਦੀ ਗਈ ਪੜਦੇ ਤਾਂ ਅਸੀਂ ਤਾਂ ਨਹੀਂ ਮੇਰਾ ਹੁੰਦੀ ਗਈ ਮੈਂ ਚੋਂ ਮੈਡੀਕੇਟ ਦਾ ਰੋਂਡੀ ਨਹੀਂ ਆ ਡੱਡਾ ਤੂੰ ਵੀ ਕਹਿ ਕਿ ਉੱਠ ਜਾ ਕਿਹੜਾ ਸਬਜੈਕਟ ਕਹਿੰਦਾ ਇਹ ਅੱਛਾ ਮੇਰੀ ਸੁਣ ਗੱਲ ਇੱਕ ਵਾਰੀ ਨਾ ਮੈਡਮ ਦਾ ਨਾਂ ਕੀ ਇਹਨੂੰ ਇੱਕ ਵਾਰ ਮੈਡਮ ਨਾ। ਇੰਗਲਿਸ਼ ਚ ਪਗਲ ਹੋ ਕਹਿੰਦੀ ABC ਕਹਿੰਦਾ ਮੈਡਮ ਜੀ ਵੱਡੀ ਸਲਾਮ ਆ ਕੇ ਛੋਟੀ ਮੈਂ ਭੈਣ ਚੋਂ ਐਵੇਂ ਗੱਲਾਂ ਉਹ ਤੂੰ ਬਹਿ ਉਹ ਗੱਲ ਸੁਣ ਯਾਰ ਉਹ ਮੈਡਮ ਦਾ ਨਾਂ ਕੀ ਯਾਰ English ਵੱਡੀ। ਤੁਹਾਡੀ ਮੈਂ ਸਾਨੂੰ ਪਤਾ ਸਾਰੇ ਹੱਸੋ ਨਾਲ ਮੈਂ ਚੇਤਾ ਹੋ ਰਿਹਾ ਮੈਡਮ ਫੋਨ ਕਰਦਾ ਮੈਡਮ ਪੁੱਛ ਮੈਡਮ ਕਹਿੰਦੀ ABC ਸਾਡੀ ਮੈਡਮ ਨਾ ਇੰਗਲਿਸ਼ ਵਾਲੀ ਮੈਡਮ ਸੀ ਤੇ ਸਕੂਲ ਦੇ ਵਿੱਚ ਨਾ ਸਾਨੂੰ ਪੰਜਾਬੀ ਬੋਲਣੀ ਨਹੀਂ ਅਲਾਉਡ ਖਾਸ ਕਰਕੇ ਕਲਾਸ ਦੇ ਵਿੱਚ ਅੱਛਾ ਠੀਕ ਹੈ ਹੁਣ ਸੋਚ ਸਮਝ ਕੇ ਮੈਡਮ ਨੇ ਉਹਨੇ ਦੀ ਮੂਡ ਇੰਗਲਿਸ਼ ਵਾਲੀ ਮੈਡਮ ਨੇ ਮੈਡਮ ਨੇ ਭੈਣ ਚੋ ਨਾ ਪਹਿਲਾਂ ਤਾਂ ਸਾਨੂੰ ਕਹਿਣਾ ਇਹ ਵਿਲੇਜਰਸ ਪਿੰਡਾਂ ਵਾਲੇ ਸਹੀ ਹੈ ਪੇਂਡੂ ਵਿਲੇਜਰਸ ਸਹੀ ਗੱਲ ਤੇ ਮੈਨੂੰ ਵੀ ਆਖਣਾ ਵਿਲੇਜ ਹੁਣ ਸਾਲਾ ਪਹਿਲਾਂ ਤਾਂ ਪਤਾ ਨਹੀਂ ਤਾਂ ਵਿਲੇਜਰਸ ਹੁੰਦੇ ਕੀ ਹੈ ਇੰਨਾ ਪਤਾ ਵੀ ਵਿਲੇਜ ਤੇ ਵਿਲੇਜਰਸ ਲਾ ਦੇਣਾ ਸਹੀ ਹੈ ਹੁਣ ਮੈਂ ਬੜਾ ਪ੍ਰਾਊਡ ਫੀਲ ਕਰਦਾ ਹਾਂ ਵੀ ਯਾਰ ਫਕਿੰਗ ਜਿੱਦਾਂ ਇੱਥੇ ਨਹੀਂ ਕਹਿੰਦੇ ਵੀ ਆ ਕੰਟਰੀ ਪੀਪਲ ਕੰਟਰੀ ਮੈਨ ਆਪਾਂ ਵੈਸੇ ਜੱਟ ਪਿੰਡਾਂ ਵਾਲੇ ਯਾਰ ਵਿਲੇਜਰ ਕੋਈ ਚੱਕਰ ਹੀ ਨਹੀਂ ਚੱਲਣ ਦੇ ਅੱਛਾ ਕੀ ਹੋਇਆ ਬ్రో ਸਾਡਾ ਨਾ ਜਿਹੜਾ ਵਾਰਡਨ ਸੀ ਨਾ ਓਕੇ ਇੱਕ ਹੁੰਦਾ ਵਾਰਡਨ 1 ਜਦੋਂ ਵਾਰਡਨ ਹੌਲੀਡੇ ਦੇ ਜਾਂਦਾ ਛੋਟਾ ਵਾਰਡਨ ਜਿਹੜਾ ਹੁੰਦਾ ਨਾ ਉਹ ਇੰਚਾਰਜ ਬਣ ਜਾਂਦਾ ਜਿਹੜਾ ਤੂੰ ਬਣ ਗਿਆ ਮੈਂ ਲੀਡਰ ਸੀਗਾ ਅੱਛਾ ਗੱਲ ਸੁਣ ਭੈਣ ਜੋ ਮੈਨੂੰ ਸਾਡੇ ਬ్రో 2 ਮੁੰਡੇ ਹੁੰਦੇ ਸੀਗੇ ਵਰਿੰਦਰ ਤੇ ਪੁਸ਼ਪਿੰਦਰ ਸਿਰਫ 2 ਹੀ ਹੁੰਦੇ ਸੀ ਜਿਹੜੇ ਸਾਡੇ ਆਪਣੀ ਕੈਟਾਗਰੀ ਦੇ ਲੈ। ਉਹ ਹੀ ਪੰਜਾਬ ਵਿੱਚ ਨੇ ਵੀ ਬ్రో ਮੈਂ ਜੋ ਮੈਡਮ ਨੇ ਨਾ ਸ਼ਿਕਾਇਤ ਲਾਤੀ ਸਾਡੀ ਸੈਕਿੰਡ ਵਾਰਡਨ ਨੂੰ ਤੇ ਉਹਨੇ ਕੁੜੀ ਆ ਮੇਰੇ ਕੁੱਟਿਆ ਕਹਿੰਦੇ ਹਨ ਓਏ ਹੋਏ ਅੱਛਾ ਉਹਨੇ ਬੜਾ ਕੁੱਟਿਆ ਯਾਰ ਉਹਨੇ ਸਾਨੂੰ ਹਾਂ ਹੁਣ ਸਾਡੀ ਸੀਗੀ ਵੀ ਹਮੇਸ਼ਾ ਹੀ ਉੱਤੇ ਅੱਖ ਵੀ ਜਦੋਂ ਕਿਤੇ ਫਸਿਆ ਨਾ ਹਾਂ ਉਹਨੂੰ ਮਤਲਬ ਹੋਸਟਲ ਦੇ ਵਿੱਚ ਬ్రో ਸਹੀ ਹੈ ਇੱਕ ਦਿਨ ਮੈਂ ਪਲੈਨਿੰਗ ਕਰ ਲਈ ਸਾਰੇ ਨੇ ਅੱਛਾ ਵੀ ਇਸ਼ਕ ਪਹਿਲਾਂ ਵਿਸ਼ਕਸ਼ ਲਾਈਟਾਂ ਕਰ ਦੇਣੀਆਂ ਬੰਦ ਕੁੱਟਣਾ ਜੀ ਤੇ ਇਹ ਗਰੀਬ ਦੇ ਕੰਬਲ ਪਰੇਡ ਕਰਨੀ ਹੈ ਅੱਜ ਹੁਣ ਕਈ ਤੈਨੂੰ ਪਤਾ ਕਈ ਵਿੱਚ ਵੈਰਾਈਟੀਆਂ ਇਹੋ ਜਿਹੀਆਂ ਵੀ ਹੁੰਦੀਆਂ ਵੀ ਜਿਹੜੇ ਕਹਿ ਦਿੰਦੇ ਅਸੀਂ ਤੁਹਾਡੇ ਨਾਲ ਆ ਸਾਲੇ ਸਾਡੇ ਟਾਈਮ ਆਉਂਦਾ ਨਹੀਂ ਲਾਈਟਾਂ ਵਾਲਾ ਹੁੰਦਾ ਨਹੀਂ ਆਪਣੀ ਪਲੱਗ ਪੱਟਣ ਵਾਲੇ ਅੱਛਾ ਨਾਲ ਮੇਰੇ ਇੱਕ ਮੁੰਡਾ ਹੋਵੇ ਮੈਨੂੰ ਸਾਨੂੰ ਹੀ ਗੁੱਸਾ ਸੀ ਕਿ ਸਾਲੇ ਨੂੰ ਪੜਤਾਉਣਾ ਕੁੜੀ ਹੈ ਇਹਨਾਂ ਦਾ ਇੱਕ ਵਾਰ ਸਾਡੀ ਡਿਊਟੀ ਲਾਤੀ ਵੀ ਲੈਟ ਦਾ ਨਾ ਉਹ ਪਲੱਗ ਕਰ ਦੇਣਾ ਤੁਸੀਂ ਮੰਡੀਰ ਕੰਬਲ ਲੈ ਕੇ ਛਿੱਤਰ ਲੈ ਕੇ ਸਾਰੇ ਤਿਆਰ ਹੋ ਗਏ ਹਾਂ ਵੀ ਉਹਨੂੰ ਜਾਲੀ ਵਾਲਾ ਗੇਟ ਨਹੀਂ ਪਿਆ ਜਾਲੀ ਵਾਲਾ ਆਹੋ ਉਹ ਹੋਸਟਲ ਦੀ ਐਂਟਰੀ ਤੇ ਐਗਜ਼ਿਟ ਹੁੰਦਾ ਹੈ ਪਤਾ ਲੱਗ ਗਿਆ ਕਿਸੇ ਨੇ ਜਵਾਬ ਨੇ ਦੱਸਤਾ ਵੀ ਆਉਂਦਿਆ ਜਾਂ ਜਾ ਕੇ ਪਲੱਗ ਤੇ ਲੱਗ ਗਿਆ ਭੈਣ ਚੋ ਕੁੱਤਾ ਪਲੱਗ ਤੇ ਲੱਗ ਕੇ ਖਲੋ ਗਏ ਤੇ ਬਰੈਡੀਆਂ ਲੋਕ ਗਈਆਂ ਕੰਬਲ ਛਿੱਤਰ ਫੜ ਕੇ ਸਾਰੇ ਜਣੇ
ਜਦੋਂ ਵਡੀਰ ਨੇ ਕੰਬਲ ਪਾਇਆ ਨਾ ਮੈਂ ਪਲੱਗ ਲਾਤਾ ਉਹ ਪਲੱਗ ਲਾ ਸਾਰੇ ਫੜੇ ਗਏ ਆਲੋ ਭੈਣ ਚੋਦੋ ਬੜਾ ਮੁਰਗੇ ਸਾਰੇ 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 ਸਾਲੇ ਬੜਾ ਮੁਰਗੇ ਸਾਰੇ ਉੱਥੇ ਚੱਲ ਸਰੀ ਜੋ ਕੀ ਗੱਲ ਬਣੀ ਕੁੜੀ ਦੇ ਫੜੇ ਗਏ ਇਹ ਕੀ ਗੱਲ ਬਣੀ ਫੜੇ ਗਏ ਸਾਰੇ ਫੜੇ ਗਏ ਉਹ ਕਿਆ ਗਰੀਬ ਦੇ ਛਿੱਤਰ ਪਰੇ ਹੋਣੀ ਤੇ ਕਿਆ ਇਧਰ ਦਿਮਾਗ ਖਚਰਾ ਭੈਣ ਚੁਸਤਾਨੀ ਦਿਮਾਗ ਸ਼ੂ ਕੱਢ ਕੇ ਪਲੱਗ ਕੱਢ ਕੇ ਪਲੱਗ ਵਿੱਚ ਲਾ ਉਹ ਜੋ ਤੇਰੇ ਮੇਰੇ ਕੰਬਲ ਪਾਇਆ ਫੜੇ ਗਏ ਅੰਦਰ ਸਾਲੇ ਆਇਓ ਲੈਂਡ ਤੇ ਲੱਗ ਗਏ ਫੜ ਜਣੇ ਬੜ ਜੋ ਮੁਰ ਗਏ ਜਦ ਤੱਕ ਇਹਦੀ ਭੈਣ ਚੁਰ ਗਲਾਬਿਆ ਸਾਲਿਆ ਫਿਰ ਤੈਨੂੰ ਬਾਅਦ ਚ ਫਿਰ ਇੱਕ ਦੇ ਸਟੋਰੀ ਟੈਲਰ ਹੁੰਦੇ ਨੇ ਵਧੀਆ ਸਟੋਰੀ ਟੈਲਰ ਜਿਹੜੇ ਦੁਨੀਆ ਨੂੰ ਹਸਾਉਂਦੇ ਨੇ ਇਹ ਸਟੋਰੀ ਟੈਲਰ ਪਤਾ ਕਿਹੜਾ ਹੈ ਇਹਨੂੰ ਆਪਣਾ ਬਚਪਨ ਆ ਜਾਂਦਾ ਸਟੋਰੀ ਟੈਲਰ ਉਹ ਹੈ ਜਿਹੜਾ ਆਪ ਹੀ ਹੱਸੀ ਜਾਂਦਾ ਦੂਜਿਆਂ ਨੂੰ ਸਟੋਰੀ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਭਰਾਵਾ ਤੂੰ ਉਹ ਆਪਣਾ ਬਚਪਨ ਯਾਦ ਕਰ ਗਿਆ ਆਪਣਾ ਬਚਪਨ ਸਾਰੇ ਕੰਮ ਪਤਾ ਨਹੀਂ ਸਾ ਚੱਲ ਯਾਰ ਪਾਸ ਕਰ ਯਾਰ ਭੈਣ ਢਿੱਡ ਤੋਂ ਲੱਗ ਗਿਆ ਯਾਰ ਲਓ ਜੀ ਸਾਰੇ ਸਤਿ ਸ਼੍ਰੀ ਅਕਾਲ ਹੈ ਸਭ ਨੂੰ ਸਤਿ ਸ੍ਰੀ ਅਕਾਲ ਹੈ ਆਪਣੇ ਲੋਕ ਆਫਟਰ ਕਰੋ ਰੱਬ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਆਪਣੇ ਆਪ ਤੇ ਵਿਸ਼ਵਾਸ ਕਰੋ ਬਿਕੋਜ਼ ਯੂ ਆਰ ਦ ਗੋਡ ਫॉर ਯੋਰਸੈਲਫ ਆਪਣੇ ਮਾਪਿਓ ਦਾ ਖਿਆਲ ਰੱਖੋ ਸਭ ਨੂੰ ਵੱਡੀ ਪ੍ਰਾਪਰਟੀ ਹੈ ਡਰੱਗਸ ਤੋਂ ਦੂਰ ਰਹੋ ਸੋਸ਼ਲ ਡਿਸਟੈਂਸ ਨਹੀਂ ਥੋੜਾ ਜਿਹਾ ਡਾਕਟਰ ਬ్రో ਭਾਈ ਬ్రో ਨਾ ਸਹੀ ਜੜ ਕੇ ਇਹਦੇ ਨਾਲ ਹੀ ਸਮੂਹ ਲੱਗਣ ਨਾਲ ਵੀ ਸੰਗਤ ਬੈਂਦੀ ਹੈ ਕਿ ਟਰਾਲੀ ਨੰਦਪੁਰ ਸਾਹਿਬ ਜਾਣ ਵਾਲੀ ਹੈ ਜਾਣ ਵਾਲੀ ਹੈ ਚਲੋ ਭੈਣੋ ਤੇ ਭਰਾਵੋ ਕਰ ਬੰਦੇ ਭੈਣ ਬਕਵਾਸ ਕੀਤੀ Stop la